ਵਿਜ਼ਨ ਪੰਜਾਬ ਟੀਵੀ ਨੂੰ ਔਨ ਕਰ ਚੁੱਕੇ ਸਮੁੱਚੇ ਪਰਿਵਾਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਤੇ ਨਿੱਘੀ ਜੀ ਆਇਆਂ। ਤੁਹਾਡਾ ਹੋਸਟ ਦੋਸਤ ਨਰਿੰਦਰ ਸਿੰਘ ਜਸਵਾਲ, ਪਿਆਰ ਨਾਲ ਤੁਸੀਂ ਮੰਗਾ ਵੀ ਕਹਿੰਦੇ ਹੋ। ਪ੍ਰੋਗਰਾਮ ਪਰਿਵਾਰਿਕ ਸਾਂਝ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹਾਂ ਜੀ। ਸੋ ਜਿੱਥੇ ਜਿੱਥੇ ਵੀ ਸਾਡੀ ਆਵਾਜ਼ ਪਹੁੰਚਦੀ ਆ, ਸਾਡੀ ਫੋਟੋ ਪਹੁੰਚਦੀ ਆ, ਸੋ ਉਹਨਾਂ ਸਾਰਿਆਂ ਹੀ ਪਰਿਵਾਰਾਂ ਨੂੰ ਜਿਵੇਂ ਪਤਾ ਕਿ ਪਰਿਵਾਰਿਕ ਸਾਂਝ ਪ੍ਰੋਗਰਾਮ ਵਿਜ਼ਨ ਪੰਜਾਬ ਟੀਵੀ ਦੇ ਰਾਹੀਂ ਤੁਹਾਡੇ ਨਾਲ ਸਾਂਝ ਪਾਉਂਦਾ ਹੈ। ਮੰਗਲਵਾਰ, ਵੀਰਵਾਰ ਤੇ ਸ਼ੁੱਕਰਵਾਰ। ਫਿਰ ਰੇਡੀਓ ਇੰਤਜ਼ਾਰ ਸਵੇਰੇ 9 ਵਜੇ ਟੋਰਾਂਟੋ ਯਾਨੀ ਕਿ ਟੋਰਾਂਟੋ ਟਾਈਮ ਸਵੇਰੇ 9 ਵਜੇ ਤੋਂ ਲੈ ਕੇ 10 ਵਜੇ ਤੱਕ ਤੁਹਾਡੇ ਨਾਲ ਸਾਂਝ ਪਾਉਂਦਾ ਹੈ ਰੇਡੀਓ ਉੱਪਰ ਤੇ ਵਿਜ਼ਨ ਪੰਜਾਬ ਟੀਵੀ ਦੇ ਉੱਪਰ, ਦੋਨੋਂ ਹੀ ਦਿਨ ਸ਼ਨੀਵਾਰ ਤੇ ਐਤਵਾਰ। ਤੇ ਸ਼ਾਮ ਨੂੰ ਵੀਕਐਂਡ ਦੇ ਉੱਪਰ ਪ੍ਰੋਗਰਾਮ ਜਿਹੜੇ ਆ ਜੀ ਉਹ ਵਿਨੀਪੈਗ ਸਾਡੇ ਸਟੂਡੀਓ ਤੋਂ ਉਲੀਕੇ ਜਾਂਦੇ ਨੇ। ਸੋ ਤੁਸੀਂ ਸਾਰੇ ਹੀ ਪ੍ਰੋਗਰਾਮਾਂ ਨੂੰ ਬਹੁਤ ਪਿਆਰ ਦਿੰਦੇ ਹੋ, ਆਪ ਸਭ ਦਾ ਵੀ ਤਹਿ ਦਿਲ ਤੋਂ ਸ਼ੁਕਰੀਆ। ਸੋ ਪਰਿਵਾਰਿਕ ਸਾਂਝ ਪ੍ਰੋਗਰਾਮ ਦੇ ਵਿੱਚ ਅਸੀਂ ਜਿਵੇਂ ਪਹਿਲਾਂ ਦੱਸਿਆ ਸੀ ਕਿ ਅਸੀਂ ਗੱਲਾਂ ਬਾਤਾਂ ਜਿਹੜੀਆਂ ਪਰਿਵਾਰਿਕ ਕਰਦੇ ਹਾਂ, ਪਰ ਅਸੀਂ ਹੁਣ ਇੱਕ ਥੋੜ੍ਹਾ ਜਿਹਾ ਪਹਿਲਾਂ ਕਿਹਾ ਸੀ ਕਿ ਕੋਵਿਡ-19 ਦੇ ਵਿੱਚੋਂ ਜਦੋਂ ਅਸੀਂ ਨਿਕਲਾਂਗੇ ਤੇ ਪਰਿਵਾਰਿਕ ਸਾਂਝ ਪ੍ਰੋਗਰਾਮ ਦੇ ਜਿਹੜੇ ਦੇਣੇ ਆ ਉਹਨਾਂ ਪ੍ਰੋਗਰਾਮਾਂ ਨੂੰ ਇੱਕ ਅਸੀਂ ਵਿਲੱਖਣ ਰੂਪ ਜਿਹੜਾ ਆ ਉਹ ਦਿਆਂਗੇ। ਜਿਹੜਾ ਮੰਗਲਵਾਰ ਦਾ ਪ੍ਰੋਗਰਾਮ ਆ, ਕਿਉਂਕਿ ਮੰਗਲਵਾਰ ਦੇ ਦਿਨ ਨੂੰ ਆਮ ਤੌਰ 'ਤੇ ਪੰਜਾਬੀਆਂ ਦੇ ਵਿੱਚ ਇੱਕ ਵਹਿਮਾਂ ਭਰਮਾਂ ਵਾਲਾ ਦਿਨ ਜਿਹੜਾ ਆ ਉਹ ਮੰਨਿਆ ਗਿਆ। ਮੰਗਲਵਾਰ ਨੂੰ ਸ਼ਰਾਬ ਨਹੀਂ ਪੀਣੀ, ਮੰਗਲਵਾਰ ਨੂੰ ਮੀਟ ਨਹੀਂ ਖਾਣਾ, ਮੰਗਲਵਾਰ ਨੂੰ ਕੇਸ ਨਹੀਂ ਲਾਉਣੇ, ਮੰਗਲਵਾਰ ਨੂੰ ਕੱਪੜੇ ਨਹੀਂ ਧੋਣੇ, ਮੰਗਲਵਾਰ ਨੂੰ ਆਹ ਨਹੀਂ ਕਰਨਾ, ਮੰਗਲਵਾਰ ਨੂੰ ਗੱਡੀ ਨਹੀਂ ਲੈਣੀ। ਮੰਗਲਵਾਰ ਨੂੰ ਇੱਦਾਂ ਦਿਨ ਮਨਾਤਾ ਵੀ ਜਿੱਦਾਂ ਪਤਾ ਨਹੀਂ ਮੰਗਲਵਾਰ ਨੂੰ ਕੋਈ ਬੰਦਾ ਕੁਛ ਕਰ ਹੀ ਨਹੀਂ ਸਕਦਾ। ਪਰ ਪੁੱਛੇ ਵੀ ਭਾਈ ਜੇ ਜੰਮਣਾ ਮੰਗਲਵਾਰ ਨੂੰ ਹੋਇਆ ਤੇ ਕੀ ਕਰੋਗੇ, ਤੇ ਜੇ ਮਰਨਾ ਮੰਗਲਵਾਰ ਨੂੰ ਹੋਇਆ ਤੇ ਕੀ ਕਰੋਗੇ। ਸੋ ਮੰਗਲਵਾਰ ਨੂੰ ਵਹਿਮਾਂ ਭਰਮਾਂ ਦੇ ਉੱਪਰ ਪ੍ਰੋਗਰਾਮ ਤੁਹਾਡੇ ਲਈ ਉਲੀਕਿਆ ਕਰਾਂਗੇ। ਤੇ ਫਿਰ ਜਿਹੜਾ ਪ੍ਰੋਗਰਾਮ ਲੈ ਕੇ ਆਵਾਂਗੇ ਤੁਹਾਡੇ ਲਈ ਵੀਰਵਾਰ ਨੂੰ, ਉਹਦੇ 'ਚ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਨਾਲ ਹੁਣ ਅਸੀਂ ਜਿਹੜਾ ਕੁਝ ਹਾਸੇ ਦੀਆਂ ਗੱਲਾਂ ਬਾਤਾਂ, ਕਿਉਂਕਿ ਤਣਾਅ ਭਰੀ ਜ਼ਿੰਦਗੀ ਦੇ ਵਿੱਚੋਂ ਬਾਹਰ ਨਿਕਲਣ ਦੇ ਲਈ ਕਹ ਲਓ ਵੀ ਹਾਸਾ ਵੀ ਜ਼ਰੂਰੀ ਆ ਜ਼ਿੰਦਗੀ ਦੇ ਵਿੱਚ, ਅਸੀਂ ਤੁਹਾਡੇ ਨਾਲ ਜਿਹੜਾ ਆ ਉਹ ਆਓ ਬਾਤਾਂ ਪਾਈਏ ਪ੍ਰੋਗਰਾਮ। ਤੇ ਫਿਰ ਸ਼ੁੱਕਰਵਾਰ ਨੂੰ ਜਿਹੜੀ ਜਨਰਲ ਡਿਸਕਸ਼ਨ ਕਰਿਆ ਕਰਾਂਗੇ। ਸੋ ਆਓ ਪ੍ਰੋਗਰਾਮ ਇੱਦਾਂ ਨਾ ਹੋਵੇ ਕਿਤੇ ਮੈਨੂੰ ਲੱਗੇ ਕਿ ਮੈਂ ਇਕੱਲਾ ਹੀ ਕਰਨਾ ਹੈ ਅੱਜ ਪ੍ਰੋਗਰਾਮ ਤੇ ਜੌਲ ਸਾਹਿਬ ਦੇ ਨਾਲ ਸਾਂਝ ਹੀ ਨਾ ਪਾਈਏ। ਸੋ ਆਓ ਆਪਾਂ ਪਾਉਂਦੇ ਹਾਂ ਪਹਿਲਾਂ ਸਾਂਝ ਜੌਲ ਸਾਹਿਬ ਦੇ ਨਾਲ ਤੇ ਫਿਰ ਅੱਗੇ ਚੱਲ ਕੇ ਆਪਣੇ ਪਰਿਵਾਰਾਂ ਦੇ ਨਾਲ। ਜੌਲ ਸਾਹਿਬ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਿੱਘੀ ਜੀ ਆਇਆ ਜੀ। ਸਤਿ ਸ਼੍ਰੀ ਅਕਾਲ ਮੰਗਲ ਭਾਜੀ, ਆਪ ਜੀ ਨੂੰ ਵੀ। ਤੇ ਲੱਗਦਾ ਇੱਦਾਂ ਸੀ ਕਿ ਮੈਂ ਹੀ ਇਕੱਲਾ ਹੀ ਦੱਬੀ ਤੁਰਿਆ ਜਾਣਾ। ਜਿੱਥੇ ਪਿਆਰ ਹੋਵੇ ਉੱਥੇ ਜੀ ਫਿਰ ਚਾਹੇ ਇੱਕ ਜਣਾ ਬੋਲੇ ਚਾਹੇ ਦੋ ਜਣੇ, ਕੋਈ ਪ੍ਰੋਬਲਮ ਨਹੀਂ। ਪਰ ਸਭ ਤੋਂ ਪਹਿਲਾਂ ਜੀ ਜਿੰਨੇ ਵੀ ਸਾਡੇ ਭੈਣ ਭਰਾ ਇਸ ਵੇਲੇ ਵਿਜ਼ਨ ਪੰਜਾਬ ਟੀਵੀ ਦੇ ਨਾਲ ਜੁੜੇ ਹੋਏ ਆ, ਉਹਨਾਂ ਸਾਰਿਆਂ ਨੂੰ ਜੀ ਮੇਰੇ ਵੱਲੋਂ ਯਾਨੀ ਕਿ ਟੋਨੀ ਜੌਲ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਵਿਜ਼ਨ ਪੰਜਾਬ ਟੀਵੀ ਨੂੰ ਜਿਸ ਤਰ੍ਹਾਂ ਤੁਸੀਂ ਬੜਾ ਪਿਆਰ ਬਖਸ਼ਦੇ ਹੋ, ਅਸੀਂ ਵੀ ਪੂਰੀ ਕੋਸ਼ਿਸ਼ ਕਰੀਦੀ ਆ ਕਿ ਵਧੀਆ ਤੋਂ ਵਧੀਆ ਪ੍ਰੋਗਰਾਮ ਤੁਹਾਡੇ ਲਈ ਲਿਖੀਏ, ਵਧੀਆ ਤੋਂ ਵਧੀਆ ਗੱਲਾਂ ਬਾਤਾਂ ਤੁਹਾਡੇ ਲਈ ਲੈ ਕੇ ਆਈਏ। ਚਾਹੇ ਟੋਰਾਂਟੋ ਦੀ ਗੱਲਬਾਤ ਕਰੀਏ ਜਾਂ ਪੂਰੇ ਕੈਨੇਡਾ ਦੀ ਗੱਲਬਾਤ ਕਰੀਏ, ਚਾਹੇ ਫਿਰ ਅਮਰੀਕਾ ਦੀ ਗੱਲਬਾਤ ਕਰੀਏ ਤੇ ਜਾਂ ਫਿਰ ਪਿਆਰੇ ਦੇਸ਼ ਪੰਜਾਬ ਦੀ ਗੱਲਬਾਤ ਕਰੀਏ। ਔਰ ਹਮੇਸ਼ਾ ਹੀ ਸਾਡੀ ਕੋਸ਼ਿਸ਼ ਇਹੀ ਰਹਿੰਦੀ ਆ ਕਿ ਜੋ ਵੀ ਕੁਝ ਵਾਪਰਿਆ ਦੁਨੀਆ ਦੇ ਵਿੱਚ ਜਿੱਥੇ ਪਰਿਵਾਰਕ ਸਾਂਝ ਦੇ ਵਿੱਚ ਉਹ ਤੁਹਾਡੇ ਨਾਲ ਸਾਂਝਾ ਕਰੀਏ। ਉੱਥੇ ਹੀ ਜਿਸ ਤਰ੍ਹਾਂ ਹੀ ਥੋੜ੍ਹਾ ਜਿਹਾ ਪ੍ਰੋਗਰਾਮਾਂ ਦੀ ਰੂਪਰੇਖਾ ਨੂੰ ਬਦਲਣ ਜਾ ਰਹੇ ਆ ਕਿ ਤਣਾਅ ਭਰੀ ਜ਼ਿੰਦਗੀ ਤੋਂ ਥੋੜ੍ਹਾ ਜਿਹਾ ਕੱਢਾਂਗੇ, ਤੁਹਾਨੂੰ ਬਾਹਰ ਕੱਢ ਕੇ ਕੁਝ ਹਾਸਿਆਂ ਮਸ਼ਗੂਲਿਆਂ ਵਾਲੇ ਪ੍ਰੋਗਰਾਮ ਵੀ ਤੁਹਾਡੇ ਰੂਬਰੂ ਕਰਿਆ ਕਰਾਂਗੇ। ਪਰ ਕੱਲ੍ਹ ਜਾਂ ਪਿਛਲੀ ਵੀਕ ਦੀ ਗੱਲਬਾਤ ਕਰ ਲਈਏ ਕਿ ਐਕਸੀਡੈਂਟਾਂ ਦੀ ਭਰਮਾਰ ਰਹੀ ਆ ਪੂਰੇ ਟੋਰਾਂਟੋ ਦੇ ਵਿੱਚ। ਤੇ ਕੱਲ੍ਹ ਦਾ ਜਿਹੜਾ ਦਿਨ ਸੀ ਜਾਂ ਪਿਛਲੀ ਵੀਕ ਸੀਗੀ ਜਿੱਥੇ 3 ਬੱਚੀਆਂ ਇਸ ਫਾਨੀ ਜਹਾਨ ਤੋਂ ਗਈਆਂ, ਉਹਨਾਂ ਦੀ ਮਦਰ ਗਈ ਤੇ ਅੱਜ ਜਿਹੜਾ ਉਹਨਾਂ ਦਾ ਫਿਨਲ ਸੀਗਾ। ਕੁਛ ਹੀ ਦੇਰ ਪਹਿਲਾਂ ਜਿਹੜਾ ਉਹਨਾਂ ਦਾ ਫਿਨਲ ਹੋ ਕੇ ਹਟਿਆ। ਕਾਫੀ ਸਾਡੇ ਜਿਹੜੇ ਲੋਕਲ ਚੈਨਲ ਆ ਉਹਨਾਂ ਨੇ ਦਿਖਾਇਆ। ਕੀ ਮੈਂ ਕਰਾਂ ਤਾਂ ਕੀ ਕਹਾਂ, ਦੇਖਿਆ ਨਹੀਂ ਜਾ ਰਿਹਾ ਸੀ ਜਿਸ ਤਰ੍ਹਾਂ ਦਾ ਮਾਹੌਲ ਸੀ। ਛੋਟੀਆਂ ਬੱਚੀਆਂ, ਫਿਰ ਉਹਨਾਂ ਦੀ ਮਾਤਾ, ਇੱਕ ਪੜ੍ਹਿਆ ਲਿਖਿਆ ਟੱਬਰ, ਵੈਲ ਐਜੂਕੇਟ ਜਿਨ੍ਹਾਂ ਦੀ ਮਾਂ ਟੀਚਰ ਸੀਗੀ, ਔਰ ਉਹ ਇਸ ਫਾਨੀ ਜਹਾਨ ਨੂੰ ਛੱਡ ਕੇ ਚਲੇ ਗਏ ਸਾਡੇ ਕੋਲ। ਤਾਂ ਦੂਸਰੇ ਬੰਨੇ ਇਹਨਾਂ ਦਾ ਜਿੱਥੇ ਅੱਜ ਫਿਨਲ ਹੋਇਆ ਉੱਥੇ ਹੀ ਮੰਗਾ ਭਾਜੀ ਕੱਲ੍ਹ ਦਾ ਜਿਹੜਾ ਦਿਨ ਸੀਗਾ, ਜਦੋਂ ਵੀ ਟੋਰਾਂਟੋ ਦੀ ਹਿਸਟਰੀ ਦੇ ਵਿੱਚ ਕਦੀ ਕੋਈ ਗੱਲਬਾਤ ਹੋਵੇਗੀ ਨਾ ਤਾਂ ਮਾਲਟਨ ਇੱਕ ਪੰਜਾਬ ਦੀ ਤਰ੍ਹਾਂ ਪਿੰਡ ਵਸਿਆ ਹੋਇਆ ਆ। ਔਰ ਮਾਲਟਨ ਨੂੰ ਮੋਸਟ ਆਫ ਦੈਮ ਜਿੰਨੇ ਕਿ ਲੋਕਾਂ ਨੂੰ ਜਾਣਦਾ, ਜਿੰਨੇ ਕਿ ਮੇਰੀ ਫਰੈਂਡਲੀ ਲਿਸਟ ਦੇ ਵਿੱਚ ਨੇ ਮੰਗਾ ਭਾਜੀ, ਤਕਰੀਬਨ ਹਰ ਇੱਕ ਬੰਦਾ ਉਹਨਾਂ ਦੇ ਵਿੱਚੋਂ ਮਾਲਟਨ ਰਹਿ ਕੇ ਆਇਆ ਆ, ਜਾਂ ਮਾਲਟਨ ਉਹਨਾਂ ਦੀ ਬੈਂਕ ਆ, ਜਾਂ ਵੈਸੇ ਕੋਈ ਨਾ ਕੋਈ ਰਿਸ਼ਤੇਦਾਰ ਮਾਲਟਨ ਰਹਿੰਦਾ ਹੈ। ਮਾਲਟਨ ਦੇ ਨਾਲ ਬਹੁਤ ਸਾਰੇ ਰੂਟਸ ਜਿਹੜੇ ਲੋਕਾਂ ਦੇ ਜੁੜੇ ਹੋਏ ਆ। ਤੇ ਪਿਛਲੀ ਵੀਕ ਜਿਹੜਾ ਇੱਕ ਭਾਣਾ ਮਾਲਟਨ ਦੇ ਵਿੱਚ ਵਰਤਿਆ ਸੀਗਾ, ਕੱਲ ਉਹਨਾਂ ਦਾ ਵੀ ਜਿਹੜਾ ਫਿਨਲ ਸੀਗਾ। ਪਰ ਇਹ ਇੱਕ ਵੱਖਰੇ ਤਰ੍ਹਾਂ ਦਾ ਫਿਨਲ ਹੋਇਆ ਆ ਜਿਹਦੇ ਵਿੱਚ ਪੁਲਿਸ ਨੂੰ Z20 ਜਿਹੜੀ ਇਹਨਾਂ ਦੀ ਫੋਰਸ ਹੈ ਉੱਥੇ Z20 ਫੋਰਸ ਕੱਲ ਉਹਨਾਂ ਨੂੰ ਲਾਉਣੀ ਪਈ।
ਤੇ ਰਾਤ ਕਾਫੀ ਦੇਰ ਤੱਕ ਜਿਹੜਾ ਉੱਥੇ ਹੰਗਾਮੇ ਵੀ ਹੁੰਦੇ ਰਹੇ। ਮੰਗਾ ਭਾਜੀ ਜਿੱਥੇ ਅਸੀਂ ਹਮੇਸ਼ਾ ਹੀ ਇੱਕ ਗੱਲਬਾਤ ਕਰਦੇ ਹਾਂ ਕਿ ਪੰਜਾਬ ਤੋਂ ਅਸੀਂ ਅਗਰ ਇੱਥੇ ਆਉਂਦੇ ਹਾਂ, ਪਾਕਿਸਤਾਨ ਤੋਂ ਅਗਰ ਅਸੀਂ ਇੱਥੇ ਆਉਂਦੇ ਹਾਂ, ਜਮੈਕਾ ਤੋਂ ਅਗਰ ਅਸੀਂ ਇੱਥੇ ਆਉਂਦੇ, ਕਿਸੇ ਵੀ ਕੰਟਰੀ ਤੋਂ ਅਗਰ ਦੋਸਤੋ ਅਸੀਂ ਇੱਥੇ ਆਉਂਦੇ ਹਾਂ, ਅਸੀਂ ਇੱਥੇ ਤਾਂ ਆਏ ਹਾਂ ਇੱਕ ਵਧੀਆ ਜ਼ਿੰਦਗੀ ਜੀਣ ਦੇ ਲਈ, ਇੱਕ ਵਧੀਆ ਇਨਸਾਨ ਬਣਨ ਦੇ ਲਈ। ਪਰ ਜਿਹੜੀਆਂ ਸਾਡੀਆਂ ਆਦਤਾਂ ਨਾ, ਪਤਾ ਨਹੀਂ ਕਿਉਂ ਮਾੜੀਆਂ ਆਦਤਾਂ ਨਹੀਂ ਅਸੀਂ ਛੱਡ ਰਹੇ ਆਪਣੀਆਂ। ਬਿਲਕੁਲ ਜੀ, ਇਹਦੇ 'ਚ ਕੋਈ ਦੋਰਾਵਾ ਨਹੀਂ ਹੈ। ਜਿਵੇਂ ਤੁਸੀਂ ਗੱਲਬਾਤ ਕੀਤੀ ਆ ਕਿ ਇਜ਼ਾਜ਼ ਚੌਧਰੀ ਜਿਨ੍ਹਾਂ ਦਾ ਕੱਲ ਫਿਊਨਰ ਹੋਇਆ ਸੀ, ਜਿਨ੍ਹਾਂ ਨੂੰ ਪੁਲਿਸ ਵੱਲੋਂ ਜਿਹੜਾ ਜੀ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀਗਾ। ਔਰ ਆਮ ਜਿਹੜੇ ਪਬਲਿਕ ਆ ਮਾਲਟਨ ਏਰੀਆ ਦੀ, ਉਹ ਦੱਸਦੇ ਆ ਕਿ ਉਹ ਹੱਥ ਵਿੱਚ ਮਾਲਾ ਫੜੀ ਉੱਥੇ ਉਹਨਾਂ ਨੂੰ ਆਮ ਘੁੰਮਦੇ ਦੇਖਿਆ ਜਾਂਦਾ, ਪਰ ਕੁਝ ਮੈਂਟਲ ਜਿਹੜੇ ਆ ਇਸ਼ੂਜ਼ ਹੈਗੇ ਸੀਗੇ, ਹੈਲਥ ਇਸ਼ੂਜ਼ ਹੈਗੇ ਸੀਗੇ ਉਹਨਾਂ ਦੀ ਮੈਂਟਲ ਹੈਲਥ ਦੇ ਨਾਲ। ਪਰ ਇੱਦਾਂ ਨਹੀਂ ਹੈ ਕਿ ਤੁਸੀਂ ਕਿਸੇ ਦੇ ਘਰੇ ਜਾਓ ਤੇ ਠਾ ਗੋਲੀਆਂ ਚਲਾ ਕੇ ਜਿਹੜਾ ਹੈ ਜੀ, ਬਿਲਕੁਲ ਇੱਕ ਫਿਲਮੀ ਸੀਨ ਜਿਹੜਾ ਹੈ ਜੀ ਉਹ ਦੇਖਣ ਨੂੰ ਜਿਹੜਾ ਲੱਗਾ ਹੈ। ਸੋ ਕੱਲ ਜਿਹੜਾ ਉਹਨਾਂ ਦਾ ਫਿਊਨਲ ਕੀਤਾ ਗਿਆ, ਬਿਲਕੁਲ ਜਿਵੇਂ ਤੁਸੀਂ ਜੌਲ ਸਾਹਿਬ ਨੇ ਦੱਸਿਆ ਕਿ ਉਹਨਾਂ ਦੇ ਫਿਊਨਲ ਦੇ ਵਿੱਚ ਜਿਹੜੀ ਪੂਰੀ ਸੁਰੱਖਿਆ ਸੀ। ਕਿਉਂ ਸੁਰੱਖਿਆ ਸੀ? ਕਿਉਂਕਿ ਆਪਾਂ ਦੇਖਿਆ ਕਿ ਪਿਛਲੇ 2-3 ਦਿਨ ਜਿਹੜੇ ਪ੍ਰੋਟੈਸਟ ਜਿਹੜਾ ਉਹਨਾਂ ਦੀ ਜਿਹੜੀ ਡੈਥ ਕੀਤੀ ਗਈ ਸੀ ਪੁਲਿਸ ਵੱਲੋਂ, ਉਹਨੂੰ ਲੈ ਕੇ ਹੋਏ ਸੀਗੇ। ਔਰ ਉਹ ਪ੍ਰੋਟੈਸਟ ਜਿਹੜੇ ਆ ਕੁਛ ਗਲਤ ਰੂਪ ਜਿਹੜਾ ਅਖਤਿਆਰ ਕਰ ਰਹੇ ਸੀਗੇ। ਸੋ ਉਹਨਾਂ ਦੇ ਮੱਦੇਨਜ਼ਰ ਜਿਹੜੀ ਪੁਲਿਸ ਆ, ਉਹਨਾਂ ਨੇ ਕੋਸ਼ਿਸ਼ ਕੀਤੀ ਆ ਕਿ ਸ਼ਾਂਤੀ ਪੂਰਵਕ ਜਿਹੜਾ ਉਹਨਾਂ ਦਾ ਫਿਊਨਰਲ ਜਿਹੜਾ ਆ ਉਹ ਸਮਾਪਤ ਹੋ ਜਾਵੇ। ਸੋ ਸਾਡੀ ਵੀ ਸਮੁੱਚੀ ਟੀਮ, ਵਿਜ਼ਨ ਪੰਜਾਬ ਦੀ ਸਮੁੱਚੀ ਟੀਮ ਵੱਲੋਂ ਜੀ ਪਰਿਵਾਰ ਦੇ ਨਾਲ ਹਮਦਰਦੀ ਆ, ਔਰ ਸਮੁੱਚੀ ਟੀਮ ਸਾਡੀ ਸ਼ਰਧਾਂਜਲੀ ਭੇਟ ਕਰਦੀ ਹੈ ਜੀ ਚੌਧਰੀ ਇਜ਼ਾਜ਼ ਹੋਣਾ ਨੂੰ। ਤੇ ਨਾਲ ਦੀ ਨਾਲ ਇੱਥੇ ਇੱਕ ਜਿਹੜੀ ਖਬਰ ਹੋਰ ਵੀ ਸਾਂਝੀ ਕਰ ਦਈਏ ਜੌਲ ਸਾਹਿਬ, ਕਿ ਜਿਹੜੇ ਪੁਲਿਸ ਅਫਸਰ ਇਹਦੇ ਵਿੱਚ ਇਨਵੋਲਵ ਸੇ, ਉਹ ਕਹਿੰਦੇ ਵੀ ਕਦੀ ਵੀ ਸ਼ਾਇਦ ਆਪਣੀ ਗਨ ਤੇ ਬੈਚ ਜਿਹੜਾ ਆ ਉਹ ਵਾਪਸ ਨਹੀਂ ਲੈ ਸਕਣਗੇ। ਮੰਗਾ ਭਾਜੀ ਦੇਖੋ, ਪਤਾ ਕੀ ਗੱਲ ਆ, ਇਹ ਹੱਲੇ ਇੱਕ ਅਫਵਾਹਾਂ ਮੈਂ ਕਹਿ ਸਕਦਾ, ਕਿਉਂਕਿ ਜਦੋਂ ਵੀ ਕੋਈ ਕੇਸ ਹੁੰਦਾ ਨਾ, ਐਡੀ ਜਲਦੀ ਉਹਦਾ ਫੈਸਲਾ ਨਹੀਂ ਆਉਂਦਾ। ਫੈਸਲਾ ਜਿਹੜਾ ਜੀ ਮਾਨਯੋਗ ਸਾਡੀ ਅਦਾਲਤ ਨੇ ਸੁਣਾਉਣਾ ਆ, ਮਾਨਯੋਗ ਸਾਡੇ ਜਿਹੜੇ ਉੱਥੇ ਸਾਡੇ ਜੱਜ ਸਾਹਿਬਾਨ ਬੈਠੇ ਹੋਣਗੇ, ਇਹ ਉਹਨਾਂ ਤੋਂ ਡਿਪੈਂਡ ਹੋਵੇਗਾ ਕਿ ਕੱਲ ਨੂੰ ਜਿਹੜਾ ਇਹ ਕੇਸ ਆ ਕਿਸ ਤਰ੍ਹਾਂ ਦਾ ਜਿਹੜਾ ਆ ਅਖਤਿਆਰ ਕਰਦਾ ਆ, ਕਿਸ ਤਰ੍ਹਾਂ ਜਿਹੜਾ ਇਹ ਕੇਸ ਅੱਗੇ ਚੱਲਦਾ ਆ। ਪਰ ਜੋ ਕੁਝ ਹੋਇਆ ਉਹ ਮਾੜਾ ਹੋਇਆ। ਉਹ ਮੈਂ ਇਹ ਨਹੀਂ ਚਾਹੁੰਦਾ ਕਿ ਇਹ ਪਾਕਿਸਤਾਨੀ ਭਰਾ ਸੀ ਸਾਡਾ, ਜਾਂ ਇੰਡੀਅਨ ਭਰਾ ਸੀ, ਜਾਂ ਪੰਜਾਬੀ ਸੀ, ਜਾਂ ਗੋਰਾ ਸੀ, ਜਾਂ ਕਿਸੇ ਵੀ ਕੰਟਰੀ ਦਾ ਇਹ ਹੁੰਦਾ, ਪਰ ਜੋ ਕੁਝ ਹੋਇਆ ਉਹ ਮਾੜਾ ਹੋਇਆ। ਕਿਸੇ ਵੀ ਇਨਸਾਨ ਦੇ ਘਰ ਅਗਰ ਪੁਲਿਸ ਜਾਂਦੀ ਆ ਨਾ, ਉਹਦੇ ਹੱਥ ਵਿੱਚ ਇੱਕ ਛੋਟਾ ਜਿਹਾ ਨਾਈਫ ਫੜਿਆ ਆ। ਪੁਲਿਸ ਅਫਸਰ ਇਹ ਵੈਲ ਟ੍ਰੇਨਡ ਅਫਸਰ ਸੀਗਾ ਜੀ, ਕੋਈ ਨਵਾਂ ਅਫਸਰ ਨਹੀਂ ਸੀਗਾ। ਤੁਸੀਂ ਉਹਦੇ ਘਰ ਗਏ ਆ ਤਾਂ ਤੇਰੇ ਨਾਲ 3-4 ਹੋਰ ਵੀ ਅਫਸਰ ਨੇ, 1 2 3 ਗੋਲੀਆਂ ਤੇ ਹਲੇ ਪੂਰੀ ਡੋਰ ਨਹੀਂ ਖੁੱਲਦੀ। ਜਦੋਂ ਜੀ ਉਹਨਾਂ ਦੀ ਆਵਾਜ਼ ਆਉਂਦੀ ਹੈ ਮੰਗਾ ਭਾਜੀ, ਤੇ ਜਦੋਂ ਥੋੜੀ ਜਿਹੀ ਡੋਰ ਓਪਨ ਹੁੰਦੀ, 4 ਗੋਲੀਆਂ ਹੋਰ ਚੱਲਦੀਆਂ ਆ। 4 ਗੋਲੀਆਂ ਵੀ ਜਿੱਦਾਂ ਆਪਾਂ ਆਮ ਫਿਲਮਾਂ ਦੇ ਵਿੱਚ ਵੇਖਦੇ ਆ ਉਸ ਤਰ੍ਹਾਂ ਚੱਲੀਆਂ। ਇੱਕ ਮੈਂ ਪਹਿਲਾਂ ਵੀ ਇੱਕ ਗੱਲ ਕੀਤੀ ਸੀ ਕਿ ਜਿਹੜਾ ਇਹ ਮਾਹੌਲ ਪਿਛਲੇ 3-4 ਮਹੀਨਿਆਂ ਦੇ ਵਿੱਚ ਜਿੱਥੋਂ ਦੁਨੀਆ ਬੀਤ ਕੇ ਗਈ ਆ ਨਾ, ਉਹ ਬੜਾ ਮਾੜਾ ਸੀਗਾ ਮੰਗਾ ਭਾਜੀ। ਚੰਗੇ ਭਲੇ ਇਨਸਾਨ ਜਿਹੜੇ ਆ, ਉਹਨਾਂ ਦਾ ਜਿਹੜਾ ਦਿਮਾਗ ਆ ਉਹ ਗਲਤ ਗੱਲਾਂ ਵੱਲ ਨੂੰ ਤੁਰ ਪਿਆ। ਗਲਤ ਗੱਲਾਂ ਵੱਲ ਨੂੰ ਤਾਂ ਤੁਰ ਪਿਆ ਕਿ ਇੱਕ ਜਗ੍ਹਾ ਤੇ ਬੈਠਣਾ ਜਿਹੜਾ ਸਾਰੀ ਦਿਹਾੜੀ, ਪਹਿਲਾਂ ਤਾਂ ਉਹੀ ਬੜਾ ਔਖਾ ਆ। 3 ਮਹੀਨੇ ਲਗਾਤਾਰ ਜਿਹੜਾ ਘਰ ਦੇ ਵਿੱਚ ਕਿਸੇ ਨੇ ਰਹਿਣਾ, ਉਸ ਤੋਂ ਬਾਅਦ ਅਗਰ ਥੋੜਾ ਬਾਹਰ ਅਸੀਂ ਨਿਕਲਣ ਲੱਗਦੇ ਆ, ਅਗਰ ਅਸੀਂ ਕੋਈ ਦਵਾਈ ਵੀ ਦੋਸਤੋ ਖਾਂਦੇ ਆ ਨਾ, ਤਾਂ ਡਾਕਟਰ ਸਾਨੂੰ ਕਦੀ ਵੀ ਹਾਈ ਡੋਜ਼ ਨਹੀਂ ਦਿੰਦਾ। ਉਹ ਛੋਟੀ ਡੋਜ਼ ਤੋਂ ਸ਼ੁਰੂ ਕਰਦਾ ਆ ਕਿ ਹੌਲੀ ਤੁਸੀਂ ਅਗਰ ਤੁਹਾਨੂੰ ਇਹ ਸੂਟ ਕਰੇਗਾ ਨਾ ਮੈਡੀਸਨ, ਤੇ ਤੁਸੀਂ ਇਹਨੂੰ ਵਧਾ ਦਿਓ। ਪਰ ਇੱਕਦਮ ਕਿਤੇ ਵੀ ਜਾ ਕੇ ਇਦਾਂ ਦਾ ਕੰਮ ਨਹੀਂ ਹੁੰਦਾ। ਪਰ ਇਜ਼ਾਜ਼ ਚੌਧਰੀ ਹੋਣੀ, ਜਿਸ ਤਰ੍ਹਾਂ ਮੰਗਾ ਭਾਜੀ ਤੁਸੀਂ ਗੱਲਬਾਤ ਕੀਤੀ ਆ, ਕਿ ਕਿੰਨਿਆਂ ਕੁ ਤੋਂ ਮੈਂ ਸੁਣਿਆ ਇੱਕ ਬੜੇ ਵਧੀਆ ਇਨਸਾਨ ਸੀ, ਜਿਹੜਾ ਬੰਦਾ ਹਰ ਵੇਲੇ ਰੋਡ ਤੇ ਫਿਰਦਾ, ਜਿਹਦੇ ਹੱਥ ਵਿੱਚ ਮਾਲਾ ਹੁੰਦੀ ਆ, ਹੁਣ ਕਿਸੇ ਨੂੰ ਕੀ ਕਹਿਣਾ। ਪਰ ਫਿਰ ਵੀ ਅਗਰ ਉਹਨਾਂ ਨੂੰ ਥੋੜਾ ਬਹੁਤਾ ਕੋਈ ਮੈਂਟਲ ਇਸ਼ੂ ਸੀ ਨਾ, ਤੇ ਪੁਲਿਸ ਅਫਸਰ ਅੱਗੇ ਗਿਆ ਸੀ, ਤਾਂ ਯਾਰ ਇੱਥੇ ਗੋਲੀਆਂ ਮਾਰਨ ਦੀ ਜਗ੍ਹਾ ਉਹਦੇ ਕਿਤੇ ਬਾਂਹ 'ਚ, ਉਹਦੀ ਲੱਤ 'ਚ ਵੀ ਗੋਲੀ ਵੱਜ ਸਕਦੀ ਆ। ਫਿਰ ਪੁਲਿਸ ਕੋਲ ਇੱਕ ਬੜੀ ਵਧੀਆ ਟੇਜ਼ਰ ਸਿਸਟਮ ਆ, ਟੇਜ਼ਰ ਮਾਰ ਕੇ ਬੰਦਾ 1 ਮਿੰਟ 'ਚ ਡਿੱਗ ਪੈਂਦਾ ਆ। ਉਹਦੇ ਹੱਥ 'ਚ ਰਿਵਾਲਵਰ ਤਾਂ ਹੈ ਨਹੀਂ ਮੰਗਾ ਭਾਜੀ ਜਿਹੜਾ ਕਿਸੇ ਨੂੰ ਗੋਲੀ ਮਾਰ ਦੋ। ਪਤਾ ਨਹੀਂ ਹੁਣ ਦੇਖੋ ਜੀ, ਇਹ ਤਾਂ ਹੁਣ 911 ਦੀਆਂ ਜਦੋਂ ਕਾਲਾਂ ਜਿਹੜੀਆਂ ਉਹਨਾਂ ਨੂੰ ਖੰਗਾਲਿਆ ਜਾਵੇਗਾ, ਜੋ ਉਸ ਵੇਲੇ ਜਿਹੜੀਆਂ ਕਾਲਾਂ ਗਈਆਂ ਉਹਨਾਂ ਨੂੰ ਖੰਗਾਲਿਆ ਜਾਵੇਗਾ, ਕੀ ਕਿਹਾ ਗਿਆ ਆ ਜਾਂ ਕਾਲ ਕਰਨ ਵਾਲੇ ਵੱਲੋਂ, ਫੈਮਿਲੀ ਵੱਲੋਂ ਕੀ ਕਿਹਾ ਗਿਆ ਆ। ਸੋ ਇਹ ਗੱਲਾਂ ਬਾਤਾਂ ਪੁਲਿਸ ਹੋ ਸਕਦਾ ਹੈ ਕਿ ਉਹਨਾਂ ਨੂੰ ਪਹਿਲਾਂ ਵਾਚ ਕਰਦੀ ਹੋਵੇ, ਕੀ ਕੁਛ ਨਾ ਕੁਛ ਜਿਹੜਾ ਹੈ ਜੀ ਇਹ ਨਿਕਲ ਕੇ ਜ਼ਰੂਰ ਬਾਹਰ ਆਵੇਗਾ। ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਹੁਣ ਤੁਸੀਂ ਕੋਸ਼ਿਸ਼ ਕਰੋ ਕਿ
ਇਹ ਪ੍ਰੋਗਰਾਮ ਦੇ ਵਿੱਚ ਜਿਹੜਾ ਹੈ ਆਪਣੇ ਆਪ ਨੂੰ ਇਨਵੋਲਵ ਕਰਨ ਦੀ। ਸੋ ਕਾਲ ਕਰਿਆ ਕਰੋ 905 790 9099 ਦੇ ਉੱਪਰ। ਤੇ ਜਦੋਂ ਕੋਈ ਵੀ ਇਦਾਂ ਦੇ ਇਨਸੀਡੈਂਟ ਹੁੰਦੇ ਆ ਜਾਂ ਕੋਈ ਵੀ ਗੱਲਬਾਤ ਜਿਹੜੇ ਅਸੀਂ ਤੁਹਾਡੇ ਨਾਲ ਵਿਚਾਰਾਂ ਕਰਦੇ ਆ, ਸੋ ਉਹਦੇ ਵਿੱਚ ਜਿਹੜਾ ਤੁਸੀਂ ਆਪਣਾ ਵਿਚਾਰ ਜਿਹੜੇ ਆ ਉਹ ਸਾਂਝੇ ਜ਼ਰੂਰ ਕਰਿਆ ਕਰੋ। ਫੇਸਬੁੱਕ ਦੇ ਉੱਪਰ ਤੁਸੀਂ ਬਿਲਕੁਲ ਸਾਡੇ ਨਾਲ ਪੂਰਾ ਪਰਿਵਾਰ ਪਰਿਵਾਰ ਜਿਹੜਾ ਤੁਸੀਂ ਸਾਡੇ ਨਾਲ ਜੁੜਦੇ ਹੋ, ਤੁਹਾਡਾ ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਸ਼ਗਨ ਗੋਇਲ ਹੁਣੀ ਵੀ ਜੁੜੇ ਆ ਜੀ। ਕੱਲ੍ਹ ਨੂੰ ਬਿਲਕੁਲ ਜਿਹੜਾ ਪ੍ਰੋਗਰਾਮ ਆ ਸ਼ੁੱਕਰਵਾਰ ਦਾ, ਉਹ ਅਸੀਂ ਸ਼ਗਨ ਗੋਇਲ ਉਹਨਾਂ ਦੇ ਨਾਲ ਜਿਹੜਾ ਜੀ ਕਰਾਂਗੇ। ਸ਼ਾਮ ਨੂੰ ਜਿਹੜਾ 6 ਵਜੇ ਵਾਲਾ ਪ੍ਰੋਗਰਾਮ ਆ ਬਿਲਕੁਲ ਸਾਂਝਾ ਕਰਾਂਗੇ ਉਹਨਾਂ ਦੇ ਨਾਲ। ਸੋ ਕਾਲ ਤੁਸੀਂ ਵੀ ਇਹ ਜਿਹੜੀ ਗੋਲੀਬਾਰੀ ਹੋਈ ਆ ਇਹਦੇ ਵਿੱਚ ਕਿਹੜੀਆਂ ਗੱਲਾਂ ਦਾ ਪੁਲਿਸ ਨੂੰ ਧਿਆਨ ਰੱਖਣਾ ਚਾਹੀਦਾ ਆ, ਜਾਂ ਆਮ ਜਿਹੜੇ ਸਿਟੀਜ਼ਨ ਆ ਉਹਨਾਂ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਆ। ਸੋ ਜੇ ਤੁਹਾਡੀ ਵੀ ਕੋਈ ਰਾਏ ਹੈ, ਵਿਚਾਰ ਹਨ, ਤੇ ਤੁਸੀਂ ਵੀ ਕਾਲ ਕਰ ਸਕਦੇ ਹੋ 905 790 9099 ਦੇ ਉੱਤੇ। ਕਿਉਂਕਿ ਜੌਹਲ ਸਾਹਿਬ ਆਪਾਂ ਇਹਨਾਂ ਕੰਟਰੀਆਂ ਦੇ ਵਿੱਚ ਵਾਕਿਆ ਹੀ ਗੱਲ ਸਹੀ ਆ ਕਿ ਆਉਣੇ ਆ ਕਿ ਆਪਾਂ ਇੱਕ ਵਧੀਆ ਜਿਹੜੀ ਆ ਸਿਸਟਮ ਕਰਕੇ ਵਧੀਆ ਸਰਕੇ, ਪਰ ਹੁਣ ਤੁਸੀਂ ਇਹ ਦੇਖੋ ਕਿ ਕੀ ਆਪਾਂ ਇੱਥੇ ਆ ਕੇ ਕਰਾਂਗੇ। ਫਿਰ ਪੁਲਿਸ ਵੀ ਕਿਤੇ ਨਾ ਕਿਤੇ ਮਜਬੂਰ ਹੋ ਜਾਂਦੀ ਆ। ਹੋ ਸਕਦਾ ਫਿਰ ਜਦੋਂ ਮੈਂ ਪਹਿਲਾਂ ਕਹਿੰਦਾ ਹੁੰਦਾ ਵੀ ਆਟੇ ਦੇ ਨਾਲ ਘੁਣ ਵੀ ਜਿਹੜਾ ਪੀ ਹੋ ਜਾਂਦਾ ਆ। ਜਿਹੜੀ ਉਹ ਇੱਕ ਵੀਡੀਓ ਇੱਕ ਚੱਲ ਰਹੀ ਆ ਆਮ, ਜਿਹੜੀ ਨੰਬਰ ਪਲੇਟ ਪਤਾ ਨਹੀਂ ਲੰਬੜਦਾਰ ਕਿ ਸੂਬੇਦਾਰ ਉਹ ਕਾਲੇ ਰੰਗ ਦੀ ਗੱਡੀ ਆ। ਤੁਸੀਂ ਦੇਖੋ ਵੀ ਇੰਨਾ ਤਾਂ ਗੱਡੀ ਦੇ ਵਿੱਚੋਂ ਧੂਆਂ ਉਦੋਂ ਨਹੀਂ ਨਿਕਲਦਾ ਜਦੋਂ ਉਹਨੂੰ ਅੱਗ ਲੱਗ ਜਾਂਦੀ ਆ। ਉਸ ਇਨਸਾਨ ਨੇ ਟਾਇਰਾਂ ਦੇ ਨਾਲ ਹੀ ਧੂਆਂ ਕੱਢ ਦਿੱਤਾ, ਤੇ ਔਰ ਉਸ ਬੰਦੇ ਨੇ ਉਹ ਜਿਸ ਪਲਾਜ਼ੇ ਦੇ ਵਿੱਚ ਵੀ ਸੀ ਉਸ ਪਲਾਜ਼ੇ ਦੀ ਪ੍ਰਾਪਰਟੀ ਦਾ ਨੁਕਸਾਨ ਜਿਹੜਾ ਕੀਤਾ। ਔਰ ਉਹ ਜਿਹੜੀਆਂ ਲਾਈਨਾਂ ਉਹਨੇ ਇੰਨੀਆਂ ਗੂੜੀਆਂ ਬਣਾਤੀਆਂ ਕਿ ਬਕਾਇਦਾ ਦੁਬਾਰਾ ਉਹਦੇ ਉੱਤੇ ਕੰਕਰੀਟ ਜਿਹੜੀ ਆ ਲੁੱਕ ਪਾਉਣ ਤੋਂ ਬਾਅਦ ਹੀ ਉਹ ਲਾਈਨਾਂ ਜਿਹੜੀਆਂ ਉਹ ਮਿਟਣਗੀਆਂ। ਸੋ ਇਹੋ ਜਿਹੇ ਇਨਸਾਨਾਂ ਨੂੰ ਵੀ ਮੈਂ ਕਹਿੰਦਾ ਜਨਤਕ ਤੌਰ ਦੇ ਉੱਤੇ ਇਹਨਾਂ ਦੇ ਨਾਂ ਜਿਹੜੇ ਆ ਉਹ ਯਾਰ ਕਰਕੇ ਜਿਹੜਾ ਇਹਨਾਂ ਨੂੰ ਡਿਪੋਰਟ ਕੀਤਾ ਜਾਣਾ ਚਾਹੀਦਾ। ਬਿਲਕੁਲ। ਔਰ ਬਣਦੀ ਸਜ਼ਾ ਜਿਹੜੀ ਆ ਉਹਨਾਂ ਨੂੰ ਕੱਟਣੀ ਚਾਹੀਦੀ ਆ, ਕਟਾਉਣੀ ਚਾਹੀਦੀ ਆ। ਪਿਛਲੇ ਦਿਨਾਂ ਦੇ ਵਿੱਚ ਆਪਾਂ ਨੂੰ ਯਾਦ ਆ ਕਿ ਕਸਰੀ ਦੇ ਵਿੱਚ ਲੜਾਈ ਹੋਈ ਸੀ ਜੇ ਡਾਂਗਾਂ ਡੰਡੇ ਲੈ ਕੇ ਨੱਠਦੇ ਸੀ। ਹੁਣ 3 ਜਣੇ ਜਿਹੜੇ ਜੀ ਉਹਨਾਂ ਦੇ ਵਿੱਚੋਂ ਡਿਪੋਰਟ ਕਰ ਦਿੱਤੇ ਆ। ਕੁਛ ਇੱਕ ਨੂੰ ਤਾਂ ਖੜੇ ਪੈਰ ਜਿਹੜਾ ਡਿਪੋਰਟ ਕਰ ਦਿੱਤਾ ਗਿਆ ਸੀ ਔਨ ਦਾ ਸਪੌਟ। ਜਦੋਂ ਕੋਈ ਬਹੁਤ ਜ਼ਿਆਦਾ ਡੇਂਜਰਸ ਬੰਦਾ ਹੁੰਦਾ ਨਾ, ਉਹਨੂੰ ਔਨ ਦਾ ਸਪੌਟ ਮੰਗਾ ਭਾਜੀ ਕਹਿੰਦੇ ਆ ਕਿ ਯੂ ਆਰ ਡਿਪੋਰਟਡ, ਤੁਸੀਂ ਕਿਤੇ ਜਾਣਾ ਨਹੀਂਗਾ, ਇੱਥੇ ਤੱਕ ਕਿ ਤੁਹਾਨੂੰ ਕਿਸੇ ਚੀਜ਼ ਨੂੰ ਹੱਥ ਨਹੀਂ ਲਾਉਣ ਦੇਣਾ। ਉਹਨੂੰ ਕੈਨੇਡੀਅਨ ਨੇ ਉੱਥੋਂ ਸਿੱਧਾ 에ਅਰਪੋਰਟ ਤੋਂ ਥੋੜੀ ਜਿਹਾ ਇੱਕ ਪੇਪਰ ਵਰਕ ਹੁੰਦਾ, ਤਾਂ ਜਿਹੜੀ ਵੀ ਪਹਿਲੀ ਫਲਾਈਟ ਜਾਂਦੀ ਆ ਨਾ ਉਹਦੇ ਵਿੱਚ ਸਿੱਧਾ ਉੱਥੇ। ਪਰ ਤੁਸੀਂ ਇਹ ਦੇਖੋ ਕਿ ਜਿੱਥੇ ਐਡਾ ਮਾੜਾ ਸਮਨ ਚੱਲਣ ਡਿਆ ਆ ਕਿ ਲੋਕਾਂ ਨੂੰ ਬੋਡੀਆਂ ਨਸੀਬ ਨਹੀਂ ਹੋ ਰਹੀਆਂ, ਜਦੋਂ ਕੋਈ ਬੰਦਾ ਮਰ ਜਾਂਦਾ ਬੋਡੀ ਬੈਕ ਹੋਮ ਨਹੀਂ ਜਾ ਰਹੀ, ਤੇ ਗਵਰਨਮੈਂਟ ਜਾਂ ਸਾਡੀ ਪੁਲਿਸ ਕਿੰਨੀ ਕੁ ਮਜਬੂਰ ਹੋਵੇਗੀ ਕਿ ਜਿਨ੍ਹਾਂ ਨੂੰ ਇਦਾਂ ਦੇ ਦੌਰ ਵਿੱਚ ਵੀ ਡਿਪੋਰਟ ਕਰਨਾ ਪਿਆ ਮੰਗਾ ਭਾਜੀ। ਬਿਲਕੁਲ ਜੀ, ਕਿਉਂਕਿ ਉਸ ਵੀਡੀਓ ਦੇ ਥੱਲੇ ਇੱਕ ਵੀਰ ਦਾ ਇੱਕ ਕਮੈਂਟ ਲਿਖਿਆ ਸੀ, ਉਹ ਮੈਨੂੰ ਬਹੁਤ ਹੀ ਵਧੀਆ ਲੱਗਾ। ਲਿਖਿਆ ਉਹਨੇ ਲਿਖਿਆ ਕਿ ਇਹੋ ਜਿਹੇ ਇਨਸਾਨਾਂ ਕਰਕੇ ਬਾਹਰਲੇ ਮੁਲਕਾਂ ਦੇ ਵਿੱਚ ਜਿਹੜੀ ਪੰਜਾਬੀਅਤ ਆ ਉਹ ਬਦਨਾਮ ਹੁੰਦੀ ਆ। ਔਰ ਦੇਖੋ ਵਾਕਿਆ ਹੀ ਉਹਨੇ ਕਿਸੇ ਨੂੰ ਟਾਰਗੇਟ ਨਹੀਂ ਕੀਤਾ। ਕੋਈ ਜਿਹੜਾ ਆਮ ਰੌਲਾ ਪਾਉਂਦੇ ਹੁੰਦੇ ਜੀ ਸਾਨੂੰ ਇੰਟਰਨੈਸ਼ਨਲ ਸਟੂਡੈਂਟ ਕਹਿਤਾ, ਸਾਨੂੰ ਫਲਾਨਾ ਕਹਿਤਾ, ਉਹਨੇ ਵਾਕਿਆ ਕਹਿਤਾ ਕਿ ਇਹੋ ਜਿਹੇ ਇਨਸਾਨਾਂ ਦੇ ਕਰਕੇ, ਇਹੋ ਜਿਹੇ ਬੰਦਿਆਂ ਦਾ ਕਰਕੇ। ਔਰ ਫਿਰ ਦੇਖੋ ਕਿ ਤੁਹਾਡੀ ਕਿੱਡੀ ਖੂਬੀ ਆ ਕਿ ਤੁਸੀਂ ਆਪਣੀਆਂ ਨੰਬਰ ਪਲੇਟਾਂ ਦੀ ਪਛਾਣ ਛੱਡ ਕੇ ਇਹ ਕਰਤੂਤਾਂ ਜਿਹੜੀਆਂ ਆ ਜੌਹਲ ਸਾਹਿਬ ਕਰ ਰਹੇ ਆ। ਬਿਲਕੁਲ ਜਿਹੜੀ ਆ ਜੀ ਅਤੀ ਨਿੰਦਣਯੋਗ ਜਿਹੜੀ ਆ ਉਹ ਘਟਨਾ ਆ। ਔਰ ਕਹਿ ਲਓ ਵੀ ਕੋਈ ਸ਼ਬਦ ਵੀ ਜਿਹੜੇ ਆ ਉਹ ਥੋੜੇ ਪੈ ਜਾਂਦੇ ਆ। ਮੰਗਾ ਭਾਜੀ ਇੱਕ ਗੱਲ ਮੈਨੂੰ ਹੋਰ ਸਮਝ ਨਹੀਂ ਆ ਰਹੀ ਕਿ ਪਿੱਛੇ ਤਾਂ ਲਖਾਉਣਾ ਆ ਭਗਤ ਸਿੰਘ, ਤੇ ਬੀੜੀ ਫੜ ਕੇ ਮੂੰਹ 'ਚ ਫੋਟੋ ਪਾਉਣੀ ਆ। ਫਿਰ ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਮੇਰੇ ਬੇਬੇ ਤੇ ਬਾਪੂ, ਉਹ ਮੇਰੇ ਬੇਬੇ ਬਾਪੂ ਤਾਂ ਬਹੁਤ ਚੰਗੇ ਆ, ਤੁਸੀਂ ਕਿਹੜੇ ਰਾਹ ਤੇ ਤੁਰੇ ਹੋਏ ਆ। ਬਿਲਕੁਲ ਜੀ, ਘੱਟ ਤੋਂ ਘੱਟ $1000 ਦੇ ਟਾਇਰਾਂ ਦਾ ਤੁਸੀਂ ਉੱਥੇ ਚਗਿਆੜੇ ਕੱਢਦੇ ਤੇ 1 ਸੈਕਿੰਡ ਦੇ ਵਿੱਚ। ਦੂਜੀ ਚੀਜ਼ ਆ ਕਿ 2 ਹੋਰ ਉਹਦੇ ਨਾਲ ਜਿਹੜੇ ਸਟੂਡੈਂਟ ਨੇ ਖੜੇ ਆ, ਉਹਨੂੰ ਕਹਿ ਰਹੇ ਆ ਕਿ ਨਾ ਕਰ, ਪਰ ਉਹ ਪੇ ਦਾ ਪੁੱਤ ਸਾਡੇ ਨਹੀਂ ਆ। ਪਰ ਉੱਥੋਂ ਪਤਾ ਲੱਗਦਾ ਹੈ ਕਿ ਮਾਂ-ਬਾਪ ਵੱਲੋਂ ਜਿਹੜੀ ਉਹ ਹਰਾਮ ਦੀ ਕੀਤੀ ਹੋਈ ਕਮਾਈ ਆ, ਜਿਹੜੀ ਇੱਥੇ ਨੂੰ ਉਹ ਭੇਜਦੇ ਆ, ਰਾਈਟ। ਉੱਥੇ ਗਰੀਬ ਲੋਕਾਂ ਦੀ ਜਿਹੜੀ ਖੂਨ ਨੂੰ ਚੂਸ ਕੇ ਜਿਹੜੀ ਕੀਤੀ ਹੋਈ ਕਮਾਈ ਆ, ਰਾਈਟ, ਇਹ ਉਹ ਭੇਜੀ ਜਾਂਦੀ ਹੈ ਇੱਥੇ ਨੂੰ, ਤੇ ਉਹਦੀ ਫਿਰ ਦੁਰਵਰਤੋਂ ਇਹ ਧੂਆਂ ਦੇ ਵਿੱਚ ਅੜਾਈ ਜਾਂਦੀ ਆ, ਇਹ ਇਦਾਂ ਨਸ਼ਿਆਂ ਦੇ ਵਿੱਚ ਜਿਹੜੀ ਅੜਾਈ ਜਾਂਦੀ ਆ। ਤਾਂ ਹੀ ਕਹਿੰਦੇ ਆ ਸਵਰਗ ਨਰਕ ਇੱਥੇ ਹੀ ਆ, ਚੰਗਾ ਮਾੜਾ ਸਮਾਂ ਇੱਥੇ ਹੀ ਆ, ਇੱਥੇ ਹੀ ਅਮਲਾਂ ਦੇ ਹੋਣੇ ਨਵੇੜੇ, ਜਾਤ ਕਿਸੇ ਪੁੱਛਣੀ ਨਹੀਂ, ਇੱਥੇ ਸਾਰਾ ਕੁਝ ਜਿਹੜਾ ਜੀ ਪਤਾ ਲੱਗ ਜਾਂਦਾ। ਬਿਲਕੁਲ ਜੀ, ਸਭ ਕੁਝ ਇੱਥੇ ਹੋ ਜਾਣਾ। ਔਰ ਦੂਸਰੇ ਬੰਨੇ ਮੰਗਾ ਭਾਜੀ ਪਿਛਲੇ ਤਕਰੀਬਨ 1-2 ਵੀਕਾਂ ਹੋਈਆਂ ਲਗਾਤਾਰ, ਜਿੱਥੇ ਅਸੀਂ ਹਮੇਸ਼ਾ ਹੀ ਕਹਿੰਦੇ ਆ ਕਿ ਕੁਝ ਸਟੂਡੈਂਟ ਜਿਹੜੇ ਆ ਬੱਚੇ ਉਹ ਮਾੜੇ ਹੋ ਸਕਦੇ, ਸਾਰੇ ਸਟੂਡੈਂਟ ਮਾੜੇ ਨਹੀਂ, ਸਾਰੇ ਬੱਚੀਆਂ ਮਾੜੇ ਨਹੀਂ, ਪਰ ਡਰਾਈਵਿੰਗ ਜਿਹੜੀ ਆ ਬਰੰਪਟਨ ਦੇ ਵਿੱਚ
ਮੇਰਾ ਖਿਆਲ ਆ ਕਿ ਮੈਂ ਦਾਅਵੇ ਨਾਲ ਇਹ ਗੱਲ ਕਹਿ ਸਕਦਾ ਕਿ ਬਰੰਪਟਨ ਦੇ ਵਿੱਚ ਜਿੰਨੀ ਕਿ ਡਰਾਈਵਿੰਗ ਇਸ ਵੇਲੇ ਮਾੜੀ ਆ ਕੈਨੇਡਾ ਦੇ ਕਿਸੇ ਸੂਬੇ 'ਚ ਨਹੀਂ ਹੋਣੀ। ਤੁਸੀਂ ਕਿਸੇ ਵੀ ਰੋਡ ਤੇ ਜਾਵੋ, ਕੈਨੇਡਾ ਦੇ ਕੀ ਜੀ ਇੱਕ ਕਾਲ ਆ, ਆਪਾਂ ਕਾਲ ਪਹਿਲਾਂ ਲੈ ਲਈ, ਆਉਂਦੀ ਹੈ ਕਰਦੀ ਹੈ। ਨਾਰਥ ਅਮਰੀਕਾ ਦੇ ਵਿੱਚ ਸਭ ਤੋਂ ਵਰਸ ਡਰਾਈਵਰ ਮੈਂ ਆਲਰੇਡੀ ਡਿਕਲੇਅਰ ਜਿਹੜੇ ਆ ਕਰ ਚੁੱਕੇ, ਕਿਉਂਕਿ ਮੈਂ ਨਾਰਥ ਅਮਰੀਕਾ ਦਾ ਕੋਨਾ ਘੁੰਮਿਆ, ਸਾਰੀ ਜਗ੍ਹਾ ਮੈਂ ਦੇਖਿਆ ਕਿਵੇਂ ਦੇ ਆ। ਅਮਰੀਕਾ ਦੇ ਵਿੱਚ ਮੈਕਸੀਕੋ ਦੇ ਵਿੱਚ, ਚਲੋ ਮੈਕਸੀਕੋ ਦਾ ਟੋਟਲੀ ਥੋੜਾ ਡਿਫਰੈਂਟ ਹੋ ਜਾਂਦਾ ਹੈ। ਕੈਨੇਡਾ ਅਮਰੀਕਾ ਦੇ ਵਿੱਚੋਂ ਸਭ ਤੋਂ ਵਰਸ ਡਰਾਈਵਰ ਜਿਹੜੇ GTA ਦੇ ਵਿੱਚ ਆ, ਤੇ GTA ਦੇ ਵਿੱਚੋਂ ਇਸ ਵੇਲੇ ਸਭ ਤੋਂ ਡੇਂਜਰਸ ਡਰਾਈਵਰ ਜਿਹੜੇ ਉਹ ਬਰੈਂਪਟਨ ਦੇ ਵਿੱਚ ਜਿਹੜੇ ਆ ਜੀ ਉਹ ਹਨ। ਗਿਆਨ ਸਿੰਘ ਜੀ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਜੀ, ਜੀ ਆਇਆਂ ਨੂੰ। ਤੁਹਾਡਾ ਪਿਆਰੇ ਗੁਰਪਿਆਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ। ਸਾਦਤ ਹਸੈਨ ਮਿੰਟੋ ਇੱਕ ਉਰਦੂ ਦੇ ਬੜੇ ਮਸ਼ਹੂਰ ਸ਼ਾਇਰ ਹੋਏ ਨੇ। ਬਿਲਕੁਲ ਜੀ। ਉਹਨਾਂ ਨੇ ਲਿਖਿਆ ਕਿ ਇਹ ਮਤ ਕਹੋ ਕਿ ਕੋਈ ਹਿੰਦੂ ਮਰ ਗਿਆ, ਇਹ ਮਤ ਕਹੋ ਕਿ ਕੋਈ ਮੁਸਲਮਾਨ ਮਰ ਗਿਆ, ਹਾਂਜੀ, ਇਹ ਮਤ ਕਹੋ ਕਿ ਕੋਈ ਸਿੱਖ ਮਰ ਗਿਆ, ਬਲਕਿ ਇਹ ਕਹੋ ਕਿ ਇੱਕ ਇਨਸਾਨ ਮਰ ਗਿਆ। ਇੱਕ ਇਨਸਾਨ ਮਰ ਗਿਆ, ਸਹੀ ਗੱਲ ਆ ਜੀ। ਬੜੇ ਦੁੱਖ ਵਾਲੀ ਗੱਲ ਆ ਜਿਹੜੀ ਤੁਸੀਂ ਦੱਸ ਰਹੇ ਆ। ਮੈਂ ਬੜਾ ਹੈਰਾਨ ਆ ਕਿ ਦੁਨੀਆ ਪਤਾ ਨਹੀਂ ਕਿਹੜੇ ਪਾਸੇ ਨੂੰ ਜਾ ਰਹੀ ਆ, ਕਿੱਥੋਂ ਕਤਲੋਗਾਰ ਤੇ ਪਤਾ ਨਹੀਂ ਸ਼ੁਰੂ ਹੋਈ ਆ, ਕਿੱਥੇ ਖਤਮ ਹੋ ਗਈ ਜਾ ਕੇ। ਬਿਲਕੁਲ ਜੀ, ਹਾਂਜੀ। ਅਸੀਂ ਆਪਣੀਆਂ ਆਦਤਾਂ ਛੱਡੀਆਂ ਨਹੀਂ, ਪਿੱਛੋਂ ਆ ਕੇ ਪਿਛੜੀਆਂ ਵੀ। ਸਹੀ ਗੱਲ ਆ ਜੀ, ਕਿਉਂਕਿ ਇਹ 62 ਈਅਰ 올ਡ ਸਗੇ ਇੱਥੇ ਮਾਲਟਨ ਸ਼ਹਿਰ ਜਿਹੜਾ ਆ, ਬਿਲਕੁਲ ਜਿੱਥੇ ਆਪਾਂ ਮਿਲੇ ਸੀ ਰੈਸਟੋਰੈਂਟ ਦੇ ਵਿੱਚ, ਉੱਥੋਂ ਬਿਲਕੁਲ ਕੋਈ 10 ਮਿੰਟ ਦੀ ਡਰਾਈਵ ਦੇ ਉੱਪਰ ਆ। ਸੋ ਉੱਥੇ ਸੇ ਪਤਾ ਨਹੀਂ ਹੁਣ ਜਿਹੜੀ ਗਿਆਨ ਸਿੰਘ ਜੀ ਦੇ ਪਿੱਛੋਂ ਕੀ ਨਿਕਲਣਾ ਆ, ਬਈ ਪੁਲਿਸ ਨੂੰ ਕਾਲ ਕਿਵੇਂ ਗਈ ਆ, ਕਿੰਨਾ ਖਤਰਨਾਕ ਦੱਸਿਆ ਗਿਆ ਉਹਨਾਂ ਨੂੰ, ਕੀ ਗੱਲ ਕਹੀ ਗਈ ਆ, ਜਿਹੜਾ ਪੁਲਿਸ ਨੇ ਆਉਂਦਿਆਂ ਸਾਰੀ ਡੋਰ ਨੂੰ ਨੌਕ ਕਰਦਿਆਂ ਸਾਰੀਆਂ ਗੋਲੀਆਂ ਚਲਾਉਣੀਆਂ ਜਿਹੜੀਆਂ ਉਹ ਸ਼ੁਰੂ ਕਰ ਦਿੱਤੀਆਂ ਜੀ। ਹਾਂਜੀ, ਸੋ ਇਹ ਗੱਲਾਂ ਤਾਂ ਜਦੋਂ ਖੰਗਾਲਾਂਗੇ ਫਿਰ ਤਾਂ ਲੱਗੂਗੀ। ਹਾਂਜੀ, ਬਿਲਕੁਲ, ਮੈਂ ਤੁਹਾਨੂੰ ਇੱਕ ਹਾਸੇ ਦੀ, ਚਲੋ ਆਪਾਂ ਇਸ ਮਾਹੌਲ ਚੋਂ ਨਿਕਲਦੇ ਆ। ਬਿਲਕੁਲ ਬਿਲਕੁਲ ਜੀ। ਇੱਕ ਹਾਸੇ ਦੀ ਮੈਂ ਤੁਹਾਨੂੰ ਗੱਲ ਸੁਣਾਉਣਾ। ਬਜ਼ੁਰਗ ਦੱਸਦੇ ਹੁੰਦੇ ਸੀਗੇ ਤੇ ਸਾਨੂੰ 8ਵੀਂ ਦੇ ਵਿੱਚ ਇੱਕ ਸਵਾਲ ਆਇਆ ਕਿ ਬੇਰੀ ਦੇ ਉੱਪਰ 10 5 7 ਲਾਈਨਾਂ ਲਿਖੋ। ਕੈਨੇਡਾ ਵਾਲੀ ਬੇਰੀ ਦੀ, ਆਸਟ੍ਰੇਲੀਆ ਵਾਲੀ ਬਲੂਬੇਰੀ ਦੀ, ਇੰਡੀਆ ਚ ਬੇਰੀ ਹੁੰਦੀ ਆ। ਅੱਛਾ ਜੀ, ਉਹਦੀ ਬੇਰੀ ਆਪਾਂ ਬੇਰੀ ਨੂੰ ਬੇਰ ਲੱਗਦੇ। ਹਾਂਜੀ ਹਾਂਜੀ, ਬੇਰ ਲੱਗਦੇ। ਹਾਂਜੀ, ਉਹ ਕਹਿੰਦੇ ਵੀ ਮੈਂ ਲਿਖਿਆ ਤੇ 3 ਲੈਂਗੁਏਜ ਆਉਣਗੀਆਂ ਦੇ ਵਿੱਚ। ਬੇਰੀ ਹੇਠ ਨਿਸ਼ਸਤਾ ਬੂਦਮ। ਨਿਸ਼ਸਤਾ ਬੂਦਮ ਤੁਸੀਂ ਸਮਝਦੇ ਹੋ? ਇਹ ਸੰਸਕ੍ਰਿਤ ਆ ਮੈਨੂੰ ਲੱਗਦੀ, ਜਿੱਥੇ ਤੱਕ ਮੈਨੂੰ। ਹਾਂਜੀ, ਨਹੀਂ, ਫਾਰਸੀ ਵਾਲੀ ਪਰਸ਼ੀ ਨੇ। ਅੱਛਾ, ਪਰਸ਼ੀਆਂ ਨੇ। ਹਾਂਜੀ, ਬੇਰੀ ਹੇਠ ਨਿਸ਼ਸਤਾ ਬੂਦਮ ਇੱਟ ਜੋ ਆਈ ਕਵੇਦੀ। ਕਹਿੰਦਾ ਮੈਂ ਬੇਰੀ ਦੇ ਥੱਲੇ ਬੈਠਾ ਸੀ, ਉੱਪਰੋਂ ਘੁੰਮਦੀ ਇੱਕ ਇੱਟ ਆਈ। ਬੇਰੀ ਹੇਠ ਨਿਸ਼ਸਤਾ ਬੂਦਮ ਇੱਟ ਜੋ ਆਈ ਕਵੇਦੀ। ਇਫ ਆਈ ਹੈਡ ਪਰੇ ਨਾ ਕਰਦਾ ਤੇ ਟੋਟਰ ਵਿੱਚ ਲਗੇਂਦੀ। ਇਫ ਆਈ ਹੈਡ ਪਰੇ ਨਾ ਕਰਦਾ। ਜੌਲ ਸਾਹਿਬ ਦੇਖੋ ਸਾਰੀਆਂ ਚੀਜ਼ਾਂ ਜਿਹੜੀਆਂ ਆ ਇਹ ਕਹਿ ਲਓ ਉਹਨਾਂ ਨੇ ਮਿਕਸ ਕਰ ਦਿੱਤੀਆਂ। ਇਫ ਆਈ ਹੈਡ ਪਰੇ ਨਾ ਕਰਦਾ ਟੋਟਰ ਵਿੱਚ ਪੜੇਂਦੀ। ਟੋਟਰ ਵਿੱਚ ਲਗੇਂਦੀ। ਅੱਛਾ, ਟੋਟਰ ਵਿੱਚ ਲਗੇਂਦੀ। ਟੋਟਰ ਕਿਹੜਾ ਹਿੱਸਾ ਹੁੰਦਾ ਬੋਡੀ ਦਾ? ਹਾਂਜੀ, ਟੋਟਰ ਜਿਹੜਾ ਸਿਰ ਦਾ ਬਿਲਕੁਲ ਜਿਹੜਾ ਵਿਚਾਲਾ ਆ ਨਾ ਜੀ। ਹਾਂ ਜੀ, ਸਹੀ ਗੱਲ ਆ। ਕਿੰਨੀਆਂ ਲੈਂਗੁਏਜ। ਧੰਨਵਾਦ ਜੀ, ਧੰਨਵਾਦ ਗਿਆਨ ਸਿੰਘ ਜੀ। ਬਿਲਕੁਲ ਜੀ, ਧੰਨਵਾਦ। ਥੈਂਕ ਯੂ ਸਰ। ਉਹਨਾਂ ਦੇ ਕਹਿਣ ਦਾ ਮਤਲਬ ਦੇਖੋ ਕਿ ਉਹਨਾਂ ਨੇ ਇੱਕ ਗੱਲ ਦੇ ਵਿੱਚ ਕਿੰਨੀਆਂ ਜਿਹੜੀਆਂ ਲੈਂਗੁਏਜ ਜੌਲ ਸਾਹਿਬ ਪਰੋਤੀਆਂ। ਔਰ ਕਹਿਣ ਦਾ ਮਤਲਬ ਵਾਕਿਆ ਹੀ ਜਦੋਂ ਕਿਸੇ ਦੀ ਡੈਥ ਹੁੰਦੀ ਆ ਨਾ, ਇਹ ਹਿੰਦੂ ਮੁਸਲਿਮ ਸਿੱਖ ਈਸਾਈ ਇਹ ਤਾਂ ਅਸੀਂ ਬਣਾਏ ਆ। ਬਿਲਕੁਲ ਜੀ, ਬਹੁਤ ਪਿਆਰੀ ਗੱਲ ਸੀ ਇਹਨਾਂ ਦੀ। ਇਨਸਾਨ ਮਰਦਾ, ਬਿਲਕੁਲ ਇੱਕ ਇਨਸਾਨੀਅਤ। ਬਿਲਕੁਲ, ਜਦੋਂ ਤੁਸੀਂ ਇਹ ਦੇਖੋ ਕਿ ਕੋਈ ਧਰਮ ਦਾ ਬੰਦਾ ਕੋਈ ਗਲਤ ਕੰਮ ਕਰਦਾ ਆ, ਉਹ ਧਰਮ ਤਾਂ ਹੁੰਦਾ ਪਰ ਇਨਸਾਨੀਅਤ ਹਮੇਸ਼ਾ ਸ਼ਰਮਸਾਰ ਹੁੰਦੀ ਹੈ। ਮੰਗਾ ਭਾਜੀ ਉਹੀ ਹੈ ਨਾ, ਜਿਸ ਤਰ੍ਹਾਂ ਜਦੋਂ ਮਾਲਟਨ ਦੇ ਵਿੱਚ ਜੋ ਕੁਝ ਹੋਇਆ, ਦੇਖੋ ਇਨਸਾਨ ਇੱਕ ਇਸ ਜਹਾਨ ਨੂੰ ਛੱਡ ਕੇ ਚਲਾ ਗਿਆ। ਚਲੋ ਕੱਲ ਨੂੰ ਪਤਾ ਲੱਗੇਗਾ, ਪਰਸੋਂ ਨੂੰ ਪਤਾ ਲੱਗੇਗਾ, ਕੋਰਟਾਂ 'ਚ ਜਦੋਂ ਗੱਲਾਂ ਬਾਤਾਂ ਹੋਣਗੀਆਂ, ਪੁਲਿਸ ਅਫਸਰ ਨੂੰ ਉਹ ਭੁਗਤਣਾ ਪਵੇਗਾ, ਡੇਟਾਂ ਪੈਣਗੀਆਂ, ਕਿੱਦਾਂ ਹੋਈ, ਕਿਹੜੀ ਮਜਬੂਰੀ ਦੇ ਵਿੱਚ ਉਹਨੇ ਗੋਲੀ ਚਲਾਈ ਹੈ, ਇਹ ਤਾਂ ਬਾਅਦ ਦੀਆਂ ਗੱਲਾਂ ਆ। ਪਰ ਜਿਹੜੀਆਂ
ਬੰਦਿਆਂ ਨੂੰ ਕੁਝ ਪਤਾ ਹੀ ਨਹੀਂ ਕਿ ਇਨਸਾਨ ਕਿੱਦਾਂ ਦਾ ਸੀ, ਕਿੱਦਾਂ ਇਹ ਮਰਿਆ, ਪੁਲਿਸ ਅਫਸਰ ਨੇ ਗੋਲੀ ਕਿਉਂ ਚਲਾਈ ਆ, ਉਹ ਜਾ ਕੇ ਗੱਡੀਆਂ ਦੇ ਮੋਹਰੇ ਪੈਣ ਡਿਆ ਉਹ ਟ੍ਰੇਨ ਨੂੰ ਰੋਕਣ ਡਿਆ ਜੀ ਰਾਤਾਂ ਨੂੰ। ਉਹ ਭਾਈ ਸਾਹਿਬ ਤੁਸੀਂ ਟ੍ਰੇਨਾਂ ਰੋਕ ਕੇ ਕੀ ਸਾਬਤ ਕਰਨਾ ਚਾਹੁੰਦੇ ਆ ਕਿ ਉਹ ਜਾਣ ਵਾਲਾ ਤਾਂ ਚਲ ਕਿਤੋਂ ਹੁਣ ਵਾਪਸ ਆਉਣਾ। ਗੱਡੀਆਂ ਭੰਨਣ ਡਿਆ ਟਰੱਕ ਤੁਸੀਂ ਭੰਨਣ ਡਿਆ ਲੋਕਾਂ ਦੇ ਘਰਾਂ ਦਾ ਨੁਕਸਾਨ ਕਰਨ ਡਿਆ ਇੱਕ ਤਾਂ ਲੋਕਾਂ ਕੋਲ ਇਸ ਵੇਲੇ ਪਹਿਲਾਂ ਜੋਬਾਂ ਹੈ ਨਹੀਂ ਗੀਆਂ, ਦੂਜਾ ਤੁਸੀਂ ਲੋਕਾਂ ਦਾ ਉਲਟਾ ਨੁਕਸਾਨ ਕਰਨ ਡਿਆ ਇਹ ਫਿਰ ਦੇਖੋ ਮੰਗਾ ਭਾਜੀ, ਮੈਂ ਇੱਕ ਗੱਲ ਕੱਲ ਵੀ ਪਰਸੋਂ ਵੀ ਅਸੀਂ ਸਾਂਝੀ ਕੀਤੀ ਸੀ ਕਿ ਸਟੂਡੈਂਟ ਉਹ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਪਲੀਜ਼ ਬੱਸਾਂ ਤੇ ਗੱਡੀਆਂ ਅੱਗੇ ਨਾ ਪਾਓ। ਤੁਹਾਡੇ ਮਾਪਿਆਂ ਨੇ ਤੁਹਾਨੂੰ ਬੜੀਆਂ ਸੁੱਖ ਕੇ ਇਸ ਪਿਆਰੀ ਕੰਟਰੀ ਦੇ ਵਿੱਚ ਭੇਜਿਆ, ਕੰਟਰੀ ਦੇ ਵਿੱਚ ਤਾਂ ਭੇਜਿਆ ਕਿ ਤੁਸੀਂ ਉਹਨਾਂ ਦਾ ਨਾਂ ਰੋਸ਼ਨ ਕਰੋ, ਤੁਸੀਂ ਕੁਝ ਬਣੋ। ਗੱਡੀ ਇੱਕ $500 ਦੀ $600 ਦੀ ਕਿਸ਼ਤ ਦੇ ਕੇ ਤੁਸੀਂ ਜਿਹੜੀ ਮਰਜ਼ੀ ਲੈ ਆਓ, ਪਰ ਪਤਾ ਬਾਅਦ ਚ ਲੱਗਣਾ ਜਿਨ੍ਹਾਂ ਤੇ ਤੁਹਾਨੂੰ ਟਿਕਟਾਂ ਮਿਲਦੀਆਂ ਆ। ਅਗਰ ਕੱਲ ਨੂੰ ਤੁਹਾਡੀ ਵਿਆਹ ਹੁੰਦੇ ਆ, ਕੱਲ ਨੂੰ ਤੁਹਾਡੇ ਬੱਚੇ ਹੁੰਦੇ ਆ, ਤਾਂ ਮੇਰਾ ਨਹੀਂ ਖਿਆਲ ਕਿ 5-10 ਸਾਲਾਂ ਬਾਅਦ ਤੁਸੀਂ ਗੱਡੀ ਚਲਾਉਣ ਵਾਲੇ ਰਹਿਣਾ ਆ। ਜਿਹੜੇ ਤੁਹਾਡੇ ਲੱਛਣ ਆ। ਬਿਲਕੁਲ ਜੀ, ਕਿਉਂਕਿ ਪ੍ਰੋਟੈਸਟ ਦੇਖੋ, ਮੈਂ ਪਹਿਲਾਂ ਵੀ ਕਿਹਾ ਸੀ ਕਿ ਅਮਰੀਕਾ ਦੇ ਵਿੱਚ ਪੁਲਿਸ ਵੱਲੋਂ ਇੱਕ ਬਲੈਕ ਕਮਿਊਨਿਟੀ ਦੇ ਨਾਲ ਸੰਬੰਧਿਤ ਜਾਰਜ ਨੂੰ ਜਿਹੜਾ ਆ ਜੀ ਉਹ ਮਾਰ ਦਿੱਤਾ ਗਿਆ ਸੀਗਾ। ਉਹ ਤੋਂ ਬਾਅਦ ਜਿਹੜਾ ਪ੍ਰੋਟੈਸਟ ਚੱਲਿਆ, ਪਰ ਉਹਦੇ ਵਿੱਚ ਵੀ ਹੁੱਲੜਬਾਜ਼ ਜਿਹੜੇ ਆ ਉਹ ਆ ਗਏ ਸੀ, ਪਰ ਉਹ ਪ੍ਰੋਟੈਸਟ ਕਿਸੇ ਹੋਰ ਪਾਸੇ ਨੂੰ ਜਿਹੜਾ ਹੈ ਜੀ ਉਹ ਚਲ ਗਿਆ ਸੀਗਾ। ਪਰ ਜਿਹੜੇ ਅਸਲ ਪ੍ਰੋਟੈਸਟਰ ਹੁੰਦੇ ਆ, ਜਿਨ੍ਹਾਂ ਨੂੰ ਅਸਲ ਹਮਦਰਦੀ ਹੁੰਦੀ ਆ, ਜਿਹੜੇ ਸਿਸਟਮ ਨੂੰ ਵਧੀਆ ਬਣਾਉਣਾ ਚਾਹੁੰਦੇ ਆ, ਫੈਮਿਲੀ ਨੂੰ ਇਨਸਾਫ ਦਿਵਾਉਣਾ ਚਾਹੁੰਦੇ ਆ, ਤੁਸੀਂ ਉਹਨਾਂ ਲੋਕਾਂ ਦਾ ਮੋਰਾਲ ਵੀ ਖਤਮ ਕਰ ਦਿੰਦੇ ਹੋ। ਮੰਗਾਪਾ ਜੀ ਦੇਖੋ, ਇੱਕ ਬੜੀ ਸਿੰਪਲ ਗੱਲ ਆ, ਜਦੋਂ ਵੀ ਕਿਤੇ ਪ੍ਰੋਟੈਸਟ ਹੁੰਦਾ ਨਾ, ਪ੍ਰੋਪਰ ਤੁਸੀਂ ਇੱਥੇ ਦੀ ਗਵਰਨਮੈਂਟ ਨਾਲ ਗੱਲਬਾਤ ਹੁੰਦੀ ਆ, ਪੁਲਿਸ ਤੁਹਾਨੂੰ ਟਾਈਮ ਦਿੰਦੀ ਆ, ਪੁਲਿਸ ਤੁਹਾਨੂੰ ਇੱਕ ਜਗ੍ਹਾ ਦਿੰਦੀ ਆ ਜਿੱਥੇ ਤੁਸੀਂ ਆਪਣਾ ਰੋਸ ਸਾਂਝਾ ਕਰ ਸਕਦੇ ਆ। ਪਰ ਪੁਲਿਸ ਤੁਹਾਨੂੰ ਇਦਾਂ ਦੀ ਜਗ੍ਹਾ ਤਾਂ ਕਦੀ ਨਹੀਂ ਦਿੰਦੀ ਕਿ ਰੇਲ ਗੱਡੀਆਂ ਅੱਗੇ ਲੰਮੇ ਪੈ ਜਾਓ। ਤੁਰਿਆ ਜਾਂਦਾ ਹੈ ਕਿ ਟਰੱਕ ਡਰਾਈਵਰ ਆਪਣਾ ਲੋਡ ਉਹਦੀਆਂ ਵਿਚਾਰੇ ਦੀਆਂ ਹੋਸਾਂ ਕੱਢ ਦੋ ਪਿੱਛੋਂ, ਉਹਦੇ ਟਰੱਕ ਦੀ ਹਵਾ ਕੱਢ ਦਿਓ। ਯਾਰ ਇਹ ਕਿੱਥੇ ਦਾ ਇਨਸਾਫ ਆ? ਫਿਰ ਕਹਿਣਾ ਪੁਲਿਸ ਡੰਡਾ ਪਾਉਂਦੀ ਆ। ਪੁਲਿਸ ਨੂੰ ਡੰਡਾ ਪਾਉਣ ਦੇ ਲਈ ਇੱਥੇ ਦੇ ਕੁਝ ਭੱਦਰ ਪੁਰਸ਼ਾਂ ਨੇ ਮਜਬੂਰ ਕਰ ਦਿੱਤਾ ਆ ਮੰਗਾ ਬਾਜੀ। ਸਾਰਿਆਂ ਤੇ ਨਹੀਂ ਮੈਂ ਕਹਿੰਦਾ, ਪਰ ਜਿਹੜੀ ਬੱਸ ਦੇ ਵਿੱਚ ਸਵਾਰੀਆਂ ਬੈਠੀਆਂ ਉਹਦੇ ਉੱਤੇ 5-7 ਬੱਚੇ ਚੜੇ ਹੋਏ ਨੇ। ਕਿਤੇ ਬੱਸ ਮਾੜੀ ਜਿਹੀ ਗਾਮਸ਼ਾਨ ਹੁੰਦੀ ਆ, ਬ੍ਰੇਕ ਲੱਗਦੀ ਆ, ਫਿਰ ਬੱਸ ਵਾਲੇ ਨੂੰ ਧੂਈ ਫਿਰਨਾ ਕਿ ਬੱਸ ਵਾਲੇ ਨੇ ਬ੍ਰੇਕ ਮਾਰ ਦਿੱਤੀ, ਬੱਸ ਵਾਲੇ ਨੇ ਤਾਂ ਤੁਹਾਨੂੰ ਕਿਹਾ ਨਹੀਂ ਉੱਤੇ ਚੜੋ। ਫਿਰ 5-7 ਬੱਚੇ, ਮੈਂ ਦਾਅਵੇ ਨਾਲ ਕਹਿ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੁਲਿਸ ਇਹਨਾਂ ਨੂੰ ਜ਼ਰੂਰ ਚੱਕੇਗੀ ਔਰ ਕੱਢੇਗੀ ਵਿੱਚੋਂ, ਦੇਖ ਲਿਓ। ਬਿਲਕੁਲ, ਕਿਉਂਕਿ ਇੱਥੇ ਪੁਲਿਸ ਵਾਲਿਆਂ ਦੇ ਕੋਲ ਜੌਲ ਸਾਹਿਬ ਤੁਹਾਡੀ ਆਇਡੈਂਟੀਟੀ ਜਿਹੜੀ ਆ, ਪਿਕਚਰ ਆ, ਉਹ ਰਹਿੰਦੀ ਆ। ਅੱਜ ਕੱਲ੍ਹ ਤਾਂ ਇਹ ਸਿਸਟਮ ਹੀ ਇੰਨਾ ਵਧੀਆ ਕਿ ਇਹ ਤੁਹਾਡਾ ਜਿਹੜੀ ਪਿਕਚਰ ਤੋਂ ਆਇਡੈਂਟੀਟੀ ਕੱਢਦੇ ਆ, ਉਹਨੂੰ ਪਾਉਂਦੇ ਆ 1 ਮਿੰਟ 'ਚ ਨਾਂ ਕੱਢ ਦਿੰਦੇ ਆ, ਤੁਹਾਡਾ ਪਤਾ ਕੱਢ ਦਿੰਦੇ ਆ, ਤੁਹਾਡਾ ਸੋਸ਼ਲ ਇੰਸ਼ੋਰੈਂਸ ਨੰਬਰ ਕੱਢ ਦਿੰਦੇ ਆ। ਬਾਰੇ ਸ਼ਾਹ ਨਾ ਕਹਿੰਦੇ ਆਦਤਾਂ ਜਾਂਦੀ ਹੈ ਭਾਵੇਂ ਕੱਟੀ ਆ ਪੋਰੀ ਆ ਜੀ, ਕਿਉਂਕਿ ਆਪਾਂ ਆ ਗਏ ਆ। ਸਾਡੀ ਉਹੀ ਆਦਤ ਆ, ਰੈਲੀਆਂ ਧਰਨੇ। ਔਰ ਦੇਖੋ, ਰੈਲੀਆਂ ਧਰਨੇ ਕਰਨੇ ਮਾੜੀ ਗੱਲ ਨਹੀਂ ਆ, ਹਰੇਕ ਜਿਹੜਾ ਡੈਮੋਕ੍ਰੇਸੀ ਹੈ ਜਿੱਥੇ ਉੱਥੇ ਇਹ ਹੁੰਦੇ ਆ, ਪਰ ਸਾਡੀ ਆਦਤ ਆ ਕਿ ਰੈਲੀਆਂ ਧਰਨਿਆਂ ਦੇ ਵਿੱਚ ਐਂਬੂਲੈਂਸਾਂ ਦੇ ਰਾਹ ਰੋਕਣੇ, ਪਬਲਿਕ ਜਿਹੜੀ ਟ੍ਰਾਂਜ਼ਿਟ ਆ ਉਹਨਾਂ ਦੇ ਰਾਹ ਰੋਕਣੇ, ਆਮ ਪਬਲਿਕ ਨੂੰ ਜਿਹੜਾ ਬੌਦਰ ਕਰਨਾ, ਅਸੀਂ ਉਹਨੂੰ ਧਰਨਾ ਮੰਨਦੇ ਆ ਬਈ ਲੋਕਾਂ ਦਾ, ਕਿਉਂਕਿ ਟਾਈਮ ਖਰਾਬ ਕਰਨਾ। ਹਾਂਜੀ, ਔਰ ਹੁਣ ਉੱਥੇ ਲੋਕ ਗਾਲਾਂ ਕੱਢਣ ਲੱਗ ਪਏ ਸੀ ਉਦਣ। ਔਰ ਦੂਸਰੇ ਦਿਨ ਜਿਹੜੀ ਆ ਗੱਲ ਕਹਿੰਦੇ ਇੱਥੇ ਤੱਕ ਵੱਧ ਗਈ ਸੀ ਕਿ 2 ਕਮਿਊਨਿਟੀਆਂ ਜਿਹੜੀਆਂ ਉਹ ਇੱਕ ਪਾਸੇ ਸੀਆਂ ਤੇ ਇੱਕ ਕਮਿਊਨਿਟੀ ਇੱਕ ਪਾਸੇ ਸੀ ਤੇ ਆਪਸੀ ਕਲੈਸ਼ ਹੋ ਗਿਆ ਸੀ। ਫਿਰ ਤੁਸੀਂ ਇਹ ਦੇਖੋ, ਜਿੱਥੇ ਇੱਕ ਇਨਸਾਨ ਮਰਿਆ ਆ, ਜਿਹੜਾ ਇਨਸਾਨ ਉਹਨਾਂ ਦੇ ਪਰਿਵਾਰ ਬੜਾ ਦੁਖੀ ਹੈ ਇਸ ਵੇਲੇ, ਦੂਸਰੇ ਬੰਨੇ ਹੱਥ 'ਚ ਤੁਸੀਂ ਬੋਤਲਾਂ ਫੜੀਆਂ ਆ, ਇੱਕ ਬੰਨੇ ਬੀਰਾਂ ਫੜ ਕੇ ਲੱਗੇ ਹੋ ਆ, ਇੱਕ ਬੰਨੇ ਦਾਰੂ ਦੀਆਂ ਬੋਤਲਾਂ ਫੜ ਕੇ ਆ, ਉਹਨਾਂ ਨੂੰ ਗਾਲਾਂ ਕੱਢਣ ਡਏ ਹੋ ਆ, ਉਹਨਾਂ ਨੂੰ ਗਾਲਾਂ ਕੱਢਣ ਡਏ ਆ। ਪਤਾ ਨਹੀਂ ਕਿਹੜਾ ਰੋਸ ਹੈ ਇਹਨਾਂ ਨੂੰ। ਬਿਲਕੁਲ, ਤੁਸੀਂ ਬਿਲਕੁਲ ਜੀ, ਜੇ ਤੁਸੀਂ ਰੋਸ ਕਰਨਾ ਸੀਗਾ, ਤੁਸੀਂ ਪਹਿਲਾਂ ਬਕਾਇਦਾ ਉੱਥੇ ਆਲੇ ਦੁਆਲੇ ਉਹਨਾਂ ਦੇ ਜਿਹੜੇ ਆ ਜੀ ਲਾਓ, ਪੇਪਰ ਲਾਓ, ਤੁਸੀਂ ਲੋਕਾਂ ਨੂੰ ਅਵੇਅਰ ਕਰੋ ਕਿ ਪੁਲਿਸ ਨੇ ਇਹ ਕੁਛ ਕੀਤਾ ਆ। ਮੀਡੀਆ ਦੇ ਵਿੱਚ ਜਾਓ, ਸਾਰੇ ਪਾਸੇ ਤੁਸੀਂ ਪਹਿਲਾਂ ਲੋਕਾਂ ਦੇ ਵਿੱਚ ਖਬਰ ਪਹੁੰਚਾਓ, ਲੋਕਾਂ ਦੇ ਉੱਥੇ ਪੇਪਰ ਵੰਡੋ, ਦੱਸੋ, ਔਰ ਫਿਰ ਇੱਕ ਟਾਈਮ ਜਿਹੜਾ ਦੱਸੋ, ਇੱਕ ਜਗ੍ਹਾ ਦੱਸੋ ਵੀ ਅਸੀਂ ਇੱਥੇ ਪ੍ਰੋਟੈਸਟ ਕਰਨਾ ਆ। ਉਹ ਤੋਂ ਬਾਅਦ ਕੋਈ ਵੀ ਬੰਦਾ ਆ ਕੇ ਤੁਹਾਨੂੰ ਗਲਤ ਨਹੀਂ ਬੋਲਦਾ। ਉਹ ਤੇ ਮੰਗਾ ਭਾਜੀ ਜਦੋਂ ਉੱਠਦੇ ਆ ਉਦੋਂ ਹੀ, ਸਵੇਰਾ ਜਦੋਂ ਉੱਠਦੇ ਆ ਉਦੋਂ ਹੀ ਚੱਕ ਕੇ ਰੋਡ ਤੇ ਖੜ ਜਾਂਦੇ ਆ। ਮੋਰਨਿੰਗ ਸਟਾਰ ਬਲੌਕ ਕਰ ਦਿੱਤੀ, ਗੌਰਵੇ ਬਲੌਕ ਕਰ ਦਿੱਤੀ, ਉਹ ਗੈਸ ਸਟੇਸ਼ਨ ਆ ਉੱਥੇ ਜੀ ਇੱਕ ਇੰਡੀਅਨ ਕੁੜੀ ਦਾ, ਉੱਥੋਂ ਚੱਕ ਕੇ ਪੀਣ ਲੱਗ ਪਏ ਕੁਛ। ਖਮਾਨ ਯਾਰ, ਬੀ ਪ੍ਰੋਫੈਸ਼ਨਲ, ਕਿੱਦਾਂ ਦੀ ਵਧੀਆ ਕੰਟਰੀ ਦੇ ਵਿੱਚ ਤੁਸੀਂ ਬੈਠੇ ਆ ਤੇ ਕਿਹੜੀਆਂ ਹਰਕਤਾਂ ਤੁਸੀਂ ਕਰਨ ਡਏ ਹੋ ਆ। ਪਰ ਮੰਗਾ ਭਾਜੀ ਇੱਕ ਮੈਂ ਗੱਲ ਸਾਂਝੀ ਕਰ ਦਿੰਦਾ ਇੱਥੇ, ਮੈਂ ਤਾਂ ਦੋਸਤੋ ਕਹਿ ਰਿਹਾ ਕਿ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਚੱਕਣਾ। G20 ਹੋਇਆ ਸੀ ਮੰਗਾ ਭਾਜੀ ਆਪਣੇ ਟੋਰਾਂਟੋ ਡਾਊਨਟਾਊਨ ਦੇ ਵਿੱਚ, ਮੈਂ ਉਹਦੇ ਵਿੱਚ ਕੰਮ ਕੀਤਾ ਸੀਗਾ। G20 ਦੇ ਵਿੱਚ ਪੁਲਿਸ ਬਹੁਤ ਬੜੀ ਵੱਡੀ ਤਾਦਾਦ ਦੇ ਵਿੱਚ ਸੀਗਾ। ਪੰਜਾਬ ਦਾ ਪੂਰਾ ਮੀਡੀਆ ਇੱਥੇ ਆਇਆ ਹੋਇਆ ਸੀਗਾ, ਬਿਗ ਨੇਮ ਜਿਹੜੇ ਸੀਗੇ ਉਹ ਇੱਥੇ ਆਏ ਹੋਏ ਸੀਗੇ। ਸਾਨੂੰ ਉਹਨਾਂ ਨੂੰ ਲਿਜਾਣ ਦਾ ਮੌਕਾ ਮਿਲਿਆ, ਕਈ ਜਗ੍ਹਾ ਤੇ ਅਸੀਂ ਉਹਨਾਂ ਨੂੰ ਲੈ ਕੇ ਗਏ ਸੀਗੇ। ਉਹਨਾਂ ਦੇ ਨਾਲ ਜਦੋਂ ਮਿਲਣ ਵਰਤਣ ਦਾ ਸਮਾਂ ਮਿਲਿਆ ਤੇ ਕਈ ਜਗ੍ਹਾ ਤੇ ਅਸੀਂ ਉਹਨਾਂ ਨੂੰ ਲੈ ਕੇ ਜਾਂਦੇ ਸੀ, ਤਾਂ ਹੌਲੀ ਹੌਲੀ ਪਰਤਾਂ ਜਦੋਂ ਖੁੱਲ੍ਹਣ ਲੱਗੀਆਂ ਨਾ,
ਪੁਲਿਸ ਅਫਸਰ ਜਿਹੜੇ ਸੀਗੇ ਭਾਜੀ ਜਿੱਥੇ ਪ੍ਰੋਟੈਕਟ ਕਰਦੇ ਸੀ ਲੋਕੀ, ਉਹਨਾਂ ਦੇ ਵਿੱਚ ਵੀ ਸੀਗੇ ਆਮ ਵਰਦੀ ਦੇ ਵਿੱਚ। ਉਹਨਾਂ ਨੇ ਮੁੜ ਕੇ ਕੀ ਕੀਤਾ ਜੀ, ਸਾਰਾ ਕੁਝ ਵਧੀਆ ਹੋ ਗਿਆ, ਥੋੜੀ ਜਿਹੀ ਭੰਨਤੋੜ ਹੋਈ, ਇੱਕ ਦੋ ਗੱਡੀਆਂ ਨੂੰ ਅੱਗ ਲੱਗੀ ਸੀ, ਇੱਕ ਪੁਲਿਸ ਦੀ ਗੱਡੀ ਨੂੰ ਅੱਗ ਲਾਤੀ ਸੀ ਉਹਨੇ ਦਿਨੀ, ਮੈਂ ਬਿਲਕੁਲ ਉੱਥੇ ਸੀਗਾ। ਉਹਨਾਂ ਨੇ ਕੀ ਕੀਤਾ ਜੀ, ਕੁਝ ਨਹੀਂ ਕਿਹਾ। 3-4 ਵੀਕਾਂ ਦਾ ਸਮਾਂ ਹੁੰਦਾ, ਉਹਨਾਂ ਦੇ ਜੋ ਪਿਕਚਰਾਂ ਚੱਕੀਆਂ ਜਿਹੜੇ ਸੀਗੇ, ਕੱਲੇ ਬੰਦੇ ਨੂੰ ਉਹਨੇ ਚੱਕ ਕੇ ਪੁਲਿਸ ਨੇ ਪਹਿਲਾਂ ਠੋਕਿਆ, ਫਿਰ ਉਹਨਾਂ ਨੂੰ ਅਦਾਲਤ ਨੇ ਠੋਕਿਆ, ਬਹੁਤ ਕੁਝ ਭੁਗਤਣਾ ਪਿਆ। ਇਸੇ ਤਰ੍ਹਾਂ ਕੁਛ ਈਅਰ ਅਸੀਂ ਪਿੱਛੇ ਚੱਲ ਜਾਂਦੇ ਹਾਂ ਤਾਂ ਵੈਨਕੂਵਰ ਕਨੈਕਟਸ ਹਾਕੀ ਦੀ ਜਿਹੜੀ ਟੀਮ ਆ, ਉੱਥੇ ਵੀ ਇਦਾਂ ਦਾ ਹੋਇਆ ਸੀ ਕਿ ਸੈਮੀਫਾਈਨਲ ਦੀ ਸ਼ਾਇਦ ਗੇਮ ਸੀ ਤਾਂ ਵੈਨਕੂਵਰ ਕਨੈਕਟਸ ਹਾਰ ਗਈ ਸੀਗੀ, ਬਿਲਕੁਲ ਬੜੀ ਭੰਨਤੋੜ ਹੋਈ ਸੀ, ਬਹੁਤ ਕੁਝ ਹੋਇਆ ਸੀ। ਪੁਲਿਸ ਨੇ ਉਦੋਂ ਵੀ, ਰਾਤ ਹੋਣ ਦੇ ਬਾਵਜੂਦ ਪੁਲਿਸ ਨੇ ਉਦੋਂ ਵੀ ਬੰਦੇ ਕੱਢ ਲਏ ਸੀ। ਸਟੈਨਲੀ ਕੱਪ ਜਿਹੜਾ ਆ ਜੀ, ਉਹ ਫਾਈਨਲ ਦੇ ਵਿੱਚ ਵੈਨਕੂਵਰ ਪਹੁੰਚਿਆ ਸੀ, ਉਹਦੇ ਆਖਰੀ ਗੇਮ ਦੇ ਵਿੱਚ ਬੋਸਟਨ ਜਿਹੜੇ ਆ ਉਹ ਮੇਰੇ ਖਿਆਲ ਦੇ ਵਿੱਚ ਉਹ ਲੈ ਗਏ ਸੀ, ਕਿਉਂਕਿ ਹੱਥਾਂ ਦੇ ਵਿੱਚੋਂ ਕੱਪ ਜਾਂਦਾ ਦੇਖ ਕੇ ਲੋਕ ਜਿਹੜੇ ਆ ਉਹ ਭਾਵੁਕ ਹੋ ਗਏ। ਪਰ ਪੁਲਿਸ ਨੇ ਰਾਤ ਨੂੰ ਵੀ ਦੇਖੋ ਬੰਦੇ ਕੱਢ ਲਏ ਸੀ ਮੰਗਾ ਭਾਜੀ। ਤੇ ਅਸੀਂ ਇਸੇ ਤਰ੍ਹਾਂ ਗੱਲਾਂ ਬਾਤਾਂ ਦਾ ਦੋਸਤੋ ਸਿਲਸਿਲਾ ਜਾਰੀ ਰਹੇਗਾ। ਪਰ ਮਾਲਟਨ ਦੇ ਵਿੱਚ ਜੋ ਕੁਝ ਹੋਇਆ, ਅਗਰ ਕਿਸੇ ਭੈਣ ਭਰਾ ਨੂੰ ਪਤਾ ਹੋਵੇ, ਸਾਡੇ ਤੋਂ ਵੱਧ ਕਿਸੇ ਨੂੰ ਵੀ ਪਤਾ ਹੋਵੇ ਉੱਥੇ ਕੀ ਕੁਝ ਵਾਪਰਿਆ, ਤੇ ਨੰਬਰ ਤੁਹਾਡੀ ਸਕਰੀਨ ਤੇ ਆ ਰਿਹਾ, ਤੁਸੀਂ ਆਪਣੀ ਸਾਂਝ ਸਾਡੇ ਚੈਨਲ ਦੇ ਜਰੀਏ ਪਾ ਸਕਦੇ ਆ। 905790 ਆ ਨੰਬਰ। ਅਸੀਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਪਰ ਬ੍ਰੇਕ ਤੋਂ ਪਹਿਲਾਂ ਜੋਲ ਸਾਹਿਬ ਉਹ ਸਵਾਲ ਪਾ ਕੇ ਜਾਓ। ਸਵਾਲ ਪਾ ਦਿੰਦੇ ਆ ਜੀ, ਲਓ ਫਿਰ, ਕਿਉਂਕਿ ਬ੍ਰੇਕ ਤੋਂ ਵਾਪਸ ਆਉਂਦਿਆਂ ਹੀ ਆਪਾਂ ਉਹਦਾ ਜਵਾਬ ਵੀ ਲਵਾਂਗੇ ਤੇ ਨਾਲ ਹੀ ਬ੍ਰੇਕ ਤੇ ਜਾਣ ਤੋਂ ਪਹਿਲਾਂ ਤੁਹਾਨੂੰ ਇੱਕ ਸਵਾਲ ਪਾ ਕੇ ਜਾਂਦੇ ਆ। ਸਵਾਲ ਇੱਕ ਆਪਾਂ ਤੁਹਾਡੇ ਲਈ ਛੱਡ ਜਾਂਦੇ ਆ ਕਿ ਮੈਂ ਨਾ ਕਿਸੇ ਦੇ ਲੈ ਦਿੰਦਾ, ਭਾਜੀ ਦੇ ਲੈ ਦਿੰਦਾ, ਮੈਂ ਹੀ ਪਾ ਦਿੰਦਾ, ਆਪਾਂ ਕਿਸੇ ਦਾ ਵੀ ਲੈ ਦਿੰਦੇ ਆ ਜੀ। ਕਿ ਸਾਡੇ ਟੀਮ ਦੇ ਜੀ ਅਹਿਮ ਮੈਂਬਰ ਆ ਜੀ ਨੀਲੂ ਸਾਹਿਬ ਦਾ ਨਾਮ ਲੈ ਦਿੰਦੇ ਆ ਜੀ। ਕਿ ਨੀਲੂ ਉਹਨਾਂ ਦੇ ਕੋਲ 6 ਅੰਡੇ ਆ ਜੀ, ਠੀਕ ਆ। ਨੀਲੂ ਉਹਨਾਂ ਦੇ ਕੋਲ 6 ਅੰਡੇ ਆ, 6, ਤੇ ਉਹਨਾਂ ਦੇ ਵਿੱਚੋਂ 2 ਤੋੜ ਦਿੱਤੇ ਆ ਤਾਂ 2 ਕੁੱਕ ਕਰ ਲਏ ਆ, ਠੀਕ ਹੈ ਜੀ। ਹਾਂਜੀ, 2 ਅੰਡੇ ਉਹਨੇ ਭੰਨ ਦਿੱਤੇ ਆ ਤੇ 2 ਅੰਡੇ ਉਹਨੇ ਬਣਾ ਲਏ ਆ ਤੇ 2 ਅੰਡੇ ਉਹਨੇ ਖਾ ਲਏ ਆ। ਤੇ ਹੁਣ ਤੁਸੀਂ ਦੱਸਿਓ ਤਾਂ ਅੰਡੇ ਬਚਦੇ ਕਿੰਨੇ ਆ? ਕਿੰਨੇ ਅੰਡੇ? ਇਹ ਇੱਕ ਜਵਾਬ ਹੈ, ਇੱਕ ਵਾਰੀ ਫੇਰ ਰਿਪੀਟ ਕਰ ਦਿਓ ਜੀ ਬ੍ਰੇਕ ਤੋਂ ਪਹਿਲਾਂ। ਬਿਲਕੁਲ ਜੀ, ਵਿਨੀਪੈਗ ਸਾਡੇ ਟੀਮ ਦੇ ਮੈਂਬਰ ਬੈਠੇ ਆ, ਨੀਲੂ ਸਾਹਿਬ ਉਹਨਾਂ ਦੇ ਕੋਲ 6 ਅੰਡੇ ਆ। ਸੋ ਉਹਨਾਂ 6 ਅੰਡਿਆਂ ਦੇ ਵਿੱਚੋਂ ਉਹਨਾਂ ਨੇ 2 ਅੰਡੇ ਜਿਹੜੇ ਆ ਜੀ ਉਹ ਭੰਨ ਦਿੱਤੇ ਆ ਤੇ 2 ਅੰਡੇ ਜਿਹੜੇ ਆ ਕੁੱਕ ਕਰ ਲਏ ਆ ਤੇ 2 ਅੰਡੇ ਜਿਹੜੇ ਆ ਉਹ ਖਾ ਲਏ ਆ। ਤੇ ਕਿੰਨੇ ਅੰਡੇ ਜਿਹੜੇ ਆ ਜੀ ਉਹਨਾਂ ਦੇ ਕੋਲ ਬਚ ਗਏ ਆ? ਸੋ ਨੰਬਰ ਤੁਹਾਡੀ ਸਕਰੀਨ ਤੇ ਆਉਂਦਾ ਹੈ, ਇੱਕ ਵਾਰੀ ਫਿਰ ਅਸੀਂ ਸਾਂਝ ਵੀ ਪਾ ਦਿੰਦੇ ਆ। 905790 ਤੇ ਤੁਸੀਂ ਜਵਾਬ ਦੇਣਾ ਪੂਰੇ 5 ਮਿੰਟ ਤੋਂ ਬਾਅਦ। ਅਸੀਂ ਹੁਣੀ ਗਏ ਤੇ ਹੁਣੀ ਆਏ। ਵਿਜ਼ਨ ਪੰਜਾਬ ਟੀਵੀ ਨੂੰ ਇਸੇ ਤਰ੍ਹਾਂ ਵਾਚ ਕਰਦੇ ਰਹੋ, ਜਾਣਾ ਕਿਤੇ ਨਹੀਂ, ਅਸੀਂ ਹੁਣੀ ਗਏ ਤੇ ਹੁਣੀ ਵਾਪਸ ਆਏ। ਕਿ ਤੁਸੀਂ ਵੀ ਲੱਭ ਰਹੇ ਹੋ ਪ੍ਰਾਪਰਟੀ, ਤਾਂ ਅੱਜ ਹੀ ਸੰਪਰਕ ਕਰੋ ਸੁਨੀਲ ਗਰਗ ਨੂੰ, ਜੋ ਕਿ ਵਿਨੀਪੈਗ ਮੈਨੀਟੋਬਾ ਵਿੱਚ ਬਾਇਰਸ ਤੇ ਸੈਲਰਸ ਨਾਲ ਹਰ ਪ੍ਰਾਈਸ ਪੁਆਇੰਟ ਤੇ ਕਰਦੇ ਨੇ ਕੰਮ। ਚਾਹੇ ਬਾਇਰਸ ਲਈ ਮਲਟੀਪਲ ਆਫਰ ਸਿਚੁਏਸ਼ਨ ਹੋਵੇ ਜਾਂ ਸੈਲਰਸ ਲਈ ਵਧੀਆ ਮੁੱਲ ਤੇ ਗੱਲਬਾਤ ਕਰਨਾ, ਸੁਨੀਲ ਗਰਗ ਪ੍ਰੋਵਾਈਡ ਕਰਵਾਉਂਦੇ ਨੇ ਕਲਾਇੰਟਸ ਨੂੰ ਹਰ ਸਿਚੁਏਸ਼ਨ ਵਿੱਚ ਫਾਇਦੇਮੰਦ ਡੀਲ, ਸਿੰਪਲੀਫਾਈਡ ਪ੍ਰੋਸੈਸ ਐਂਡ ਹੈਸਲ ਫ੍ਰੀ ਐਕਸਪੀਰੀਅੰਸ। ਇਹੀ ਚੀਜ਼ ਬਣਾਉਂਦੀ ਹੈ ਸੁਨੀਲ ਗਰਗ ਨੂੰ ਬਾਕੀਆਂ ਨਾਲੋਂ ਵੱਖ। ਫੁੱਲ MLS ਲਿਸਟਿੰਗਸ, ਸਟਰੋਂਗ ਆਨਲਾਈਨ ਪ੍ਰੈਜ਼ੈਂਸ, ਓਪਨ ਹਾਊਸਸ ਅੰਟਿਲ ਸੋਲਡ, negotiable commission, property कोई भी होवे, residential building, commercial spaces, hotels, gas stations, motels and many more। अपनी ड्रीम प्रॉपर्टी लैन लई आज ही संपर्क करो सुनील गर्ग ਨੂੰ 2042920177 ਤੇ। इंडियन cuisine ਦਾ ਸਵਾਦ ਹੁਣ ਕੈਨੇਡਾ 'ਚ? ਜੀ ਹਾਂ, इंडियन cuisine ਦਾ ਸਵਾਦ ਮਿਲੇਗਾ ਵਿਨੀਪੈਗ ਮੈਨੀਟੋਬਾ ਦੇ ਸਿਰਫ ਤੇ ਸਿਰਫ ਕਲੇ ਓਵਨ ਈਸਟ ਇੰਡੀਅਨ ਰੈਸਟੋਰੈਂਟ ਦੇ ਵਿੱਚ। ਉਹ ਵੀ ਕਿਸੇ ਇੱਕ ਜਗ੍ਹਾ ਨਹੀਂ, ਬਲਕਿ ਕਲੇ ਓਵਨ ਈਸਟ ਇੰਡੀਅਨ ਰੈਸਟੋਰੈਂਟ serves you on 3 locations. For memorable food and exceptional value, you can contact us at, you can also mail us at ਪ੍ਰੀਤ ਟੀਵੀ ਵਾਲ ਮਾਊਂਟਿੰਗ ਐਂਡ ਨੈਟਵਰਕਿੰਗ ਸਰਵਿਸਿਜ਼, ਜਿਨ੍ਹਾਂ ਤੋਂ ਤੁਸੀਂ ਨੈਟਵਰਕ ਕੇਬਲਿੰਗ ਐਕਸੈਸਰੀ ਲੈ ਸਕਦੇ ਹੋ। HD ਐਂਟੇਨਾ ਵੀ ਇੰਸਟਾਲ ਕਰਦੇ ਨੇ। ਇਹਨਾਂ ਤੋਂ ਤੁਸੀਂ ਅਨਲਿਮਿਟਿਡ ਇੰਟਰਨੈਟ ਅਤੇ ਹੋਮ ਫੋਨ ਪੈਕੇਜ ਵੀ ਲੈ ਸਕਦੇ ਹੋ। ਅੱਜ ਹੀ ਕਾਲ ਕਰੋ ਪ੍ਰੀਤ ਨੂੰ 416 843 0208 416 843 0208। ਇਹਨਾਂ ਤੋਂ ਤੁਸੀਂ ਘਰ ਦਫ਼ਤਰ ਲਈ ਸਿਕਿਉਰਿਟੀ ਕੈਮਰਾ ਵੀ ਇੰਸਟਾਲ ਕਰਵਾ ਸਕਦੇ ਹੋ। the beautiful you, Jao Renu Hair Salon and Spa। ਜਿੱਥੇ ਮਿਲੇਗਾ ਤੁਹਾਨੂੰ ਲੇਜ਼ਰ हेयर रिमूवल and IPL photo facial,
ਜਿਸ ਦੇ ਨਾਲ ਰਿਮੂਵ ਹੋ ਸਕਦੇ ਨੇ ਪਰਮਨੈਂਟ ਸਕਿਨ ਟੈਗਸ ਐਂਡ ਪਿਗਮੈਂਟੇਸ਼ਨ। For more information, contact 204-233-3146. ਇੱਕ ਵਾਰੀ ਫਿਰ ਸਵਾਗਤ ਹੈ ਜੀ ਆਪ ਸਭ ਦਾ ਪ੍ਰੋਗਰਾਮ ਪਰਿਵਾਰਿਕ ਸਾਂਝ ਦੇ ਵਿੱਚ। ਸੋ ਜਿੱਥੇ ਵੀ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ, ਜਿਸ ਵੀ ਸੋਰਸਸ ਦੇ ਨਾਲ ਤੁਸੀਂ ਜੁੜੇ ਹੋਏ ਹੋ, ਆਪ ਸਭ ਦਾ ਨਿੱਘਾ ਸਵਾਗਤ, ਪਿਆਰ ਭਰੀ ਸਤਿ ਸ੍ਰੀ ਅਕਾਲ। ਬ੍ਰੇਕ ਤੇ ਜਾਣ ਤੋਂ ਪਹਿਲਾਂ ਇੱਕ ਸਵਾਲ ਜਿਹੜਾ ਹੈ ਜੀ, ਇੱਕ ਕਹਿ ਲਓ ਵੀ ਸਵਾਲ ਮੰਗ ਹੋਈਆਂ, ਇਹ ਦਿਮਾਗੀ ਕਸਰਤ ਮੰਗ ਹੋਈਆਂ। ਇੱਕ ਤੁਹਾਡੇ ਲਈ ਜਿਹੜਾ ਅਸੀਂ ਪਾ ਕੇ ਗਏ ਸੀਗੇ ਕਿ ਜਿਹੜੇ ਸਾਡੀ ਟੀਮ ਦੇ ਮੈਂਬਰ ਨੇ, ਉਹਨਾਂ ਦੇ ਕੋਲ ਕਹਿ ਲਓ 6 ਅੰਡੇ ਆ। ਉਹਨਾਂ 6 ਅੰਡਿਆਂ 'ਚੋਂ 2 ਭੰਨ ਦਿੱਤੇ ਨੇ, 2 ਨੂੰ ਕੁੱਕ ਕਰ ਲਿਆ, ਬਣਾ ਲਿਆ ਆ, ਤੇ 2 ਨੂੰ ਖਾ ਲਿਆ ਆ। ਤੇ ਉਹਨਾਂ ਦੇ ਕੋਲ ਕਿੰਨੇ ਅੰਡੇ ਜਿਹੜੇ ਆ ਜੀ ਹੁਣ ਬਚ ਗਏ ਨੇ? ਸੋ ਜੇ ਤੁਹਾਡੇ ਕੋਲ ਜਵਾਬ ਹੈ ਤੇ ਤੁਸੀਂ ਜਿਹੜੀ ਆ ਕਾਲ ਕਰ ਸਕਦੇ ਹੋ 905 790 9099 ਦੇ ਉੱਤੇ। ਸੋ ਲਓ ਜੀ, ਜੌਲ ਸਾਹਿਬ ਇੱਕ ਕਾਲ ਆ ਗਈ ਆਉਣ ਦਿਓ ਜੀ। ਹਾਂਜੀ, ਸੋ ਹੈਲੋ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਸਵਾਲ ਦਾ ਜਵਾਬ ਦੇਣਾ। ਹਾਂਜੀ ਬਿਲਕੁਲ ਜੀ। 4 ਅੰਡੇ ਬਚਦੇ ਆ। 4 ਅੰਡੇ ਬਚ ਗਏ ਜੀ। ਨਾਮ ਪੁੱਛ ਲਿਓ ਜੀ। ਹਾਂਜੀ, ਕੀ ਸ਼ੁਭ ਨਾਮ ਜੀ ਆਪਣਾ? ਹਰਵੰਸ ਸਿੰਘ ਹੈਗਾ, ਮੈਂ ਸਿਆਟਲ ਤੋਂ ਬੋਲਦਾ। ਹਰਵੰਸ ਸਿੰਘ ਸਿਆਟਲ ਤੋਂ ਜੀ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਦੱਸਦੇ ਹਾਂ ਬਾਅਦ ਕਰਦੇ ਅੱਗੇ ਚੱਲ ਕੇ ਜੀ। ਹਾਂਜੀ ਦੱਸਦੇ ਹਾਂ ਜੀ। ਹਾਂਜੀ ਠੀਕ ਹੈ ਜੀ, ਓਕੇ ਜੀ, ਓਕੇ ਜੀ, ਬਿਲਕੁਲ ਜੀ। ਸੋ ਇੱਕ ਕਾਲ ਜਿਹੜੀ ਹੈ ਜੀ ਹੋਰ ਆ ਰਹੀ ਸੀਗੀ, ਉਹ ਤੁਸੀਂ ਜਿਹੜੀ ਆ ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੰਗਾ ਬਾਜੀ ਕੀ ਹਾਲ ਹੈ ਜੀ? ਬਸ ਠੀਕ ਠਾਕ ਹੈ ਜੀ, ਤੁਸੀਂ ਸੁਣਾਓ ਕਿੱਦਾਂ ਜੀ? ਪਹਿਲੀ ਗੱਲ ਤਾਂ ਜੀ ਨੀਲੂ ਆਂਡੇ ਖਾਂਦਾ ਹੀ ਨਹੀਂ ਜੀ। ਅਸੀਂ ਖਿਲਾਏ ਥੋੜੋ, ਅਸੀਂ ਤਾਂ ਸਿਰਫ ਦਿੱਤੇ ਆ। ਨਹੀਂ, ਅੱਜ ਕੱਲ ਵੈਜੀਟੇਰੀਅਨ ਆਂਡੇ ਵੀ ਹੈਗੇ ਆ ਜੀ। ਮੈਂ ਤੁਹਾਡੇ ਸਵਾਲ ਦਾ ਜਵਾਬ ਕਿਸੇ ਦੇ ਨਹੀਂ ਪਤਾ। ਆਂਡੇ ਨਹੀਂ ਖਾਂਦਾ ਜੀ। ਲਓ ਜੀ, ਨਹੀਂ ਇਹ ਵੀ ਇੱਕ ਬਹੁਤ ਵਧੀਆ ਜਵਾਬ ਆ ਜੀ। ਨੀਲੂ ਦਾ ਆਂਡੇ ਖਾਂਦਾ ਹੀ ਨਹੀਂ, ਖਾਂਦਾ ਹੀ ਨਹੀਂ। ਤੇ ਹੁਣ ਆਂਡਿਆਂ ਦੀ ਜਿਹੜੀ ਆ ਗਿਣਤੀ ਫਿਰ ਅੱਗੇ ਪਿੱਛੇ ਹੋ ਜਾਊਗੀ ਜੀ, ਮੈਨੂੰ ਲੱਗਦਾ। ਬਾਕੀ ਜੇ ਤੁਹਾਡੇ ਸਵਾਦ ਦੇ ਮੁਤਾਬਕ ਆਂਡੇ 4 ਹੀ ਲੱਗਦੇ, ਬਾਕੀ ਜੀ ਉਸ ਤਰ੍ਹਾਂ। ਚਲੋ ਧੰਨਵਾਦ ਜੀ, ਧੰਨਵਾਦ ਜੀ। ਅਗਲੀ ਕਾਲ ਤੇ ਜਾਂਦੇ ਆ, ਦੇਖਦੇ ਕੀ ਕਹਿੰਦੇ ਆ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ, ਕੁਲਦੀਪ ਗਿੱਲ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਜਵਾਬ ਦੇਣਾ ਸੀ ਜੀ ਤੁਹਾਡੇ ਸਵਾਲ ਦਾ। ਹਾਂਜੀ ਹਾਂਜੀ ਹਾਂਜੀ, ਦੱਸੋ ਜੀ। ਹਾਂਜੀ, 4 ਅੰਡੇ ਬਚ ਗਏ ਜੀ। ਬਾਕੀ 4 ਅੰਡੇ ਬਚ ਗਏ, ਕਿਉਂਕਿ ਉਹਨੇ ਫਿਰ ਕਹਿ ਲਓ ਵੀ ਲੱਗਦਾ ਕਿ ਉਹੋ ਹੀ ਭੰਨੇ ਆ ਤੇ ਉਹੋ ਹੀ ਬਣਾਏ ਤੇ ਉਹੋ ਹੀ ਖਾ ਲਿਆ ਨਾ। ਨਾਂ ਕੀ ਵੀਰ ਦਾ? ਨਾਂ ਕੀ ਆ ਜੀ? ਕੁਲਦੀਪ ਗਿੱਲ। ਹਾਂਜੀ ਠੀਕ ਹੈ ਕੁਲਦੀਪ ਭਾਜੀ, ਤੁਹਾਡਾ ਵੀ ਨਾਂ ਲੱਗਦਾ, ਦੱਸਦੇ ਆ ਜੀ ਪ੍ਰੋਗਰਾਮ ਦੇ ਅੱਗੇ। ਧੰਨਵਾਦ ਜੀ, ਧੰਨਵਾਦ। ਤਾਂ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ, ਲਾਈਵ ਚੱਲਣਾ ਹੈ ਜੀ? ਬਿਲਕੁਲ 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 ਲਾਈਵ ਤੁਹਾਡੀ ਗੱਲਬਾਤ ਹਾਂਜੀ ਆ ਰਹੀ ਹੈ ਜੀ। ਹਾਂਜੀ ਭਾਈ, ਮੈਂ ਜਵਾਬ ਦੇਣਾ ਚਾਹੁੰਦਾ ਹਾਂ। ਦੱਸੋ ਦੱਸੋ ਜੀ। ਮੇਰੇ ਨਾਲ ਭਾਈ ਨੀਲੂ ਭਾਈ ਕੋ 2 ਅੰਡੇ ਟੁੱਟ ਕੇ ਨਾ ਘਰ ਦੇ ਕਰਤੇ ਤੇ 2 ਬਣਾ ਲਏ ਆ। ਉਹਨਾਂ ਨੂੰ ਲਾ ਨਾਲ ਬੈਠਾ ਪੈਸੇ ਲਾਉਣੇ, ਉਹਨੂੰ ਦੇ ਦਿੱਤੇ ਆ। ਤੇ ਸਹੀ ਗੱਲ ਹੈ, ਕਹਿੰਦਾ ਮੈਂ ਆਪ ਤਾਂ ਖਾਣੇ ਨਹੀਂ, ਨਾਲ ਦੇ ਨੂੰ ਖਿਲਾ ਦਿੰਦਾ। ਨਾਲ ਨੂੰ ਬਣਾ ਦਿਓ ਤੇ ਬਾਕੀ ਜਿਹੜੇ ਰਹਿ ਗਏ ਬਣਾ ਉਹ ਰਹਿ ਗਏ ਆ। ਹਾਂਜੀ ਹਾਂਜੀ, ਧੰਨਵਾਦ ਵੀਰ ਜੀ, ਧੰਨਵਾਦ ਜੀ। ਨਾਂ ਪੁੱਛਣਾ ਸੀ। ਓਕੇ ਭਾਈ। ਕੀ ਵੀਰ ਜੀ ਸ਼ੁਭ ਨਾਮ ਕੀ ਸੀ ਜੀ? ਚਲੋ ਹਾਂਜੀ, ਡ੍ਰੌਪ ਕਰ ਗਏ। ਬਿਲਕੁਲ ਜੀ, ਠੀਕ ਹੈ ਜੀ। ਬਿਲਕੁਲ ਜੌਲ ਸਾਹਿਬ। ਸੋ ਇਸੇ ਕਰਕੇ ਅਸੀਂ ਜੌਲ ਸਾਹਿਬ ਜਿਹੜਾ ਕੀਤਾ ਸੀ ਕਿ ਜਿਹੜਾ ਵੀਰਵਾਰ ਵਾਲਾ ਦੇ ਰਿਹਾ ਨਾ, ਹਾਂਜੀ, ਉਹਦੇ ਵਿੱਚ ਆਪਾਂ ਕਹਿ ਲਓ ਇੱਕ ਟਰਾਇਲ ਅੱਜ ਕੀਤਾ ਹੈ। ਅੱਜ ਵੀਰਵਾਰ ਹੀ ਆ। ਬਿਲਕੁਲ ਜੀ। ਸੋ ਅੱਜ ਇੱਕ ਟਰਾਇਲ ਦੇ ਤੌਰ ਦੇ ਉੱਤੇ ਕੀਤਾ ਹੈ। ਸੋ ਵੀਰਵਾਰ ਵਾਲੇ ਦਿਨ ਸੋ ਜਿੰਨੇ ਵੀ ਸਾਡੇ ਪਰਿਵਾਰ ਆ, ਤੁਸੀਂ ਯਾਦ ਰੱਖਿਓ ਕਿ ਸ਼ਾਮ ਨੂੰ ਜਿਹੜਾ ਪ੍ਰੋਗਰਾਮ ਆ 6 ਵਜੇ ਤੋਂ ਲੈ ਕੇ 7 ਵਜੇ ਵਾਲੇ ਤੱਕ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਦੇ ਨਾਲ ਇਸੇ ਹੀ ਤਰੀਕੇ ਦੇ ਨਾਲ ਕੁਝ ਬਾਤਾਂ, ਕੁਝ ਸਵਾਲ, ਕੁਝ ਚੁਟਕਲੇ ਜਾਂ ਤੁਹਾਡੇ ਵੱਲੋਂ ਕੋਈ ਵੀ ਤੁਸੀਂ ਗੀਤ ਸੰਗੀਤ ਕੁਝ ਵੀ ਤੁਹਾਡੇ ਅੰਦਰ ਜਿਹੜਾ ਉਵਾਲੇ ਮਾਰਦਾ ਨਾ, ਉਹਨੂੰ ਬਾਹਰ ਕੱਢਣਾ ਆ। ਆਪਾਂ ਤੁਹਾਨੂੰ ਇਹ ਮੰਚ ਜਿਹੜਾ ਹੈ ਜੀ ਉਹ ਪ੍ਰਦਾਨ ਕਰਾਂਗੇ। ਬਿਲਕੁਲ। ਔਰ ਦੂਸਰੀ ਗੱਲ ਹੈ ਜੀ ਕਿ ਤੁਸੀਂ ਤੁਹਾਡੇ ਕੋਲ ਕੋਈ ਵਧੀਆ ਸੁਝਾਅ ਹੋਵੇ ਤਾਂ ਮੋਸਟ ਵੈਲਕਮ। ਤੁਸੀਂ ਮੇਰੇ ਨੰਬਰ ਤੇ 41681820
20 ਤੇ ਜਾਂ ਮੰਗੇ ਭਾਜੀ ਦੇ ਨੰਬਰ ਤੇ ਜਾਂ ਸਾਡੀ ਵਿਜ਼ਨ ਪੰਜਾਬ ਟੀਵੀ ਦੀ ਜਿਹੜੀ ਆ ਐਡ ਥੱਲੇ ਆ ਰਹੀ ਆ, ਜਿਹੜੀ ਸਾਡੀ ਆ ਈਮੇਲ ਆ, ਉਹਦੇ ਤੇ ਕੋਈ ਵੀ ਸੁਝਾਅ ਤੁਸੀਂ ਦੇ ਸਕਦੇ ਆ। ਅਗਰ ਸੁਝਾਅ ਵਧੀਆ ਹੋਇਆ ਤਾਂ ਅਸੀਂ ਉਹ ਸੁਝਾਅ ਵੀ ਪ੍ਰੋਗਰਾਮ ਦੇ ਵਿੱਚ ਜਿਹੜਾ ਜੀ ਜ਼ਰੂਰ ਰੱਖਾਂਗੇ। ਪਰ ਜਿਹੜੀਆਂ ਕਾਲਾਂ ਆ ਉਹ ਸੈੱਲਫੋਨ ਤੇ ਨਹੀਂ ਕਰਨੀਆਂ ਜੀ, ਨੰਬਰ ਸਟੂਡੀਓ ਤੇ ਪਲੀਜ਼ ਕਰੋ। ਔਰ ਮੰਗਾ ਭਾਜੀ ਇੱਕ ਗੱਲ ਹੈ, ਆਪਾਂ ਬੜੀ ਜਲਦੀ ਜੀ ਸਤਪਾਲ ਸਿੰਘ ਜੌਲ ਉਹਨਾਂ ਦੇ ਨਾਲ ਵੀ ਕੈਨੇਡਾ ਦੇ ਵਿੱਚ ਬਹੁਤ ਕੁਝ ਜਿਹੜਾ ਰੀਓਪਨ ਹੋਇਆ, ਉਹਦੇ ਤੇ ਅੱਗੇ ਚੱਲ ਕੇ ਆਪਾਂ ਗੱਲਬਾਤ ਕਰਨੀ ਆ ਬੜੀ ਜਲਦੀ। ਸਤਪਾਲ ਜੌਲ ਉਹਨਾਂ ਦੇ ਨਾਲ ਵੀ ਕਰਦੇ ਆ ਗੱਲਬਾਤ। ਪਰ ਇੱਕ ਮੰਗਾ ਭਾਜੀ ਬੜੀ ਦਿਲਚਸਪ ਗੱਲ ਹੈ ਜਿਹੜੀ ਮੈਂ ਸਾਂਝੀ ਕਰਨੀ ਆ ਸਾਡੇ ਭੈਣ ਭਰਾਵਾਂ ਦੇ ਨਾਲ, ਕਿ ਇੱਕ ਵੀਰ ਦੀ ਲੋਟਰੀ ਨਿਕਲਦੀ ਆ। ਲੋਟਰੀ ਨਿਕਲਦੀ ਆ ਜੀ, ਟਿਊਜ਼ਡੇ ਦਾ ਦਿਨ ਆ, ਤੇ ਲੋਟਰੀ ਨਿਕਲਦੀ ਆ 1 ਮਿਲੀਅਨ ਦੀ। 1 ਮਿਲੀਅਨ ਦੀ? 1 ਮਿਲੀਅਨ ਦੀ ਪਿਛਲੇ ਟਿਊਜ਼ਡੇ? ਹਾਂਜੀ, ਆ 1-2 ਵੀਕ ਪਹਿਲਾਂ ਹੀ ਜੀ। ਅੱਛਾ ਜੀ। ਤੇ ਜਿਹੜਾ $1 ਮਿਲੀਅਨ ਆ, ਦੇਖੋ ਜੀ ਪਹਿਲੀ ਗੱਲ ਤਾਂ ਬੜਾ ਵੱਡਾ ਜੀਰਾ ਚਾਹੀਦਾ ਇਸ ਕੰਮ ਧਿਆਨ ਨਾਲ ਇਹ ਗੱਲ ਨੂੰ ਬੜੇ ਧਿਆਨ ਨਾਲ, ਜਿੰਨੇ ਵੀ ਪ੍ਰਵਾਸ ਹੋ ਰਿਹਾ ਧਿਆਨ ਦੇ ਨਾਲ ਸੁਣਿਓ ਜੀ। ਬਿਲਕੁਲ ਜੀ, ਬੜੇ ਵਧੀਆ ਗੱਲ ਆ। ਤੇ ਧਿਆਨ ਦੇ ਵਿੱਚ ਕੋਈ ਵੀ ਇਹ ਫੈਬਰੀਕੇਟਡ ਨਹੀਂ ਆ, ਕੋਈ ਝੂਠ ਨਹੀਂ ਆ, ਇਹ ਬਿਲਕੁਲ ਅਸਲੀਅਤ ਆ। ਔਰ ਸਾਡੇ ਸੰਪਰਕ 'ਚ ਨੇ ਉਹ ਭਾਈ ਸਾਹਿਬ। ਬਿਲਕੁਲ ਜੀ, ਹੋ ਸਕਿਆ ਤਾਂ ਸ਼ਾਇਦ ਅਸੀਂ ਉਹਨਾਂ ਦੀ ਗੱਲ ਵੀ ਕਰਾਈਏ, ਜਾਂ ਕੱਲ ਜਾਂ ਪਰਸੋਂ ਦੇ ਪ੍ਰੋਗਰਾਮ ਦੇ ਵਿੱਚ ਵੀ ਹੈਲੋ ਤੁਹਾਡੇ ਨਾਲ ਜ਼ਰੂਰ ਕਰਾਵਾਂਗੇ। ਤੇ ਉਹਨਾਂ ਦੀ ਜਿਹੜੀ ਲੋਟਰੀ ਨਿਕਲਦੀ ਆ ਮੰਗਾ ਭਾਜੀ, ਮੇਰੇ ਬਿਲਕੁਲ ਜੀ ਮੇਰੇ ਜੌਲਾਂ ਦੇ ਲਾਗੇ ਬੜਾ ਵੱਡਾ ਪਿੰਡ ਆ, ਸ਼ਹੀਦਾਂ ਦਾ ਪਿੰਡ ਬਣਿਆ ਜਾਂਦਾ, ਤੱਲਣ। ਹਾਂਜੀ, ਤੱਲਣ ਸਾਹਿਬ। ਤੇ ਉਹ ਭਾਈ ਸਾਹਿਬ ਨੇ ਜੀ ਤੱਲਣ ਦੇ ਨਾਲ ਬੜੇ ਰਾਮ ਮੰਡੀ ਆ, ਕੋਟਲੀ ਥਾਨ ਸਿੰਘ ਵਗੈਰਾ ਲਾਗੇ ਛਾਗੇ ਪਿੰਡ ਆ, ਜੌਲਾਂ ਆ, ਪਰਸਰਾਮਪੁਰ ਆ, ਤਲੇਮਪੁਰ ਆ। ਤੇ ਲੋਟਰੀ ਉਹਨਾਂ ਨੇ ਦੇਖੋ ਜੀ, ਪਹਿਲੀ ਗੱਲ ਤਾਂ ਇਸ ਕੰਮ ਨੂੰ ਬੜਾ ਵੱਡਾ ਜਿਗਰਾ ਚਾਹੀਦਾ ਸੀ। ਉਹਨੇ ਪੂਰੀ ਦੀ ਪੂਰੀ ਲੋਟਰੀ ਜਿਹੜੀ ਆ ਉਹ ਤੱਲਣ ਗੁਰੂ ਘਰ ਚੜਾਤੀ। ਠੀਕ ਹੈ, 1 ਮਿਲੀਅਨ। 1 ਮਿਲੀਅਨ, $1 ਨਹੀਂ ਵਿੱਚੋਂ ਰੱਖਿਆ ਉਹਨੇ, ਸਿੱਧੀ ਦੀ ਸਿੱਧੀ ਜਿੰਨੇ ਪੈਸੇ ਸੀ ਉਹ ਭੇਜ ਦਿੱਤੇ ਜੀ ਉੱਥੇ ਪੈਸੇ ਭੇਜਣ ਤੋਂ ਬਾਅਦ ਜਿਹੜਾ ਜੀ ਮੰਗਾ ਭਾਜੀ, ਇੱਕ ਦਿਨ ਛੱਡ ਕੇ ਉਹ ਲੋਟਰੀ ਚੱਲਦੀ ਆ, ਤੇ ਅਗਲੀ ਵਾਰੀ ਉਹਨੇ ਲੋਟਰੀ ਫੇਰ ਪਾ ਦਿੱਤੀ ਆ। ਤੇ ਜਿਹੜੀਆਂ ਉਹ ਲੋਟਰੀ ਦਾ ਆਉਣ ਵਾਲੇ ਦਿਨਾਂ ਵਿੱਚ ਰਿਜ਼ਲਟ ਨਿਕਲਦਾ ਆ, ਉਹ ਨਿਕਲਿਆ ਜੀ 10 ਮਿਲੀਅਨ ਦਾ। ਤੇ ਹੁਣ ਉਹ ਭਾਈ ਸਾਹਿਬ ਨੂੰ, ਵੈਸੇ ਮੈਂ ਦੱਸ ਦਿੰਦਾ ਕਿ ਭਾਈ ਸਾਹਿਬ ਉਹਨੇ ਬੇਸਮੈਂਟਾਂ ਦਾ ਕੰਮ ਕਰਦੇ ਆ, ਤੇ ਨਾ ਉਹਨਾਂ ਦਾ ਜਿਹੜਾ ਹੈ ਜੀ ਉਹ ਵੀ ਮੇਰੇ ਕੋਲ ਹੈਗਾ, ਅਜੇ ਉਹਨਾਂ ਦਾ ਨਾਂ ਆ ਜੀ, ਮਾਫ ਕਰਨਾ ਜੀ, ਨਾਮ ਮੇਰੇ ਕੋਲ ਹੋ ਰਿਹਾ, ਮੈਂ ਤੁਹਾਨੂੰ ਸਾਂਝਾ ਕਰਦਾ। ਉਹ ਅਮਿਤ ਆ ਜੀ ਉਹਨਾਂ ਦਾ ਨਾਮ। ਤੇ ਉਹਨਾਂ ਨੂੰ ਇਹ ਲੋਟਰੀ ਦੋਸਤੋ ਨਿਕਲੀ ਆ, ਬੜੀ ਖੁਸ਼ੀ ਦੀ ਗੱਲ ਆ। ਮੈਂ ਤੇ ਮੰਗਾ ਭਾਜੀ ਹਮੇਸ਼ਾ ਕਰਦਾ। ਬਿਲਕੁਲ ਜੀ, ਦੇਖੋ ਪਹਿਲੀ ਲੋਟਰੀ ਜਿਹੜੀ ਆ ਉਹਨਾਂ ਨੇ ਤੱਲਣ ਗੁਰੂ ਘਰ ਸਾਹਿਬ ਨੂੰ ਸਮਰਪਿਤ ਕਰ ਦਿੱਤੀ 1 ਮਿਲੀਅਨ ਦੀ। ਫਿਰ ਜਿਹੜੀ ਆ ਲੋਟਰੀ ਉਹਨਾਂ ਨੇ ਖਰੀਦ ਲਈ ਦੂਜੇ ਦਿਨ, ਤੇ ਜਦੋਂ ਮੁੜ ਕੇ ਉਹ ਲੋਟਰੀ 10 ਮਿਲੀਅਨ ਦੀ, ਜਦੋਂ ਉਹ ਜਿਹੜੀ ਲੋਟਰੀ ਉਹ 10 ਮਿਲੀਅਨ ਤੱਕ ਚਲ ਗਈ ਜਿਹੜੀ ਉਹ ਲੋਟਰੀ ਖਰੀਦੀ ਆ, ਤੇ ਜਦੋਂ ਉਹ ਲੋਟਰੀ ਦਾ ਰਿਜ਼ਲਟ ਡਿਕਲੇਅਰ ਕੀਤਾ ਤੇ ਉਹ 10 ਮਿਲੀਅਨ ਦੀ ਲੋਟਰੀ ਫਿਰ ਦੁਬਾਰਾ ਉਹਨਾਂ ਦੀ ਨਿਕਲ ਗਈ। ਤੇ ਇੱਕ ਗੱਲ ਹੋਰ ਵੀ ਨਾਲ ਸਾਂਝੀ ਕਰ ਦਿੰਦੇ ਆ ਕਿ ਜੇ ਕੋਈ ਵੀ ਭੈਣ ਭਰਾ ਅੱਜ ਤਕਰੀਬਨ ਹੁਣ ਤੋਂ ਘੰਟੇ ਕੁ ਬਾਅਦ ਕੋਈ CP24 ਤੁਸੀਂ ਲਾਓਗੇ ਨਾ, ਤੇ ਇਹ ਨਿਊਜ਼ ਜਿਹੜੀ ਆ CP24 ਤੇ ਵੀ ਫਲੈਸ਼ ਹੋਵੇਗੀ। ਹਾਂਜੀ, ਪਰ ਅਸੀਂ ਵੀਰ ਪਿਆਰਿਓ ਇੱਕ ਵਹਿਮਾਂ ਭਰਮਾਂ ਦੇ ਵਿੱਚ ਨਹੀਂ ਕਿਸੇ ਨੂੰ ਪਾਉਣਾ ਚਾਹੁੰਦੇ। ਕਈ ਲੋਕ ਇਦਾਂ ਹੁੰਦੇ ਆ ਨਾ ਵੀ ਇਦਾਂ ਨਾ ਸੋਚਣ ਲੱਗ ਪਿਓ ਵੀ ਅਸੀਂ ਜੇ ਤੱਲਣ ਗੁਰੂ ਘਰ ਹੁਣ ਪੈਸੇ ਚੜਾਉਣੇ ਸ਼ੁਰੂ ਕਰ ਦਈਏ ਤੇ ਸ਼ਾਇਦ ਸਾਡੀ ਵੀ ਲੋਟਰੀ ਜਿਹੜੀ ਆ ਨਿਕਲ ਆਊਗੀ। ਇਦਾਂ ਨਹੀਂ ਆ, ਕਿਉਂਕਿ ਦੇਖੋ, ਕਿਉਂਕਿ ਉਹਨਾਂ ਨੇ $1 ਮਿਲੀਅਨ ਦੀ ਜਿਹੜੀ ਆ ਲੋਟਰੀ ਚੜਾਉਣ ਲੱਗਿਆਂ ਨੇ ਨਾ ਕਿੰਤੂ ਮਨ ਚ ਕੀਤਾ ਹੋਣਾ ਤੇ ਨਾ ਪਰੰਤੂ ਕੀਤਾ ਹੋਣਾ ਆਪਣੇ ਮਨ ਦੇ ਵਿੱਚ। ਸੋ ਇਹਨੂੰ ਆਸਥਾ ਕਹਿੰਦੇ ਆ, ਇਹਨੂੰ ਸ਼ਰਧਾ ਕਹਿੰਦੇ ਆ। ਤਦ ਜਾ ਕੇ ਜਦੋਂ ਕਹਿੰਦੇ ਕਿਸੇ ਦੇ ਵਿੱਚ ਤੁਹਾਡੀ ਸੱਚੀ ਸ਼ਰਧਾ ਹੁੰਦੀ ਹੈ ਨਾ, ਹੋਰ ਕਿਤੇ ਜਦੋਂ ਕਿਤੇ ਜਿਹੜਾ ਪੱਥਰ ਆ ਨਾ, ਪੱਥਰ ਦੇ ਅੰਦਰ ਰੱਬ ਲੋਕੇ ਨਹੀਂ ਸੀ ਬੈਠਾ ਆ। ਧੰਨੇ ਭਗਤ ਦੀ ਜਿਹੜੀ ਆ ਨਾ ਉਹ ਸ਼ਰਧਾ ਸੀਗੀ, ਉਹਦੀ ਆਸਥਾ ਸੀ, ਉਹਦੀ ਭਗਤੀ ਸੀ। ਸੋ ਉਹਨੂੰ ਹੀ ਉਹਦੇ ਵਿੱਚੋਂ ਹੀ ਰੱਬ ਨੂੰ ਪ੍ਰਾਪਤ ਕੀਤਾ, ਉਹਦੇ ਨਾਲ ਹੀ ਉਹਦੇ ਮਨ ਦੀ ਜਿਹੜੀ ਆ ਉਹ ਸੈਟਿਸਫੈਕਸ਼ਨ ਜਿਹੜੀ ਆ ਜੀ ਉਹ ਹੋ ਗਈ ਸੀ। ਸੋ ਇਸ ਕਰਕੇ ਉਹਨਾਂ ਨੇ ਬਿਨਾਂ ਸੋਚੇ ਸਮਝਿਆ $1 ਮਿਲੀਅਨ। ਬਹੁਤ ਵਧੀਆ ਜੀ, ਮੇਰਾ ਬੜਾ ਦਿਲ ਖੁਸ਼ ਹੋਇਆ ਦੋਸਤੋ। ਜਦੋਂ ਵੀ ਮੈਂ ਤਾਂ ਹੀ ਕਹਿੰਦਾ ਹੁੰਦਾ ਕਿ ਜਦੋਂ ਵੀ ਕਿਸੇ ਨੂੰ ਬਣਾਓ ਤੇ ਆਪਣਾ ਦਿਲੋਂ ਬਣਾਓ। ਬਿਲਕੁਲ, ਜਦੋਂ ਵੀ ਕਿਸੇ ਨੂੰ ਮੰਨੋ ਤਾਂ ਦਿਲੋਂ ਉਹਨੂੰ ਮੰਨੋ। ਐਦਾਂ ਨਾ ਕਰੋ ਕਿ ਅੱਜ ਹੋਰ ਤੇ ਕੱਲ ਹੋਰ, ਇਦਾਂ ਦੀ ਕਿਸੇ ਨਾਲ ਯਾਰੀ ਵੀ ਨਾ ਪਾਓ ਕਿ ਯਾਰੀ ਵੀ ਪਾਉਣੀ ਆ ਤਾਂ ਕਿਸੇ ਇਦਾਂ ਦੇ ਨਾ ਪਾਓ ਜਿਹੜੀ ਤੁਸੀਂ ਨਿਭਾ ਸਕਦੇ ਹੋ ਤੇ ਉਹਨੂੰ ਪ੍ਰੋਪਰ ਪਿਆਰ ਕਰ ਸਕਦੇ ਹੋ। ਪਰ ਅੱਜ ਕੱਲ ਦਾ ਦੌਰ ਹੀ ਇਦਾਂ ਦਾ, ਅੱਜ ਹੋਰ ਤੇ ਕੱਲ ਹੋਰ ਵਾਲੇ। ਪਰ ਐਦਾਂ ਆ ਇੱਕ ਜਿਹੜੀ ਆ ਇਹ ਅਸਲੀਅਤ ਆ ਕਿ ਜੇ ਕਿਸੇ ਨੇ ਸੱਚੇ ਦਿਲੋਂ ਮੰਨਿਆ ਸੀ ਤਾਂ ਰੱਬ ਨੇ ਵੀ ਉਹਦੀ ਸੁਣੀ ਆ। ਤਾਂ ਮੰਗਾ ਭਾਜੀ ਆਪਾਂ ਕਾਲ ਲਾਉਂਦੇ ਆ ਜੀ ਆਪਣੇ ਸਤਪਾਲ ਭਾਜੀ ਉਹਨਾਂ ਨੂੰ, ਉਹਨਾਂ ਦਾ ਮੈਸੇਜ ਮੈਨੂੰ ਆ ਗਿਆ। ਪਰ ਇੱਕ ਗੱਲ ਜਿਹੜੀ ਮੈਂ ਸਾਂਝੀ ਕਰਨੀ ਚਾਹੁੰਦਾ ਸੀ ਕਿ ਇੰਡੀਆ ਦੇ ਵਿੱਚ ਬਹੁਤ ਭੈਣ ਭਰਾ ਜਿਹੜੇ ਫਸੇ ਹੋਏ ਨੇ, ਤਾਂ ਉਹਨਾਂ ਦਾ ਜਿਹੜਾ ਫਸਿਆ ਹੋਣਾ ਸੀ ਤੇ ਦਿੱਲੀ ਏਅਰਪੋਰਟ ਤੇ ਜਦੋਂ ਉਹ ਆ ਜਾਂਦੇ ਆ ਤੇ ਆਉਣ ਤੋਂ ਬਾਅਦ ਏਅਰ ਇੰਡੀਆ ਨੇ 150 ਜਾਣੇ ਨੂੰ ਲਿਆਉਣ ਤੋਂ ਇਨਕਾਰ ਕਰ ਦਿੱਤਾ ਜੀ। 150 ਜਾਣੇ ਨੂੰ ਲਿਆਉਣ ਤੋਂ, ਜਿੱਥੋਂ ਫਲਾਈਟ ਦੇ ਵਿੱਚ ਤੁਸੀਂ ਬੈਠਣਾ ਆ ਤੇ ਉੱਥੋਂ ਕੋਈ ਇੱਕ ਲੜਕੀ ਆ ਜੀ ਜਿਹਦੇ ਨਾਲ ਸ਼ਰਮਾ ਜਿਹਨਾਂ ਦਾ ਲਾਸਟ ਨੇਮ ਆ, ਕੋਈ ਮਾੜੀ ਜੀ ਇੱਕੋ ਦੁੱਕ ਹੁੰਦੀ ਆ ਤਾਂ ਉਹਨਾਂ ਨੂੰ ਹੀ ਕਹਿ ਦਿੰਦੇ ਆ ਜੀ ਕਿ ਅਸੀਂ ਤੁਹਾਨੂੰ ਲੈ ਕੇ ਨਹੀਂ ਜਾਣਾ। ਦੇਖੋ ਇਹ ਕਿੱਡੀ ਵੱਡੀ ਗੱਲ ਆ, ਪਰ ਮਾੜੀ ਗੱਲ ਆ ਕਿ ਪਹਿਲਾਂ ਤਾਂ ਜਦੋਂ ਪੰਜਾਬ ਤੋਂ ਅਸੀਂ ਦਿੱਲੀ ਨੂੰ ਜਾਣਾ ਆ 8-10 ਘੰਟੇ ਦਾ ਰਸਤਾ ਆ, ਬਹੁਤ ਵਧੀਆ ਰੋਡਸ ਬਣ ਗਈਆਂ, ਪਰ ਫਿਰ ਵੀ ਅਗਰ ਤੁਸੀਂ ਜਲੰਧਰ ਤੋਂ ਦਿੱਲੀ ਨੂੰ ਜਾਂਦੇ ਆ
ਤਾਂ ਤਕਰੀਬਨ 7-8 ਘੰਟੇ ਦਾ ਜਿਹੜਾ ਪਹਿਲਾਂ ਇਹ ਸਫ਼ਰ ਹੁੰਦਾ। ਫਿਰ ਉਸ ਤੋਂ ਬਾਅਦ ਦੋਸਤੋ ਉੱਥੋਂ ਤੁਹਾਨੂੰ ਅਗਰ ਇਦਾਂ ਦਾ ਇਨਕਾਰ ਹੁੰਦੀ ਆ ਤੇ ਉਹ ਹੋਰ ਇਦੋਂ ਮਾੜੀ ਗੱਲ ਕੀ ਹੋ ਸਕਦੀ ਆ ਕਿ ਉਹਨਾਂ ਨੂੰ ਜਿਹੜਾ ਉੱਥੋਂ ਮੋੜ ਦਿੱਤਾ ਗਿਆ। ਤੇ ਇੱਕ ਹੋਰ ਜਿਹੜਾ ਜੀ ਕੱਲ ਦਾ ਇੱਕ ਤਾਂ ਜਿਹੜਾ 427 ਤੇ 410 ਜਿੱਥੋਂ 401 ਨੂੰ ਜਿੱਥੇ ਰੋਡ ਨਿਕਲਦੀ ਆ, ਕੱਲ ਟਰੱਕ ਇੱਕ ਰੋਲ ਓਵਰ ਹੋਇਆ ਸੀਗਾ ਤੇ ਉਹ ਵੀ ਯੰਗ ਡਰਾਈਵਰ ਸੀਗਾ, ਬਹੁਤ ਮਾੜਾ ਐਕਸੀਡੈਂਟ ਸੀਗਾ। ਤੇ ਅੱਜ ਇੱਕ ਹੋਰ ਜਿਹੜਾ ਐਕਸੀਡੈਂਟ ਹਾਈਵੇ 50 ਤੇ ਹੋਇਆ ਜਿਹੜਾ ਜੀ ਰਦਰਫੋਰਡ ਤੇ ਬੌਬਟੇਲ, ਜਿਹੜਾ ਪੂਰੇ ਦਾ ਪੂਰਾ ਜਲ ਕੇ ਸੁਆਹ ਹੋ ਗਿਆ। ਪਰ ਉਹ ਐਕਸੀਡੈਂਟ ਦੀ ਜੇ ਜ਼ਿਆਦਾ ਜਾਣਕਾਰੀ ਹੋਈ ਤਾਂ ਅਸੀਂ ਸਤਪਾਲ ਸਿੰਘ ਜੌਲ ਉਹਨਾਂ ਕੋਲੋਂ ਲੈਂਦੇ ਹਾਂ, ਪਰ ਆਪਣੀਆਂ ਗੱਲਾਂ ਬਾਤਾਂ ਇਸੇ ਤਰ੍ਹਾਂ ਚੱਲਦੀਆਂ। ਲੈਣ ਮਿਲ ਚੁੱਕੀ ਹੈ ਸਾਡੇ ਸੀਨੀਅਰ ਪੱਤਰਕਾਰ ਸਤਪਾਲ ਸਿੰਘ ਜੌਲ ਉਹਨਾਂ ਦੇ ਨਾਲ। ਬਿਲਕੁਲ ਜੀ ਜੌਲ ਸਾਹਿਬ, ਪ੍ਰੋਗਰਾਮ ਪਰਿਵਾਰਿਕ ਸਾਂਝ ਦੇ ਵਿੱਚ ਵਿਜ਼ਨ ਪੰਜਾਬ ਟੀਵੀ ਤੋਂ ਮੈਂ ਨਰਿੰਦਰ ਜਸਵਾਲ ਮੰਗਾ ਤੇ ਨਾਲ ਮੇਰੇ ਜੌਲ ਸਾਹਿਬ। ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਿੱਘੀ ਜੀ ਆਇਆਂ ਜੀ। ਬਹੁਤ ਬਹੁਤ ਧੰਨਵਾਦ ਜੀ ਜਸਵਾਲ ਸਾਹਿਬ, ਮੰਗਾ ਜੀ ਤੇ ਟੋਨੀ ਜੌਲ ਜੀ, ਸ਼ੁਕਰੀਆ ਤੁਹਾਡਾ। ਜੌਲ ਸਾਹਿਬ, ਕਾਫੀ ਕੁਛ ਜਿਹੜਾ ਜੀ ਕੱਲ ਓਪਨ ਹੋ ਗਿਆ। ਸੋ ਐਕਚੁਅਲੀ ਅਸੀਂ ਤੁਹਾਡੇ ਕੋਲੋਂ ਹੀ ਸੁਣਦੇ ਹਾਂ ਕੀ ਨਵੀਆਂ ਜਿਹੜੀਆਂ ਖਬਰਾਂ, ਕੀ ਨਵੀਂ ਅਪਡੇਟ ਹੈ ਜੀ? ਦੇਖੋ, ਸਭ ਤੋਂ ਪਹਿਲਾਂ ਤੇ ਬੜੀ ਖੁਸ਼ੀ ਦੀ ਗੱਲ ਆ ਵੀ ਇੱਕ ਅਰਸੇ ਤੋਂ ਬਾਅਦ ਆਪਾਂ ਨੂੰ ਵੀ ਅਪਰਚੁਨਿਟੀ ਇੱਥੇ ਪੀਲ ਰੀਜਨ ਦੇ ਵਿੱਚ ਵੀ ਮਿਲੀ ਹੈ ਕਿ ਅਸੀਂ ਫੇਜ਼ 2 ਦੇ ਵਿੱਚ ਐਂਟਰ ਹੋ ਸਕੇ, ਕਿਉਂਕਿ ਆਪਾਂ ਦੇਖ ਰਹੇ ਹਾਂ ਬਹੁਤ ਸਾਰੇ ਰੂਰਲ ਏਰੀਆਜ਼ ਦੇ ਵਿੱਚ ਜਿੱਥੇ ਕਿ ਉਹਨਾਂ ਇੰਪੈਕਟ ਨਹੀਂ ਸੀਗਾ ਕੋਵਿਡ-19 ਦਾ ਵੀ ਫੇਜ਼ 2 ਦੇ ਵਿੱਚ ਉੱਥੇ ਜਿਹੜੇ ਬਿਜ਼ਨਸ ਹੋਗਾ ਉਹ ਅਰਲੀਅਰ ਓਪਨ ਹੋ ਗਏ ਸੀਗੇ। ਪਰ ਸਾਡਾ ਟੋਰਾਂਟੋ ਏਰੀਆ ਜਾਂ ਇੱਥੇ ਪੀਲ ਰੀਜਨ ਏਰੀਆ, ਉਧਰ ਵਿੰਟਰ ਦਾ ਇਹ ਸੋ ਕੁਝ ਗਿਣੇ ਚੁਣੇ ਏਰੀਆ ਰਹਿ ਗਏ ਸੀ ਜਿੱਥੇ ਕਿ ਜਿਹੜੇ ਨੰਬਰਦਾਰਾਂ ਦੀ ਪਾਪੂਲੇਸ਼ਨ ਜ਼ਿਆਦਾ ਹੋਣ ਕਰਕੇ ਕਰੋਨਾ ਪੋਜ਼ਿਟਿਵ ਆਉਣੇ ਡੇਲੀ ਜਿਹੜੇ ਲਗਾਤਾਰਤਾ ਦੇ ਨਾਲ ਜਾਰੀ ਸੀਗੇ, ਡਬਲ ਡਿਜਿਟ ਦੇ ਵਿੱਚ, ਕਿਤੇ ਕਿਤੇ ਟ੍ਰਿਪਲ ਡਿਜਿਟ ਦੇ ਵਿੱਚ। ਇੱਥੋਂ ਤੱਕ ਵੀ ਹੁੰਦਾ ਸੀਗਾ ਜੀ ਕਿ ਜੇ ਪੂਰੀ ਪ੍ਰੋਵਿੰਸ ਦੇ ਵਿੱਚ 200-250 ਜਿਹੜੇ ਨੰਬਰ ਆਏ ਆ 24 ਆਵਰਸ ਦੇ ਵਿੱਚ, ਤੇ ਉਹਦੇ ਵਿੱਚੋਂ 250 ਜਿਹੜੇ ਨੰਬਰ ਉਹ ਇਕੱਲੇ ਟੋਰਾਂਟੋ ਸਿਟੀ ਦੇ ਵਿੱਚ ਹੀ ਹੁੰਦੇ ਸੀਗੇ। ਇਸ ਕਰਕੇ ਹੁਣ ਇਹ ਫੇਜ਼ 2 ਦੇ ਵਿੱਚ ਐਂਟਰ ਹੋਣ ਤੋਂ ਬਾਅਦ ਕਾਫੀ ਸਾਰਾ ਖੁਸ਼ੀ ਦਾ ਮਾਹੌਲ, ਖਾਸ ਤੌਰ ਤੇ ਉਹਨਾਂ ਲੋਕਾਂ ਜਿਹੜੇ ਮਨਾਂ ਦੇ ਵਿੱਚ ਆਇਆ ਮੰਗਾ ਜੀ ਜਿਨ੍ਹਾਂ ਨੇ ਹੱਥ ਕੀਤਾ ਪਿਛਲੇ 3 ਮਹੀਨੇ ਦੌਰਾਨ ਉਹਨਾਂ ਨੂੰ ਵਾਲ ਕਟਾਉਣ ਦਾ ਮੌਕਾ ਨਹੀਂ ਮਿਲਿਆ। ਸੋ ਵਾਲ ਕਟਾਉਣ ਲਈ ਜਦੋਂ ਫਿਰ ਬਾਹਰ ਅਰਬਨ ਏਰੀਆ ਵਿੱਚ ਔਰੇਂਜ ਵੀਲ ਵਗੈਰਾ ਖੁੱਲ੍ਹ ਗਏ ਸੀ ਤੇ ਉੱਥੇ ਜਾ ਕੇ ਲਾਈਨ ਲਗਾ ਕੇ ਕਈ ਵਾਰ ਕਟਾ ਕੇ ਆਏ ਲੋਕ। ਸੋ ਉਹਦੇ ਕਰਕੇ ਹੁਣ ਜੀ ਸਾਡੇ ਆਪਣੇ ਰੀਜਨ ਦੇ ਵਿੱਚ ਹੀ ਜਿਹੜੀਆਂ ਤੁਹਾਨੂੰ ਪਤਾ ਵੀ ਉਹਨਾਂ ਨੇ ਡਿਟਰਮਿਨ ਕੀਤੀਆਂ ਨੇ ਪ੍ਰੀਕਾਸ਼ਨਸ, ਉਹ ਤੇ ਲੈਣੀਆਂ ਜ਼ਰੂਰੀ ਆ। ਉਹ ਲੇਕਿਨ ਕਿ ਬਿਜ਼ਨਸ ਓਨਰ ਦੀ ਜਾਂ ਬਿਜ਼ਨਸਮੈਨ ਦੀ ਜਿਹੜੇ ਕਿ ਬਿਜ਼ਨਸ ਨੂੰ ਰਨ ਕਰ ਰਹੇ ਨੇ ਉਹਨਾਂ ਦੀ ਪ੍ਰੋਫੈਸ਼ਨਲ ਦੀ ਉਹ ਜ਼ਿੰਮੇਵਾਰੀ ਆ, ਉਹ ਸਾਰੇ ਪ੍ਰੀਕਾਸ਼ਨਸ ਲੈਣੇ, PPE ਦਾ ਖਿਆਲ ਰੱਖਣਾ, ਖਾਸ ਤੌਰ ਤੇ ਹੈਂਡ ਸੈਨੀਟਾਈਜ਼ਰ ਦਾ ਖਿਆਲ ਰੱਖਣਾ, ਨॉन ਮੈਡੀਕਲ ਮਾਸਕ ਹੈ ਜਿਹੜਾ ਜੀ ਉਹ ਦੂਸਰੇ ਪਾਸੇ ਹੈ ਜੀ 2 ਮੀਟਰ ਜਿਹੜੀ ਆ ਡਿਸਟੈਂਸ ਐਟਲੀਸਟ ਜਾਂ 6 ਫੁੱਟ ਦੀ ਉਹ ਬਣਾ ਕੇ ਰੱਖਣਾ। ਤੇ ਜੇ ਫਿਰ ਨਾ ਡਿਸਟੈਂਸ ਬਣਾ ਕੇ ਰੱਖੀ ਜਾ ਸਕਦੀ ਹੋਵੇ ਤੇ ਜਿਹੜਾ ਉਹ ਮੈਂਡੇਟਰੀ। ਸੋ ਇਸ ਲਿਹਾਜ਼ ਦੇ ਨਾਲ ਇਹ ਹੈ ਕਿ ਕਾਫੀ ਸਕਸੈਸਫੁਲ ਹੈ ਔਰ ਸਟੇਬਲ ਹੈ ਜਿਹੜੇ ਨੰਬਰ ਵੀ ਬਿਜ਼ਨਸ ਖੋਲ੍ਹਣ ਤੋਂ ਬਾਅਦ ਪ੍ਰਾਪਤ ਹੋ ਰਹੇ ਆ। तो उस लिहाज नाल कि भावें कि चलो 24-36 घंटे ही होए हैं। सो लेकिन कि ये 3-4 दिनों तो ब्रैम्पटन के मिसिसागा के थोड़े ਜਿਹੇ नंबर आप जरूर गए हैं इंक्लूडिंग टोरंटो, पर अजे भी ये उन्ना वरीसम नहीं है। सो लेकिन कि ये है कि सब कुछ हौली हौली खुल रहा, कम्यूनिटी के सहयोग के नाल सब कुछ संभव हो पा रहा। हुण वैसे कम्यूनिटी ही एक तरीके के नाल एजुकेट हो चुकी आ, भावें कि एक्सपर्ट्स मंगा जी हुण ये कहण लग पे आ भी हजे 3-4-5 महीने तक हो सकता जिहड़ा कोरोना वायरस आ ਉਹ ਜਾਵੇ ਨਾ। ਬਹੁਤ ਸਾਰੇ ਦੇਸ਼ਾਂ ਦੇ ਵਿੱਚ ਇਹ ਰਹੇ, ਪਰ ਲੇਕਿन ਕਿ ਕੋਈ ਕਮਿਊਨਿਟੀ ਹੁਣ ਐਜੂਕੇਟ ਇੰਨੀ ਜ਼ਿਆਦਾ ਹੋ ਚੁੱਕੀ ਹੈ ਜਿਹੜਾ ਡੈਥ ਰੇਟ ਆ ਨਾ ਕਾਫੀ ਥੱਲੇ ਚਲਿਆ ਜਾਊਗਾ। ਇਹੀ ਵਾਰੀ ਸਮਝਦਾ ਵੀ ਦੇਖੋ ਕੋਈ ਵੀ ਬਿਮਾਰੀ ਰੋਗ ਤਾਂ ਲੱਗਦੇ ਹੀ ਰਹਿੰਦੇ ਨੇ, ਉਹਨਾਂ ਵਿੱਚ ਚਲੋ ਕੋਰੋਨਾ ਵਾਇਰਸ ਦਾ ਵੀ ਇੱਕ ਹੋ ਸਕਦਾ ਹੈ, ਪਰ ਜਿਹੜਾ ਡੈਥ ਦਾ ਹੋ ਜਾਣਾ ਬੜਾ ਇਹ ਸਪੈਸ਼ਲ ਸੀਗਾ। ਇਹਦੇ ਵਿੱਚ ਜਿਹੜੀ ਸਾਹ ਦੀ ਤਕਲੀਫ ਮਤਲਬ ਹੋ ਕੇ ਫੇਫੜਿਆਂ ਵਿੱਚ ਜਦੋਂ ਇਹ ਵਾਇਰਸ ਵੜ ਜਾਂਦਾ ਉਸ ਤੋਂ ਬਾਅਦ ਜਿਹੜੀ ਕਿ ਵਿਅਕਤੀ ਦੀ ਜਾਨ ਬਚਾਉਣੀ ਔਖੀ ਹੋ ਜਾਂਦੀ ਹੈ। ਇਹੀ ਜਿਹੜੀ ਇਹਦੀ ਯੂਨੀਕ ਕਰੈਕਟਰਿਸਟਿਕਸ ਹੋਣ ਕਰਕੇ ਹੈ ਜੀ ਵਰਲਡ ਵਾਈਡ ਇੱਕ ਤਰੀਕੇ ਦੇ ਨਾਲ ਇਹਦੇ ਨਾਲ ਜ਼ਿਆਦਾ ਜਿਹੜਾ ਵੱਡਾ ਹੋਊਗਾ ਬਣਿਆ। ਤੇ ਦੇਖ ਰਹੇ ਹਾਂ ਕਿ ਵੱਡੀ ਤਾਦਾਦ ਵਿੱਚ ਲੋਕਾਂ ਦੀਆਂ ਜਾਨਾਂ ਗਈਆਂ, ਲੋਕਾਂ ਦੀਆਂ ਜਾਨਾਂ ਜਾ ਰਹੀਆਂ ਨੇ। ਤਾਂ ਸਾਡੇ ਇੱਥੇ ਲਈ ਕਿ ਡੈਥ ਰੇਟ ਹੈ ਜਿਹੜਾ ਹੌਲੀ ਹੌਲੀ ਡਾਊਨ ਗਿਆ। ਇਹ ਆਉਣ ਵਾਲੇ ਸਮੇਂ ਦੇ ਵਿੱਚ ਕਈ ਦੇਸ਼ਾਂ ਦੇ ਵਿੱਚ ਡਾਊਨ ਜਾਊਗਾ ਜ਼ਰੂਰ, ਪਰ ਕਰੋਨਾ ਵਾਇਰਸ ਕਹਿ ਰਹੇ ਨੇ ਕਿ ਰਹੇਗਾ। ਬਿਲਕੁਲ ਜੀ ਜੌਲ ਸਾਹਿਬ, ਜਿਵੇਂ ਹੀ ਇਹ ਸਾਰਾ ਫੇਜ਼ 2 ਖੁੱਲਿਆ, ਪੀਲ ਰੀਜਨ ਵੀ ਖੁੱਲਿਆ, ਪਰ ਦੇਖਣ ਦੇ ਵਿੱਚ ਆਇਆ ਕਿ ਐਕਸੀਡੈਂਟ ਜਿਹੜੇ ਆ ਜੀ ਇਹ ਦਿਨੋਂ ਦਿਨ ਜਿਹੜੇ ਆ ਭਿਆਨਕ ਰੂਪ ਧਾਰਨ ਕਰ ਰਹੇ ਆ। ਦੇਖੋ ਜੀ ਇਹ ਤੁਸੀਂ ਵਾਜਬ ਕਹਿ ਰਹੇ ਹੋ ਕਿਉਂਕਿ ਵੈਸੇ ਤਾਂ ਐਕਸੀਡੈਂਟ ਜਿਹੜੇ ਜਾਂ ਫਿਰ ਇਹ ਸਪੀਡਿੰਗ ਹੈ ਜਿਹੜੀ ਜਾਂ ਫਿਰ ਇਹ ਸਟੰਟ ਡਰਾਈਵਿੰਗ ਹੈ ਜਿਹੜੀ ਜਾਂ ਵੀ ਕਿ ਇਹ ਸ਼ਰਾਬ ਪੀ ਕੇ ਗੱਡੀ ਚਲਾਉਣਾ, ਇਹ ਸਾਰੀਆਂ ਡਰਾਈਵਰਾਂ ਦੀਆਂ ਅਣਗਹਿਲੀਆਂ ਦੇ ਨਾਲ ਹੀ ਜੁੜੇ ਹੋਏ ਹੁੰਦੇ ਨੇ। ਆਮ ਪੁਲਿਸ ਜਦੋਂ ਕੰਕਲੂਜਨ ਕੱਢਦੀ ਹੈ
ਕਿ ਮੈਜੋਰਟੀ ਆਫ ਐਕਸੀਡੈਂਟ ਜਿਹੜੇ ਵਾਸਟ ਮੈਜੋਰਟੀ ਆਫ ਐਕਸੀਡੈਂਟ ਆ ਵੀ ਉਹ ਅਵੋਇਡੇਬਲ ਹੁੰਦੇ ਆ। ਕਹਿਣ ਦਾ ਮਤਲਬ ਵੀ ਉਹਨਾਂ ਤੋਂ ਬਚਾਅ ਕੀਤਾ ਜਾ ਸਕਦਾ ਹੁੰਦਾ ਕਿ ਜੇ ਡਰਾਈਵਰਾਂ ਨੇ ਜਿੰਨੇ ਵੀ ਇਨਵੋਲਵ ਹੋਣ ਐਕਸੀਡੈਂਟ ਦੇ ਵਿੱਚ ਜਾਂ ਐਟਲੀਸਟ ਇੱਕ ਨੇ ਜਿਹੜੀ ਉਹ ਬੇਚੈਨੀ ਨਾ ਵਰਤੀ ਹੋਵੇ। ਤਾਂ ਬੇਚੈਨੀ ਜਿਹੜੀ ਹੈ ਜੀ ਇੱਕ ਡਰਾਈਵਰ ਦੀ ਕਾਫੀ ਹੁੰਦੀ ਹੈ। ਕੋਈ ਮਾਰੂ ਜਿਹੜਾ ਸਿਨੈਰੀਓ ਆ ਉਹ ਸੜਕ ਦੇ ਉੱਤੇ ਸਿਰਜਣ ਦੇ ਲਈ। ਤਾਂ ਇਸ ਤਰੀਕੇ ਦੇ ਨਾਲ ਇਹ ਹੈ ਕਿ ਲਗਾਤਾਰ ਦਾ ਦਿਨ ਆਪਾਂ ਦੇਖਦੇ ਰਹੇ ਕਿ ਜਦੋਂ ਮਾਰਚ ਤੋਂ ਬਾਅਦ ਸਭ ਕੁਝ ਸ਼ਟ ਡਾਊਨ ਹੋਇਆ, ਹਾਈਵੇ ਸੜਕਾਂ ਸਭ ਕੁਝ ਬੰਦ ਹੋ ਗਏ, ਕਿਤੇ ਕਿਤੇ ਕੋਈ ਇੱਕਾ ਦੁੱਕਾ ਕਾਰਾਂ ਹੁੰਦੀਆਂ ਸੀ, ਉਦੋਂ ਵੀ ਬਹਾਨੇ ਲੋਕਾਂ ਕੋਲ ਸੀਗੇ ਵੀ ਉਹ ਹੋਰ ਕੁਝ ਨਹੀਂ ਤੇ ਸਪੀਡਿੰਗ ਹੀ ਕਰੀ ਜਾਂਦੇ ਆ, ਹੋਰ ਕੁਝ ਨਹੀਂ ਤੇ ਉਹ ਸਟੰਟ ਡਰਾਈਵਿੰਗ ਹੀ ਕਰੀ ਜਾ ਰਹੇ। ਸੋ ਉਸ ਲਿਹਾਜ਼ ਨਾਲ ਚਾਰਜ ਹੋਣਾ ਲੋਕਾਂ ਦੇ ਲਈ ਜਿਹੜਾ ਉਹ ਲਗਾਤਾਰ ਦੇ ਨਾਲ ਜਾਰੀ ਰਹਿੰਦਾ ਸੀਗਾ। ਥੋੜੀ ਤਰ੍ਹਾਂ ਆਪਾਂ ਆਸ ਕਰਦੇ ਸੀ ਕਿ ਮਸਾਂ ਪਰ ਜੇ ਸਭ ਕੁਝ ਖੁੱਲਿਆ ਤੇ ਹੋ ਸਕਦਾ ਵੀ ਡਰਾਈਵਰ ਕਮਿਊਨਿਟੀ ਦੇ ਵਿੱਚ ਭੈਣ ਭਰਾਵਾਂ ਨੇ ਆਪਾਂ ਸਾਰਿਆਂ ਨੇ ਕੁਝ ਸਿੱਖਿਆ ਹੋਊਗਾ। ਪਰ ਜਿਸ ਲਿਹਾਜ਼ ਨਾਲ ਆਪਾਂ ਦੇਖ ਰਹੇ ਹਾਂ ਸਾਡੇ ਆਲੇ ਦੁਆਲੇ ਦੇ ਵਿੱਚ ਇਹ ਨਿਤ ਦਿਨੀ ਭੱਜ ਟੁੱਟ ਜਿਹੜੀ ਗੱਡੀਆਂ ਦੀ ਜਾ ਰਹੀ ਹੈ, ਸੜਕਾਂ ਦੀ ਜਿਹੜੀ ਭੱਜ ਟੁੱਟ ਕੇ ਮਰਨਾ ਜਾ ਰਹੀ ਹੈ, ਮਾਰਨਾ ਜਾ ਰਹੀ ਹੈ, ਗੱਡੀਆਂ ਨੂੰ ਲੂਹਣਾ ਜਾ ਰਹੀ ਹੈ। ਉਸ ਤਰੀਕੇ ਦੇ ਨਾਲ ਇਹ ਲੱਗਦਾ ਜਿੰਨੀ ਕਿ ਡਰਾਈਵਰਾਂ ਨੇ ਬਹੁਤਾ ਕੁਝ ਸਿੱਖਿਆ ਕਿਉਂਕਿ ਕਿਤੇ ਨਾ ਕਿਤੇ ਬੇਚੈਨੀ ਹੈਗੀ ਹੈ ਜ਼ਰੂਰ ਵੀ ਐਵੇਂ ਉਦਾਂ ਹੀ ਚੰਗੇ ਭਲੇ ਸਾਰੇ ਜਾ ਰਹੇ ਆ ਤੇ ਐਕਸੀਡੈਂਟ ਜਿਹੜਾ ਵਾਪਰ ਜਾਂਦਾ ਕਿਤੇ ਨਾ ਕਿਤੇ ਜਿਹੜਾ ਜੀ ਇਹਦੇ ਵਿੱਚ ਡਰਾਈਵਰਾਂ ਦੀ ਇੱਕ ਜਾਂ ਉੱਥੋਂ ਵੱਧ ਦੀ ਬੇਚੈਨੀ ਹੁੰਦੀ ਹੈ ਜ਼ਰੂਰ। ਸੋ ਦੂਸਰੇ ਪਾਸੇ ਆਪਾਂ ਸਦਾ ਇਹਨਾਂ ਪ੍ਰੋਗਰਾਮਾਂ 'ਚ ਜਦੋਂ ਵੀ ਐਕਸੀਡੈਂਟ ਦੀ ਗੱਲ ਕਰਦੇ ਹਾਂ ਡੋਲੀ ਜੌਨ ਜੀ ਤੇ ਮੰਗਾ ਜੀ ਕਿਤੇ ਆਪਾਂ ਇੱਕ ਪਾਸੇ ਮਾਣ ਕਰਦੇ ਹਾਂ, ਸ਼ੇਅਰ ਹੀ ਕਰਦੇ ਹਾਂ ਜੀ ਕਿ ਸਾਡਾ ਕੈਨੇਡਾ ਦੇਸ਼ ਆ, ਅਸੀਂ ਨੰਬਰ 1 ਹੈ, ਸਾਡੇ ਵਰਗਾ ਦੁਨੀਆ ਤੇ ਹੋਰ ਕੋਈ ਹੈ ਹੀ ਨਹੀਂ ਹੈ। ਤੁਸੀਂ ਇਹ ਜਿਹੜਾ ਐਕਸੀਡੈਂਟ ਦਾ ਆ ਤੇ ਮੈਂ ਸਾਡੀ ਦੁਨੀਆ ਦੇਖੀ ਹੈ, ਸਾਰੇ ਮੈਂ ਕੰਟੀਨੈਂਟ ਤੇ ਪਰਮਾਤਮਾ ਦੀ ਕਿਰਪਾ ਨਾਲ ਜਾਣ ਦਾ ਮੌਕਾ ਮਿਲਿਆ ਵੀ ਇੰਨੇ ਮਾਰੂ ਐਕਸੀਡੈਂਟ ਤੇ ਹੋਰ ਬਹੁਤ ਸਾਰੇ ਨਿੱਕੇ ਨਿੱਕੇ ਮਾੜੇ ਮੋਟੇ ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਨਹੀਂ ਵਾਪਰਦੇ ਜੀ। ਪਰ ਨੰਬਰ 1 ਦੇਸ਼ਾਂ ਦੇ ਡਰਾਈਵਰਾਂ ਦਾ ਜੇ ਇਹ ਹਾਲ ਆ ਤੁਸੀਂ ਦੇਖ ਲਓ ਵੀ ਬਾਕੀ ਸੰਸਾਰ ਦੇ ਵਿੱਚ ਸਾਡੀ ਸ਼ੇਖੀ ਕਰਦੀ ਹੈ ਵੀ ਅਸੀਂ ਨੰਬਰ 1 ਆ। ਬਿਲਕੁਲ ਜੀ, ਇਹ 'ਚ ਕੋਈ ਦੋ ਰਾਮਾ ਨਹੀਂ ਆ। ਸੋ ਨਾਲ ਦੀ ਨਾਲ ਜੌਲ ਸਾਹਿਬ ਜਿਵੇਂ ਕੱਲ ਚੌਧਰੀ ਇਜਾਜ਼ ਉਹਨਾਂ ਦਾ ਫਿਊਨਰਲ ਸੀ ਤੇ ਅੱਜ ਉਹਨਾਂ ਪਿਆਰੀਆਂ ਬੱਚੀਆਂ ਦਾ ਉਹਨਾਂ ਦੀ ਮਾਤਾ ਦਾ ਫਿਊਨਰਲ ਸੀ, ਕੋਈ ਅਪਡੇਟ ਹੈ ਜੀ ਇਹਨਾਂ ਬਾਰੇ ਕੀ ਸੀ? ਹਾਂ ਜੀ ਬਿਲਕੁਲ, ਦੇਖੋ ਜੀ ਸਭ ਤੋਂ ਪਹਿਲਾਂ ਤੇ ਇਹ ਇਜਾਜ਼ ਚੌਧਰੀ ਹੋਣਾ ਦਾ ਜਿਹੜਾ ਮਾਲਟਨ ਦੇ ਵਿੱਚ ਸੀ ਆਖਰੀ ਰਸਮਾਂ ਉਸ ਸਿਲਸਿਲੇ ਦੇ ਵਿੱਚ ਵੱਡਾ ਜਿਹੜਾ ਸਿੱਖ ਕਮਿਊਨਿਟੀ ਦਾ ਇਕੱਠ ਹੋਇਆ। ਸੋ ਇਹ ਹੈ ਜੀ ਆਪਾਂ ਦੇਖਿਆ ਜਿਸ ਤਰੀਕੇ ਦੇ ਨਾਲ ਉਹ ਮੈਂਟਲੀ ਚੈਲੰਜਡ ਇੰਡੀਵਿਜੂਅਲ ਸੀਗੇ ਤੇ ਤੁਹਾਨੂੰ ਪਤਾ ਹੀ ਹੈ ਕਿ ਜਿਸ ਵੇਲੇ ਪੈਰਾਮੈਡਿਕ ਸੱਦੇ ਗਏ ਉਸ ਤੋਂ ਬਾਅਦ ਪੁਲਿਸ ਉਹਨਾਂ ਨੇ ਸੱਦਣੀ ਜ਼ਰੂਰੀ ਸਮਝੀ। ਸੋ ਵਗੈਰਾ ਜਿਸ ਤਰ੍ਹਾਂ ਦਾ ਘਟਨਾ ਚੱਕਰ ਹੋ ਪਿਆ ਉਹਦੇ ਵਿੱਚ ਲੇਕਿਨ ਕਿ ਇਹ ਬੜੀ ਬੇਦਰਦੀ ਦੇ ਨਾਲ ਬੇਰਹਿਮ ਜਿਹੜੀ ਮੌਤ ਇਹ ਇਜਾਜ਼ ਚੌਧਰੀ ਦੀ ਹੋਈ ਹੈ ਉਸ ਤੇ ਆਪਾਂ ਅਫਸੋਸ ਦਾ ਪ੍ਰਗਟਾਵਾ ਹੁਣ ਕਰ ਸਕਦੇ ਹਾਂ। ਬਾਕੀ ਇਹ ਜਿਹੜੀ ਇਨਵੈਸਟੀਗੇਸ਼ਨ ਹੈ SIU ਦੀ ਉਹ ਜਾਰੀ ਹੈ, ਖਾਸ ਕਰਦੇ ਹਾਂ ਕੋਈ ਜਲਦੀ ਕਨਕਲੂਜਨ ਕੱਢਣਗੇ ਤੇ ਜੇ ਕਮਿਊਨਿਟੀ ਦੀ ਉਸ ਤੋਂ ਕੀਤਾ ਵੀ ਸੈਟਿਸਫੈਕਸ਼ਨ ਨਹੀਂ ਹੋਈ ਜਿਹੜਾ ਵੀ SIU ਕਨਕਲੂਜਨ ਕੱਢਣਗੇ ਉਸ ਤੋਂ ਬਾਅਦ ਫਿਰ ਮੰਗ ਕੀਤੀ ਜਾ ਰਹੀ ਹੈ ਜੀ ਵੀ ਇਹ ਜ਼ਰੂਰ ਪਬਲਿਕ ਇਨਕੁਆਇਰੀ ਹੋਣੀ ਚਾਹੀਦੀ ਹੈ ਕਿ ਕਿਸ ਤਰ੍ਹਾਂ ਜਿਹੜੇ ਟ੍ਰੇਨਡ ਪੁਲਿਸ ਆਫੀਸਰ ਆ ਇਹ ਇੱਦਾਂ ਗੋਲੀਆਂ ਦੀ ਵਿਛਾੜ ਜਿਹੜੀ ਆ ਇੱਕ ਇਕੱਲਾ ਵਿਅਕਤੀ ਆਪਣੇ ਘਰ ਦੇ ਵਿੱਚ ਚਾਕੂ ਫੜ ਕੇ ਖੜਾ ਕਿ ਉਹਨੂੰ ਜਾਨ ਤੋਂ ਮਾਰਿਆ ਜਾ ਸਕਦਾ। ਸੋ ਇਹ ਕਾਫੀ ਸਾਰੇ ਕਿੰਤੂ ਪਰੰਤੂ ਆ ਜਿਹੜੇ ਪੁਲਿਸ ਦੀ ਟ੍ਰੇਨਿੰਗ ਤੇ ਵੀ ਉੱਠੇ ਨੇ। ਬਾਕੀ ਇਹ ਕੈਨੇਡਨ ਵਾਸੀ ਜਿਹੜਾ ਪਰਿਵਾਰ ਸੀਗਾ ਇਹ ਉਜਾੜ ਦਿੱਤਾ। ਇੱਕ ਡਰਾਈਵਰ ਨੇ 20 ਸਾਲ ਦਾ ਜਿਹਦੇ ਕੋਲ ਲਾਇਸੈਂਸ ਸੀਗਾ ਵੀ ਲਾਇਸੈਂਸ ਪਹਿਲਾਂ ਕੀਤੇ ਉਹ ਬਦਲਾ ਕਰਕੇ ਕੈਂਸਲ ਸੀ। ਰੈਡੀ ਰੋਬਿਨਸਨ 20 ਸਾਲ ਦਾ ਮੁੰਡਾ ਸੀਗਾ। ਸੋ ਉਹਨੂੰ ਚਾਰਜ ਚਲੋ ਕਰ ਲਿਆ ਗਿਆ। ਇਸੇ ਦੌਰਾਨ ਲੇਕਿਨ ਕਿਉਂ ਤਿੰਨੇ ਮਾਸੂਮ ਬੱਚੀਆਂ ਜਿਹੜੀਆਂ ਬੇਟੀਆਂ ਸੀ 1 ਸਾਲ ਦੀ, 4 ਸਾਲ ਦੀ, 6 ਸਾਲ ਦੀ, ਉਹਨਾਂ ਦੀ 37 ਸਾਲ ਦੀ ਜਿਹੜੀ ਮਦਰ ਸੀ, ਟੀਚਰ ਸੀ ਵਗੈਰਾ ਤੌਰ ਤੇ ਕੈਨੇਡਾ ਦੇ ਵਿੱਚ ਟੀਚਰ ਵੈਸੇ ਬ੍ਰੈਂਟਨ 'ਚ ਹੀ ਰਹਿੰਦੀ ਉਹ ਕੈਨੇਡਾ 'ਚ ਸੀਗੀ ਫੈਮਿਲੀ ਦੇ ਨਾਲ। ਸੋ ਉਹ ਜਿਹੜੀ ਫੈਮਿਲੀ ਪੂਰੀ ਦੀ ਪੂਰੀ ਉੱਜੜ ਗਈ ਹੈ ਵੀ ਉਸ ਸਿਲਸਿਲੇ ਦੇ ਵਿੱਚ ਕੈਂਡਲ ਲਾਈਟ ਵਿਜਨ ਵੀ ਹੋਈ ਆ ਬ੍ਰੈਂਟਨ 'ਚ ਵੀ ਕੈਨੇਡਾ 'ਚ ਵੀ ਤੇ ਹੁਣ ਉਹਨਾਂ ਦੀਆਂ ਜਿਹੜੀਆਂ ਆਖਰੀ ਰਸਮਾਂ ਅਦਾ ਕੀਤੀਆਂ ਗਈਆਂ ਨੇ ਜੀ। ਚਲੋ ਹੁਣ ਇਹ ਬੜਾ ਵਿਚਾਰ ਦੀ ਵਾਲੀ ਸਿਚੁਏਸ਼ਨ ਆ ਵੀ ਸੰਸਾਰ ਦੇ ਵਿੱਚੋਂ ਬੱਚੀਆਂ ਕੀ ਲੈਣ ਆਈਆਂ ਕੀ ਪਹਿਲੀ ਲੈ ਕੇ ਚਲੇ ਗਈਆਂ। ਉਹ ਨਿਕਲ ਕੇ ਉਹਨਾਂ ਦਾ ਹੋਇਆ ਇਹ ਸਭ ਨੂੰ ਹੁਣ ਪਾਣਾ ਜਿਹੜਾ ਵੀ ਮੰਨਣਾ ਹੀ ਪੜੇਗਾ। ਜੌਲ ਸਾਹਿਬ ਤੁਸੀਂ ਟਾਈਮ ਕੱਢਿਆ ਸਾਡੇ ਵਿਊਅਰਸ ਲਈ, ਲਿਸਨਰਸ ਲਈ, ਸਾਡੀ ਸਮੁੱਚੀ ਟੀਮ ਵੱਲੋਂ ਜੀ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਮਿਹਰਬਾਨੀ। ਥੈਂਕ ਯੂ। ਬਿਲਕੁਲ ਜੀ, ਜਦੋਂ ਟੋਨੀ ਭਾਜੀ ਉਹਨਾਂ ਬੱਚੀਆਂ ਦੀ ਪਿਕਚਰ ਦੇਖਦੇ ਆ ਨਾ ਸੱਚੀ ਮਾਂ ਨੇ ਗੋਦੀ ਲਿਆ ਆ, ਛੋਟੀ ਜਿਹੜੀ 1 ਸਾਲ ਵਾਲੀ ਆ ਉਹ ਦੋਨਾਂ ਭੈਣਾਂ ਵੱਲੋਂ ਦੇਖਦੀ ਆ ਤੇ ਦੋਨੇ ਭੈਣਾਂ ਜਿਹੜੀਆਂ ਆ ਉਹ ਉਹਦੇ ਵੱਲੋਂ ਵੇਖਦੀਆਂ ਆ। ਉਹ ਇੱਕ ਇੱਦਾਂ ਲੱਗਦਾ ਜਿੱਦਾਂ ਆਸਮਾਨ ਦੇ ਵਿੱਚੋਂ ਪਰੀਆਂ ਉਤਰੀਆਂ ਹੁੰਦੀਆਂ ਤੇ ਉਹਨਾਂ ਨੇ ਬਸ ਥੋੜੀ ਹੀ ਸਮੇਂ ਦੇ ਵਿੱਚ ਇਸ ਜਹਾਨ ਤੋਂ ਫਿਰ ਉਡਾਰੀ ਮਾਰ ਕੇ ਆਸਮਾਨ ਦੇ ਵਿੱਚ ਚਲ ਜਾਣਾ ਆ। ਮਨ ਜਿਹੜਾ ਹੈ ਜੀ ਉਹ ਪਿਕਚਰ ਦੇਖ ਕੇ ਹੋਰ ਵੀ ਜ਼ਿਆਦਾ ਜਿਹੜਾ ਹੈ ਉਹ ਖਰਾਬ ਹੁੰਦਾ। ਲੱਗਦਾ ਨਹੀਂ ਗਾ ਕਿ ਮੰਗਾ ਭਾਜੀ ਦੇਖੋ ਇੱਕ ਤਾਂ ਨਾ ਕਹਿੰਦੇ ਹੁੰਦੇ ਪਰਿਵਾਰ ਦਾ ਕੋਈ ਮੈਂਬਰ ਚਲ ਜਾਵੇ ਤਾਂ ਬੜਾ ਦਿਲ ਦੁਖੀ ਹੁੰਦਾ, ਪਰ ਇਹਨਾਂ ਬੱਚੀਆਂ ਦਾ ਉਹਨਾਂ ਦੀ ਮਾਤਾ ਲਈ
ਪੂਰਾ ਕੈਨੇਡਾ ਰੋਇਆ। ਬਿਲਕੁਲ ਕੋਈ ਘਰ ਇਦਾਂ ਦਾ ਨਹੀਂ ਹੋਇਆ ਹੋਣਾ ਜਿਹਨੂੰ ਇਹਨਾਂ ਦਾ ਦੁੱਖ ਨਹੀਂ ਹੋਇਆ। ਦੇਖੋ ਕੋਈ ਵੀ ਜਦੋਂ ਚੰਗਾ ਇਨਸਾਨ ਇਸ ਫਾਨੀ ਜਾਨ ਨੂੰ ਛੱਡ ਕੇ ਜਾਂਦਾ ਨਾ ਮੰਗਾ ਭਾਜੀ, ਤੇ ਆਟੋਮੈਟਿਕਲੀ ਜਿਹੜਾ ਇਦਾਂ ਦਾ ਕੰਮ ਹੁੰਦਾ ਆ। ਪਰ ਇਹ ਜਿਹੜੀਆਂ ਬੱਚੀਆਂ ਜਦੋਂ ਵੀ ਕਿਤੇ ਟੀਵੀ ਲਾਉਂਦੀਆਂ, ਜਦੋਂ ਉਹਨਾਂ ਦੀ ਪਿਕਚਰ ਆਉਂਦੀ ਆ ਜਾਂ ਫੇਸਬੁੱਕ ਖੋਲ੍ਹਦੇ ਉਹਨਾਂ ਦੀ ਪਿਕਚਰ ਆਉਂਦੀ, ਲੱਗਦਾ ਨਹੀਂਗਾ ਮੰਗਾ ਭਾਜੀ ਕਿ ਉਹ ਇੱਥੋਂ ਚਲੇ ਗਈਆਂ ਆ, ਕਿ ਉਹਨਾਂ ਨੇ ਦੁਬਾਰਾ ਕਦੀ ਦਿਸਣਾ ਹੀ ਨਹੀਂਗਾ, ਕਿ ਸਿਰਫ ਪਿਕਚਰਾਂ ਦੇ ਵਿੱਚ ਹੀ ਦੇਖਣ ਨੂੰ ਰਹਿ ਗਈਆਂ। ਪਰ ਜਿਹੜੇ ਇਦਾਂ ਦੇ ਸਿਰ ਫਿਰੇ ਆ ਨਾ, ਇਹਨਾਂ ਨੂੰ ਤਾਂ ਕੁਝ ਇਦਾਂ ਦਾ ਕਰਨਾ ਚਾਹੀਦਾ ਜਿੱਦਾਂ ਦਾ ਨਾ ਯੂਰਪ ਕੰਟਰੀਆਂ ਦੇ ਵਿੱਚ ਮਾਫ ਕਰਨਾ ਜੀ, ਉਹ ਦੁਬਈ ਵਰਗੀਆਂ ਅਰਬ ਕੰਟਰੀਆਂ ਦੇ ਵਿੱਚ ਆ, ਇਦਾਂ ਦੀ ਕੋਈ ਨਾ ਕੋਈ ਸਜ਼ਾ ਦੇਣੀ ਚਾਹੀਦੀ ਹੈ ਕਿ ਆਉਣ ਵਾਲੇ 100 ਨੂੰ ਸਬਕ ਮਿਲੇ ਕਿ ਅਸੀਂ ਆਹ ਕੀਤਾ ਸੀ ਤੇ ਸਾਡੇ ਉਹ ਯਾਰ ਦੋਸਤ ਨਾਲ ਇਦਾਂ ਹੋਇਆ ਸੀਗਾ। ਉੱਥੇ ਡੈਮੋਕ੍ਰੇਸੀ ਆ ਕੇ ਖੜੀ ਹੋ ਜਾਂਦੀ ਨਾ ਮੋਰੇ। ਪਰ ਇੱਥੇ ਇੱਕ ਗੱਲ ਜਿਹੜੀ ਹੈ ਜੌਲ ਸਾਹਿਬ ਸਾਂਝੀ ਕਰਨੀ ਬਣਦੀ ਆ ਕਿ ਵਿਨੀਪੈਗ ਏਰੀਆ ਦੇ ਵਿੱਚ ਇੱਕ ਹਾਕੀ ਦੀ ਟੀਮ ਜਿਹੜੀ ਆ ਉਹ ਇੱਕ ਡਰਾਈਵਰ ਵੱਲੋਂ ਜਿਹੜੀ ਆ ਉਹ ਮਾਰ ਦਿੱਤੀ ਗਈ ਸੀ ਐਕਸੀਡੈਂਟ ਦੇ ਵਿੱਚ। ਉਦੋਂ ਜਿਹੜਾ ਆ ਪੂਰੇ ਦਾ ਪੂਰਾ ਜਿਹੜਾ ਆ ਮੀਡੀਆ ਜਿਹੜਾ ਆ ਉਹ ਪੱਬਾਂ ਭਰ ਹੋਇਆ ਫਿਰਦਾ ਸੀਗਾ, ਬੜਾ ਰੌਲਾ ਰੱਪਾ ਜਿਹੜਾ ਇਹਨਾਂ ਨੇ ਬਹੁਤ ਪਾਇਆ ਸੀਗਾ। ਪਰ ਇੱਥੇ ਕਹਿੰਦੇ ਇੱਕ ਅਫਸੋਸ ਦੀ ਗੱਲ ਆ ਕਿ ਇਸ ਇਨਸੀਡੈਂਟ ਦੇ ਲਈ ਬੜੀ ਦੱਬੀ ਕੁਚਲੀ ਜਿਹੜੀ ਆਵਾਜ਼ ਆ ਉਹ ਜਿਹੜੀ ਉਹ ਬਾਹਰ ਆਈ ਆ। ਕਿਉਂ ਨਹੀਂ ਇਹ ਆਈ? ਇੱਥੇ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਸਵਾਲ ਆ। ਬਿਲਕੁਲ ਹਾਂਜੀ। ਔਰ ਸਾਨੂੰ ਜਦੋਂ ਕਹਿੰਦੇ ਹੁੰਦੇ ਹਾਂ ਦਾ ਨਾਰਾ ਮਾਰੀਏ ਨਾ, ਫਿਰ ਹਰ ਇੱਕ ਦੇ ਲਈ ਬਰਾਬਰ ਮਾਰੋ। ਬਿਲਕੁਲ ਸਾਰਿਆਂ ਦੇ ਲਈ ਬਰਾਬਰ ਹੋਣਾ ਚਾਹੀਦਾ ਆ ਵੀ ਭਾਈ। ਫਿਰ ਇਹ ਨਹੀਂ ਦੇਖਣਾ ਚਾਹੀਦਾ ਵੀ ਕੌਣ ਕਿਹਨੂੰ ਬਿਲੋਂਗ ਕਰਦਾ, ਕੌਣ ਕਿਹਨੂੰ ਬਿਲੋਂਗ ਨਹੀਂ ਕਰਦਾ। ਸਾਡਾ ਟਾਈਮ ਵੀ ਜਿਹੜਾ ਹੈ ਜੀ ਉਹ ਭੱਜਾ ਜਾ ਰਿਹਾ। ਜੇ ਕੋਈ ਪਟਾਰੇ ਦੇ ਵਿੱਚ ਕੋਈ ਨਿਊਜ਼ ਰਹਿ ਗਈ ਹੈ ਜੀ ਸਾਂਝੀ ਕਰਨ ਵਾਲੀ, ਪਟਾਰੇ ਦੇ ਵਿੱਚ ਨਹੀਂ ਜੀ ਨਿਊਜ਼ ਜਿਹੜੀਆਂ ਮੋਸਟਲੀ ਕਰ ਦਿੱਤੀਆਂ, ਪਰ ਇੱਕ ਅਮਰੀਕਾ ਦੀ ਜਿਹੜੀ ਨਿਊਜ਼ ਆ ਉਹ ਦੋਸਤੋ ਸਾਂਝੀ ਕਰਨੀ ਸੀ ਕਿ ਜਿੱਥੇ ਹੌਲੀ ਹੌਲੀ ਰੀਓਪਨਿੰਗ ਹੋ ਰਹੀ ਆ। ਕੱਲ ਅਮਰੀਕਾ ਦੇ ਵਿੱਚ ਮੰਗਾ ਭਾਜੀ ਇੱਕ ਰੈਸਟੋਰੈਂਟ ਜਿਹੜਾ ਓਪਨ ਸੀ, ਤਾਂ ਕੁਛ ਜਿਹੜੇ ਸਿਰ ਫਿਰੇ ਉੱਥੇ ਆਉਂਦੇ ਆ, ਪਹਿਲਾਂ ਤੇ ਆ ਕੇ ਜਿਹੜੀ ਭੰਨਤੋੜ ਕਰਦੇ ਆ, ਕਾਫੀ ਸਾਰੀ ਭੰਨਤੋੜ ਕੀਤੀ ਗਈ ਉਸ ਰੈਸਟੋਰੈਂਟ ਦੀ। ਤਾਂ ਬਾਅਦ ਦੇ ਵਿੱਚ ਕਾਫੀ ਭੱਦੇ ਸ਼ਬਦ ਜਿਹੜੇ ਆ ਉਹ ਦੀਵਾਰਾਂ ਦੇ ਉੱਤੇ ਲਿਖ ਦਿੱਤੇ ਜਾਂਦੇ ਆ ਮੰਗਾ ਭਾਜੀ। ਔਰ ਨਾਲ ਦੀ ਨਾਲ ਇੱਥੇ ਇੱਕ ਗੱਲ ਦੱਸ ਦਈਏ ਕਿ ਇੱਕ ਜਿਹੜੀ ਨਿਊਜ਼ ਹੋਰ ਫਲੈਸ਼ ਹੋ ਰਹੀ ਆ ਕਿ ਕੋਈ ਪ੍ਰੀਤ ਹਰਪਾਲ ਨਾਂ ਦੇ ਕੋਈ ਹਾਂਜੀ ਉਹਨਾਂ ਦੇ ਟਿਕਟੌਕ ਜਿਹੜਾ ਆ ਉਹਦੇ ਵਿੱਚ ਬਾਬੇ ਨਾਨਕ ਦੇ ਬਾਰੇ ਕੁਛ ਇਤਰਾਜ਼ਯੋਗ ਜਿਹੜੀ ਆ ਕੋਈ ਗੱਲਾਂ ਬਾਤਾਂ ਜਿਹੜੀਆਂ ਆ। ਪਰ ਦੇਖੋ ਮੈਂ ਪਹਿਲਾਂ ਕਹਿੰਦਾ ਹੁੰਦਾ ਕਿ ਇਹ ਲੋਕ ਮੁਫਤ ਦੀ ਜਿਹੜੀ ਆ ਨਾ ਪਬਲਿਸਿਟੀ ਲੈਣ ਵਾਸਤੇ, ਘਟੀਆ ਪਬਲਿਸਿਟੀ ਲੈਣ ਵਾਸਤੇ ਇਹੋ ਜਿਹੀਆਂ ਹਰਕਤਾਂ ਕਰਦੇ ਆ। ਸੋ ਸਾਨੂੰ ਜਿਹੜੀ ਆ ਬਹੁਤੀ ਤਵੱਜੋ ਇਹਨਾਂ ਨੂੰ ਨਹੀਂ ਦੇਣੀ ਚਾਹੀਦੀ। ਜੇ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੰਨੀ ਸਟਰੋਂਗ ਹੁੰਦੀ ਤੇ ਇਹੋ ਜਿਹੇ ਜਿਹੜੇ ਆ ਇਹਨਾਂ ਦੇ ਤਾਂ ਕਦੋਂ ਦੀ ਜਿਹੜੀ ਗਲ ਦੇ ਵਿੱਚ ਜਿਹੜਾ ਆ ਉਹ ਸਾਫਾ ਤੇ ਨੱਕ ਦੇ ਵਿੱਚ ਨਕੇਲ ਜਿਹੜੀ ਆ ਉਹ ਪੈ ਗਈ ਹੋਣੀ ਚਾਹੀਦੀ ਸੀਗੀ। ਇੱਥੇ ਜਿਹੜੀ ਆ ਸ਼੍ਰੋਮਣੀ ਕਮੇਟੀ ਗੁਰਦੁਆਰਾ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹ ਇਸ ਗੱਲ ਦੇ ਲਈ ਜਿਹੜੀ ਆ ਜੀ ਉਹ ਜ਼ਿੰਮੇਵਾਰ ਆ, ਕਿਉਂਕਿ ਇਹ ਘਟਨਾਵਾਂ ਰੋਕਣਾ ਉਹਨਾਂ ਦਾ ਫਰਜ਼ ਬਣਦਾ। ਮੰਗਾ ਭਾਜੀ ਬਹੁਤ ਸਾਰੀਆਂ ਘਟਨਾਵਾਂ ਇਸ ਤਰ੍ਹਾਂ ਦੀਆਂ ਵਾਪਰਦੀਆਂ ਕਿ ਜਿੱਥੇ ਨਾ ਕਲਾਕਾਰ ਬੜਾ ਹਿੱਕ ਤਾਣ ਕੇ ਕਹਿੰਦੇ ਆ ਜਦੋਂ ਸਟੇਜ ਤੇ ਆਉਂਦੇ ਆ, ਅਸੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਆ। ਪੰਜਾਬੀ ਮਾਂ ਬੋਲੀ ਦੀ ਸੇਵਾ ਤੁਸੀਂ ਨਹੀਂ ਕਰਦੇ। ਪੰਜਾਬੀ ਮਾਂ ਬੋਲੀ ਤੁਹਾਨੂੰ ਰੋਟੀ ਦੇ ਵਿੱਚ ਪਾਇਆ ਹੋਇਆ, ਉਹ ਤੁਹਾਨੂੰ ਰੋਟੀ ਦੇ ਰਹੀ ਹੈ, ਮਾਂ ਬੋਲੀ ਤੁਹਾਡੀ ਸੇਵਾ ਕਰ ਰਹੀ ਆ। ਤੁਸੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕੀ ਕਰਨੀ ਆ? ਆਪਣੀ ਜਿੱਥੇ ਜਿਹੜਾ ਕਲਾਕਾਰ ਘਰ ਬਹਿ ਜਾਂਦਾ ਉਹ ਕੋਈ ਨਾ ਕੋਈ ਇਦਾਂ ਦੀ ਸ਼ੰਭਲ ਛੱਡ ਦਿੰਦਾ ਆ ਜੀ, ਟਿਕਟੌਕ ਤੇ ਛੱਡ ਦਿੱਤੀ ਜਾਂ ਫੇਸਬੁੱਕ ਤੇ ਪਾ ਦਿੱਤੀ ਆ, ਲੋਕੀ ਉਧਰ ਨੂੰ ਹੋਣਗੇ ਤਾਂ ਲੋਕੀ ਦੇਖਣ ਲੱਗ ਪੈਂਦੇ ਦੁਬਾਰਾ। 2 ਕਲਾਕਾਰ ਆਪਾਂ ਜਿਹੜੇ ਆ ਜੀ ਉਹ ਰੇਡੀਓ ਇੰਤਜ਼ਾਰ ਤੇ ਵਿਜ਼ਨ ਪੰਜਾਬ ਟੀਵੀ ਦੇ ਰਾਹੀਂ ਸਮੁੱਚੇ ਪਰਿਵਾਰਾਂ ਸਾਹਮਣੇ ਕੀਤੇ ਸੀ ਰੂਬਰੂ, ਸੁਖਜਿੰਦਰ ਸ਼ਿੰਦਾ ਤੇ ਆਪਣੇ ਜੈਜੀ ਵੀ। ਔਰ ਦੋਨਾਂ ਨੇ ਇਹ ਗੱਲ ਕਹੀ ਆ ਕਿ ਪੰਜਾਬੀ ਮਾਂ ਬੋਲੀ ਦੀ ਅਸੀਂ ਸੇਵਾ ਨਹੀਂ ਕਰ ਰਹੇ, ਪੰਜਾਬੀ ਮਾਂ ਬੋਲੀ ਸਾਡੀ ਸੇਵਾ ਕਰ ਰਹੀ ਹੈ, ਕਿਉਂਕਿ ਉਹਦੀ ਬਦੌਲਤ ਹੀ ਅਸੀਂ ਆਪਣੇ ਪਰਿਵਾਰਾਂ ਦੇ ਜਿਹੜੇ ਢਿੱਡ ਆ ਉਹ ਪਾ ਰਹੇ ਹਾਂ। ਬਿਲਕੁਲ ਜੀ, ਹੈ ਵੀ ਇਦਾਂ ਹੀ ਆ। ਔਰ ਸਮਾਂ ਜਿਹੜਾ ਦੋਸਤੋ ਬਿਲਕੁਲ ਸਮਾਪਤੀ ਵਾਲੇ ਆ। ਅਗਲਾ ਪ੍ਰੋਗਰਾਮ ਜਿਹੜਾ ਆ ਉਹ ਵੀ ਬਿਲਕੁਲ ਟੀਮ ਤਿਆਰ ਬੈਠੀ ਆ ਤੇ ਜਾਣ ਤੋਂ ਪਹਿਲਾਂ ਹਮੇਸ਼ਾ ਹੀ 1-2 ਲਾਈਨਾਂ ਤੁਹਾਡੇ ਨਾਲ ਸਾਂਝੀਆਂ ਕਰੀਦੀਆਂ ਆ। ਅੱਜ ਦੀਆਂ ਲਾਈਨਾਂ ਜਿਹੜੀਆਂ ਆ ਜੋ ਕੁਛ ਕੱਲ ਪਰਸੋਂ ਵਾਪਰਿਆ ਉਹਨਾਂ ਦੇ ਨਾਲ ਹੀ ਰਿਲੇਟਡ ਆ ਕਿ ਦੁਨੀਆ ਦੇ ਵਿੱਚ ਰੱਖ ਫਰੀਦਾ ਕੁਝ ਐਸਾ ਐਸਾ ਬਹਿਨ ਖਲੋਣ, ਕੋਲ ਹੋਈਏ ਤਾਂ ਹੱਸਣ ਲੋਕੀ, ਤੁਰ ਜਾਣ ਤੇ ਰੋਣ। ਇੱਕ ਵਾਰੀ ਫਿਰ ਰਿਪੀਟ ਕਰ ਦਿੰਦਾ ਜੀ ਕਿ ਦੁਨੀਆ ਦੇ ਵਿੱਚ ਰੱਖ ਫਰੀਦਾ ਕੁਝ ਐਸਾ ਬਹਿਨ ਖਲੋਣ, ਕੋਲ ਹੋਈਏ ਤਾਂ ਹੱਸਣ ਲੋਕੀ, ਤੁਰ ਜਾਵਨ ਤਾਂ ਰੋਣ। ਇਹਨਾਂ ਚੰਦ ਸਤਰਾਂ ਦੇ ਨਾਲ ਅੱਜ ਦਾ ਪ੍ਰੋਗਰਾਮ ਟੋਨੀ ਚੌਲ ਤੇ ਨਰਿੰਦਰ ਜਸਪਾਲ ਨੂੰ ਖਤਮ ਕਰਨ ਦੀ ਆਗਿਆ ਦਿਓ ਤੇ ਕੱਲ ਨੂੰ ਫਿਰ ਜੀ ਇੱਕ ਖਾਸ ਪ੍ਰੋਗਰਾਮ ਤੁਹਾਡੇ ਰੂਬਰੂ ਕਰਾਂਗੇ ਸ਼ਗਨ ਗੋਇਲ ਹੋਣਾ ਦੇ ਨਾਲ। ਤੇ ਨੈਕਸਟ ਪ੍ਰੋਗਰਾਮ ਜਿਹੜਾ ਜੀ ਰਮਨ ਹੋਣੀ ਲੈ ਕੇ ਬਿਲਕੁਲ ਤਿਆਰ ਆ। ਸਾਨੂੰ ਦੋਨੋਂ ਵੀਰਾਂ ਨੂੰ ਇੱਥੇ ਦਿਓ ਛੁੱਟੀਆਂ ਤੇ ਮਿਲਦੇ ਹਾਂ ਜੀ ਫਿਰ ਰੱਬ ਨੇ ਚਾਹਿਆ ਤਾਂ। ਕੀਪ ਵਾਚਿੰਗ ਵਿਜ਼ਨ ਪੰਜਾਬ ਟੀਵੀ, ਹਰ ਕਦਮ ਤੁਹਾਡੇ ਨਾਲ। ਸਤਿ ਸ੍ਰੀ ਅਕਾਲ।